ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰਮੁਖੋ ਆਵਾਜ਼ ਸਾਫ਼ ਆ ਰਹੀ? ਹਾਂਜੀ ਭੈਣ ਜੀ ਆ ਰਹੀ ਆਵਾਜ਼। ਸੰਗਤ ਨੂੰ ਅਸੀਂ ਕੱਲ ਬੇਨਤੀ ਕੀਤੀ ਸੀ, ਕੱਲ ਇੱਕ ਕੁਐਸਚਨ ਸੀ ਸੰਗਤ ਦਾ, ਭੈਣ ਜੀ ਦੇ ਬੱਚੇ ਰੋਣ ਲੱਗ ਪਏ, ਗੁਰਵਿੰਦਰ ਕੌਰ ਜੀ ਦੇ, ਉਹਨਾਂ ਨੂੰ ਸਾਂਭਦੇ ਸੀਗੇ। ਸੋ ਪਲੀਜ਼ ਪਹਿਲਾਂ ਉਹਨਾਂ ਦਾ ਆਨਸਰ ਦੇ ਸਕਦੇ ਆ ਭੈਣ ਜੀ, ਜੇ ਮੈਂ ਨਹੀਂ ਭੁੱਲਦਾ ਤਾਂ ਸ਼ਾਇਦ ਸਿਮਰਨ ਕੌਰ ਸੀ, ਸਿਮਰ ਕੌਰ, ਹਾਂਜੀ ਨਿਊਯਾਰਕ ਤੋਂ। ਭੈਣ ਜੀ ਤੁਸੀਂ ਆਪ ਕੁਐਸਚਨ ਕਰੋਗੇ, ਤੁਹਾਡਾ ਮੈਂ ਦੁਹਰਾ ਦਿਆਂ ਕੁਐਸਚਨ, ਜੇ ਆਪ ਕਰਨਾ ਤਾਂ ਮਿਊਟ ਖੋਲ ਲਓ। ਚਲੋ ਮਾਨ ਕੌਰ ਜੀ, ਉਹਨਾਂ ਦਾ ਕੁਐਸਚਨ ਇਹ ਸੀਗਾ ਕਿ ਜਦੋਂ ਅਸੀਂ ਸਿਮਰਨ ਕਰ ਬੈਠਦੇ ਹਾਂ ਆਪਦੇ ਰੂਮ ਦੇ ਵਿੱਚ, ਤੇ ਸਾਡੇ ਰੂਮ ਦਾ ਜਿਹੜਾ ਫੈਨ ਆ, ਪੱਖਾ ਜਿਹੜਾ, ਉਹ ਚੱਲਦਾ ਹੁੰਦਾ, ਤੇ ਜਦੋਂ ਅਸੀਂ ਸਿਮਰਨ ਕਰ ਬੈਠਦੇ ਹਾਂ ਤੇ ਉਦੋਂ ਉਹ ਬਹੁਤ ਜ਼ਿਆਦਾ ਤੇਜ਼ ਹੋ ਜਾਂਦਾ, ਸਾਨੂੰ ਸਲੋ ਕਰਨਾ ਪੈਂਦਾ। ਇਹਦਾ ਭੈਣ ਜੀ ਹੁਣਾਂ ਨੂੰ ਦੱਸੋ ਤੁਸੀਂ। ਇਹ ਸ਼ਾਇਦ ਨਿਊਯਾਰਕ ਤੋਂ ਆਈ ਥਿੰਕ ਸਿਮਰ ਕੌਰ ਭੈਣ ਜੀ, ਫੋਨ ਤੇ ਨਾਂ ਸਿਮਰ ਕੌਰ ਆ, ਮੈਨੂੰ ਪਤਾ ਨਹੀਂ, ਕਈ ਵਾਰੀ ਫੋਨ ਬੱਚਿਆਂ ਦੇ ਨਾਂ ਤੇ ਹੁੰਦਾ, ਸੌਰੀ ਜੇ ਮੈਂ ਗਲਤ ਨਾਂ ਲੈਤਾ ਤਾਂ। ਸੁਖਵਿੰਦਰ ਕੌਰ ਨਿਊਯਾਰਕ ਤੋਂ। ਹਾਂ ਭੈਣ ਜੀ ਸੁਖਵਿੰਦਰ। ਭੈਣ ਜੀ ਤੁਸੀਂ ਬੋਲ ਕੇ ਦੱਸੋ ਆਪਦਾ ਕੁਐਸਚਨ। ਹਾਂਜੀ ਮੈਂ ਦੱਸਦੀ ਹਾਂ ਜੀ। ਜਦੋਂ ਮੈਂ ਸਿਮਰਨ ਕਰਨ ਬੈਠ ਜਾਂਦੀ ਹਾਂ ਬੀਬੀ ਜੀ, ਤੇ ਕਈ ਵਾਰ ਰਾਤ ਦਾ 1 ਵਜਿਆ ਹੁੰਦਾ ਤਾਂ ਉਹ ਮੇਰਾ ਪੱਖਾ ਇੰਨਾ ਤੇਜ਼ ਘੁੰਮਣ ਲੱਗ ਪੈਂਦਾ, ਬਹੁਤ ਹੀ ਜ਼ਿਆਦਾ, ਜਿਵੇਂ ਮੇਰੇ ਸਿਰ 'ਚ ਵੱਜਣ ਲੱਗਾ ਹੁੰਦਾ। ਤੇ ਹੁੰਦਾ ਉਦੋਂ ਹੀ ਆ ਜਦੋਂ ਮੈਂ ਸਿਮਰਨ ਕਰਦੀ, ਅੱਗੇ ਪਿੱਛੇ ਹੁੰਦਾ ਨੇ। ਕੱਲ ਵੀ ਤੁਸੀਂ ਰਾਤੀ, ਹਾਂਜੀ ਤੁਸੀਂ ਸਿਮਰਨ ਜਦੋਂ ਕਰਦੇ ਸੀਗੇ, ਤੇ ਬਸ ਉਦੋਂ ਵੀ ਅੱਧ ਕੁ ਦਾ ਟਾਈਮ ਦੇ ਵਿੱਚ ਫਿਰ ਬਹੁਤ ਤੇਜ਼ ਹੋ ਗਿਆ, ਖੜਕਣ ਲੱਗ ਪੈਂਦਾ। ਫਿਰ ਮੈਂ ਉੱਠ ਕੇ ਫਟਾਫਟ, ਫਿਰ ਮੈਨੂੰ ਡਰ ਵੀ ਥੋੜਾ ਲੱਗਣ ਲੱਗ ਪੈਂਦਾ, ਫਿਰ ਮੈਂ ਲਾਈਟ ਵੀ ਜਗਾਈ ਤੇ ਫਿਰ ਮੈਂ ਉਹਨੂੰ ਸਲੋ ਵੀ ਕੀਤਾ। ਤੇ ਦੁਪਹਿਰ ਨੂੰ ਵੀ ਹੋ ਜਾਂਦਾ 3 ਵਜੇ, ਪਰਸੋਂ ਦੁਪਹਿਰੇ 3 ਵਜੇ ਵੀ ਹੋਇਆ। ਤੇ ਪੱਖੇ ਦੇ ਵਿੱਚੋਂ ਮੈਂ ਸਿਮਰਨ ਸੀ, ਮੈਂ ਬੰਦ ਕਰ ਦਿੱਤਾ ਤਾਂ ਮੁੜ ਕੇ ਪੱਖਾ ਚੱਲੀ ਜਾਂਦਾ ਸੀ, ਉਹ ਦੂਸਰੇ ਰੂਮ 'ਚ ਸੀ। ਤੇ ਉਹ ਨਾ ਸਿਮਰਨ ਦੇ ਨਾਲ ਫਿਰ ਮੈਨੂੰ ਵਾਹਿਗੁਰੂ ਵਾਹਿਗੁਰੂ ਦੀ ਪੱਖੇ ਦੇ ਵਿੱਚੋਂ ਆਵਾਜ਼ ਆਉਂਦੀ ਸੀ। ਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰਮੁਖ, ਇਹਦੇ ਵਿੱਚ 2 ਕੁਐਸਚਨ ਹੈ। ਇੱਕ ਤਾਂ ਕੁਐਸਚਨ ਕਿ ਜੋ ਤੁਸੀਂ ਦ੍ਰਿਸ਼ਟਮਾਨ ਪੰਖੀ ਦੀ ਬਾਤ ਕਰ ਰਹੇ ਹੋ ਜੀ, ਕਿ ਉਹ ਤੁਹਾਨੇ ਉਹਦਾ ਸਵਿਚ ਬੰਦ ਕਰ ਦਿਆ ਤੇ ਉਹ ਆਪ ਚੱਲਣ ਲਗਾ, ਹੈ ਨਾ? ਨਹੀਂ ਚੱਲਦਾ ਸੀਗਾ, ਮੈਂ ਸਵਿਚ ਨਹੀਂ ਆਫ ਕੀਤੀ, ਫਿਰ ਮੈਂ ਸਲੋ ਕੀਤਾ ਉਹਨੂੰ, ਸੀਲਿੰਗ ਫੈਨ ਆ ਜੀ। ਤੇ ਉਹ ਫਿਰ ਜਦ ਤੁਸੀਂ ਨੇਤਰ ਬੰਦ ਕਰਕੇ ਸਿਮਰਨ ਕਰਦੇ ਹੋ ਤਾਂ ਤੁਹਾਨੂੰ ਉਹਦੀ ਆਵਾਜ਼ ਦੇ ਵਿੱਚ ਬੜੋਤਰੀ ਮਹਿਸੂਸ ਹੁੰਦੀ ਹੈ, ਜਾਂ ਫਿਰ ਹਵਾ ਦੇ? ਹਾਂਜੀ ਹਵਾ ਵੀ ਬਹੁਤ, ਖੜਕਣ ਬਹੁਤ ਲੱਗ ਪੈਂਦਾ ਹੈ, ਹਵਾ ਬਹੁਤ ਤੇਜ਼ ਹੋ ਜਾਂਦੀ, ਖੜਕਦਾ ਬਹੁਤ ਆ, ਫਿਰ ਖੜਕਾ ਕਰਦਾ। ਫਿਰ ਤੁਸੀਂ ਉੱਠ ਕੇ ਉਹਨੂੰ ਸਲੋ ਕਰਦੇ ਹੋ? ਹਾਂਜੀ ਅੱਗੇ ਪਿੱਛੇ ਕਦੇ ਹੁੰਦਾ ਨੀ, ਜਦੋਂ ਸਿਮਰਨ ਕਰਦੀ ਆ ਉਦੋਂ ਹੀ ਹੁੰਦਾ। ਵਾਹਿਗੁਰੂ, ਉਹ ਹੈ ਉਹ ਅੰਦਰ ਦਾ ਸੁਨ ਦਾ ਖੇਲ ਹੈ, वो बाहर पखे वाली बात नहीं है। अंदर जो साड़ी सुन है ਉਹਦੇ ਵਿੱਚ ਸन्नाटे जी आवाज, बहुत ਜ਼ਿਆਦਾ ਆਵਾਜ਼ ਆਣੀ ਸ਼ੁਰੂ ਹੋ ਜਾਂਦੀ ਹੈ, ਜਿਵੇਂ ਕਿ ਬਾਹਰ ਪੱਖੇ ਦੀ ਆਵਾਜ਼ ਹੁੰਦੀ ਹੈ, ਸਾਂ ਇਸ ਤਰੀਕੇ ਦੀ ਆਵਾਜ਼, ਉਹ ਸਾਡੇ ਆਪ ਦੇ ਅੰਦਰ ਦੀ ਆਵਾਜ਼ ਹੁੰਦੀ ਹੈ ਵਾਹਿਗੁਰੂ, ਬਾਹਰ ਦੀ ਆਵਾਜ਼ ਨਹੀਂ ਉਹ ਹੁੰਦੀ। ਤੁਸੀਂ ਉਹਨੂੰ ਪੰਖੇ ਤੇ ਮੈਚ ਕਰ ਦਿੰਦੇ ਹੋ। ਹਾਂ, ਉਹ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਣ ਲੱਗ ਪੈਂਦਾ ਮੇਰਾ ਪੱਖਾ ਹਾਂ, ਬਹੁਤ ਤੇਜ਼। ਉਹ ਫਿਰ ਸੁਰਤ ਦਾ ਖੇਲ ਹੈ, ਸੁਰਤ ਦਾ। ਜਿੱਥੇ ਤੁਸੀਂ ਆਪਣੀ ਸੁਰਤ ਨੂੰ ਜੋੜ ਦੋਗੇ, ਤੁਹਾਡਾ ਜੋ ਧਿਆਨ ਹੈ ਫਿਰ ਉਹ ਉੱਤੇ ਅੰਦਰ ਵਾਲੀ ਸੁਣ, ਪੰਖੇ ਦੇ ਸਾथ ਅਟੈਚਮੈਂਟ ਹੋ ਜਾਂਦਾ, ਤੇ ਤੁਹਾਨੂੰ ਲੱਗਦਾ ਹੈ ਫਿਰ ਕਿ ਪੰਖਾ ਤੇਜ਼ ਹੋ ਗਿਆ। ਨਹੀਂ, ਉਹ ਅੰਦਰ ਦੇ ਸੁਣ ਦੀ ਆਵਾਜ਼ ਹੈ ਵਾਹਿਗੁਰੂ, ਅੰਦਰ ਦੇ ਸੁਣ ਦੀ, ਜਿੱਥੇ ਕਿ ਸਾਡੀ ਸੁਰਤੀ ਸੁਣ ਦੇ ਵਿੱਚ ਜਾ ਕੇ ਬਹਿੰਦੀ ਹੈ। ਠੀਕ ਹੈ ਜੀ। ਔਰ ਜੋ ਤੁਹਾਨੂੰ ਪੰਖੇ ਦੀ ਆਵਾਜ਼ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਸੁਣਾਈ ਦਿੰਦੀ ਹੈ, ਉਹ ਰੋਮ ਰੋਮ ਸਿਮਰਨ ਦੀ ਨਿਸ਼ਾਨੀ ਹੈ। ਜਿਵੇਂ ਵੀ ਕੋਈ ਦ੍ਰਿਸ਼ਮਾਨ ਰੂਪ ਦੇ ਵਿੱਚ ਕੋਈ ਵੀ ਚੀਜ਼ ਚਲੂਗੀ, ਤੇ ਫਿਰ ਤੁਹਾਨੂੰ, ਜੇ ਤੁਹਾਡੀ ਸੁਰਤੀ ਉਸ ਥਾਂ ਤੋਂ ਪਹੁੰਚ ਗਈ, ਤੇ ਤੁਹਾਨੂੰ ਹਰ ਚੀਜ਼ ਦੀ ਆਵਾਜ਼ ਐਸੀ ਲੱਗੂਗੀ ਕਿ ਹਰ ਚੀਜ਼ ਵਾਹਿਗੁਰੂ ਵਾਹਿਗੁਰੂ। ਇਸੇ ਤਰ੍ਹਾਂ ਹੀ ਉਹ ਫਿਰ ਸੁਰਤ ਦਾ ਖੇਲ ਹੈ, ਉਹ ਤੁਹਾਡੀ ਸੁਰਤ ਤੋਂ ਜੁੜ ਜਾਤੀ ਹੈ, ਦ੍ਰਿਸ਼ਟਮਾਨ ਦਾ ਖੇਲ। ਅੱਛਾ ਜੀ, ਸਾਡੇ ਆਪ ਦੇ ਅੰਦਰ ਦਾ ਖੇਲ ਹੈ, ਸਾਡੀ ਸੁਰਤ ਜੁੜ ਜਾਂਦੀ ਹੈ। ਆਵਾਜ਼ ਪ੍ਰੋਬਲਮ ਹੋ ਰਹੀ ਹੈ, ਆਵਾਜ਼ ਆ ਰਹੀ ਹੈ। ਹਾਂਜੀ, ਤੇ ਉਹ ਬਾਹਰ ਵਾਲੀ ਗੱਲ ਨਹੀਂ ਹੈ, ਉਹ ਸਾਡੇ ਅੰਦਰ ਦੀ ਹੈ। ਆਵਾਜ਼ ਨਹੀਂ ਸਾਫ਼ ਆ ਰਹੀ। ਹਾਂਜੀ, ਉਹ ਸਾਡੇ ਅੰਦਰ ਦੀ ਹੈ, ਸੁਣ ਦੀ ਆਵਾਜ਼।
ਠੀਕ ਹੈ ਅੱਛਾ ਜੀ। ਜੀ। ਤੇ ਜਦ ਹਾਂਜੀ ਸਾਡੀ ਸੁਰਤੀ ਸੁਣ ਦੇ ਵਿੱਚ ਜਾ ਕੇ ਬਹਿ ਜਾਂਦੀ ਹੈ ਤੇ ਅੱਛਾ ਉਹ ਜੀ। ਜੋ ਤੁਹਾਨੂੰ ਬਾਹਰ ਜਦ ਤੁਹਾਡੀ ਹਮ ਸੁਰਤੀ ਆਊਗੀ ਤੇ ਉਹ ਤੁਹਾਨੂੰ ਹਰ ਚੀਜ਼ ਇਹੋ ਜਿਹੀ ਮਹਿਸੂਸ ਹੋਊਗੀ ਕਿ ਜੋ ਵੀ ਤੁਸੀਂ ਕੰਨਾਂ ਦੇ ਨਾਲ ਸੁਣੋਗੇ ਕਿ ਹਰ ਚੀਜ਼ ਜੋ ਵੀ ਸਾਊਂਡ ਤੁਸੀਂ ਸੁਣੋਗੇ ਉਹ ਵਾਹ ਗੁਰੂ ਇਹ ਟਿਊਨ ਹਾਂਜੀ ਬਣ ਜਾਊਗੀ। ਤੇ ਅੱਛਾ ਇਹ ਜੀ। ਤੁਹਾਡੀ ਅਵਸਥਾ ਅੱਛੀ ਬਣ ਰਹੀ ਹੈ। ਹਾਂਜੀ ਹਾਂਜੀ। ਅੱਛਾ ਜੀ, ਪਰ ਮੈਨੂੰ ਤੇ ਆਪ ਨੂੰ ਪਤਾ ਨਹੀਂ, ਮਹਿਸੂਸ ਨਹੀਂ ਹੁੰਦਾ। ਜਦੋਂ ਮੈਨੂੰ ਆਪ ਨੂੰ ਨਹੀਂ ਪਤਾ ਲੱਗਦਾ ਕਿ ਮੇਰੀ ਅਵਸਥਾ ਬਣ ਰਹੀ ਹੈ, ਮੈਨੂੰ ਤਾਂ ਲੱਗਦਾ ਵੀ ਮੈਂ ਭਗਤੀ ਕਰਦੀ ਨਹੀਂ, ਵੀ ਮੇਰੇ ਤੋਂ ਬਹੁਤ ਥੋੜਾ ਸਿਮਰਨ ਹੁੰਦਾ, ਮੈਨੂੰ ਇਸ ਤਰ੍ਹਾਂ ਜਾਪਦਾ ਰਹਿੰਦਾ। ਕੋਈ ਨਹੀਂ ਵਾਹਿਗੁਰੂ, ਜਬ ਤੱਕ ਥੋੜਾ ਮਹਿਸੂਸ ਹੁੰਦਾ ਰਹੂਗਾ ਤभी ਤਾਂ ਅਸੀਂ ਵੱਧ ਕਰਨੇ ਹਾਂ ਦੀ ਕੋਸ਼ਿਸ਼ ਬਸ। ਕरेंगे। ਹਾਂਜੀ जब ਹਾਂਜੀ ਇਹ ਸਾਨੂੰ ਠੀਕ ਜ਼ਿਆਦਾ ਹੈ। ਮਹਿਸੂਸ ਹੋਣ ਲੱਗੂਗਾ ਫਿਰ ਤਾਂ ਅਸੀਂ ਕਰ ਨਹੀਂ ਪਾਣੇ ਜੇ, ਫਿਰ ਅਸੀਂ ਕਹਾਂਗੇ ਅਸੀਂ ਤਾਂ ਕਾਫੀ ਕਰਦੇ ਹਾਂ, ਹੁਣ ਕੋਈ ਲੋੜ ਨਹੀਂ ਹੈ। ਹਾਂਜੀ ਜੇ ਸਾਡੇ ਮਨ ਨੂੰ ਕੰਮ ਲੱਗ ਰਿਹਾ ਹੈ ਤਾਂ ਮਤਲਬ ਕਿ ਹੁਣ ਹੋਰ ਜ਼ਰੂਰਤ ਹੈ ਜਾਂ ਠੀਕ ਹੈ। ਅੱਛਾ ਜੀ। ਹਾਂਜੀ ਹਾਂਜੀ ਹਾਂਜੀ। ਠੀਕ ਹੈ ਤੇ ਜੀ। ਹਾਂਜੀ ਹਾਂਜੀ, ਉਹ ਦ੍ਰਿਸ਼ਟਮਾਨ ਦੀ ਗੱਲ ਨਹੀਂ ਹੈ। ਆਪਾਂ ਨੂੰ ਅੰਦਰ ਜੇ ਆਪਾਂ ਨੂੰ ਆਵਾਜ਼ ਆਉਂਦੀ ਹੈ ਇਸ ਤਰੀਕੇ ਦੀ ਤਾਂ ਸੁਣਨ ਦੇ ਵਿੱਚ ਆਸਣ ਲਾ ਕੇ ਬੈਠੇ ਰਹਿਣਾ ਹੈ, ਉੱਠਣਾ ਨਹੀਂ ਹੈ, ਉੱਥੇ ਬੈਠੇ ਰਹਿਣਾ। ਠੀਕ ਉਹ ਅਸੀਂ ਠੀਕ ਹੈ ਜੀ। ਸੁਣਦੇ ਰਾਹੀਂ ਬਾਹਰ ਵਾਲੀ ਆਵਾਜ਼ਾਂ ਸੁਣੇ ਹੋਏ ਹੈ ਤੇ ਅਸੀਂ ਬਾਹਰ ਆ ਜਾਂਦੇ ਹਾਂ, ਫਿਰ ਸੁਣੋ ਤੇ ਉੱਠ ਜਾਂਦੇ ਹਾਂ। ਹਾਂਜੀ ਹਾਂਜੀ ਹਾਂ। बैठे रहना है उसी मतलब उसी अवस्था ਦੇ ਵਿੱਚ ਬੈਠੇ ਰਹਿਣਾ ਹੈ। ਠੀਕ ਹੈ ਜੀ। ਅੱਛਾ ਹਾਂਜੀ, ਠੀਕ ਵਾਹਿਗੁਰੂ ਜੀ ਕਾ ਹੈ, ਖਾਲਸਾ ਵਾਹਿਗੁਰੂ ਧੰਨਵਾਦ। ਜੀ ਕੀ ਫਤਿਹ। ਹਾਂਜੀ ਗੁਰਮੁਖੋ, ਜੇ ਕਿਸੇ ਹੋਰ ਵੀ ਗੁਰਮੁਖ ਦਾ ਸਵਾਲ ਹੈਗਾ ਤਾਂ ਕਰ ਸਕਦੇ ਆ। ਭੈਣ ਜੀ ਦੇ ਸਵਾਲ ਦਾ ਕੱਲ ਦਾ ਉਹਨਾਂ ਨੇ ਉੱਤਰ ਦਿੱਤਾ ਹੈਗਾ। ਜਿਹੜੀ ਇਹ ਵਿੱਚੋਂ ਹੁਣ ਹਾਂਜੀ, ਆਵਾਜ਼ ਆਈ ਵਾਹਿਗੁਰੂ ਸੀ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰਮੁਖ ਪਿਆਰਿਓ, ਮੇਰਾ ਕੁਐਸਚਨ ਹੈ ਜੀ, ਜਦੋਂ ਮੈਂ ਸੁਬਹ 3 ਵਜੇ ਜਾਂ ਸੁਬਹ ਅੰਮ੍ਰਿਤ ਵੇਲੇ ਉੱਠਦੇ ਆ ਨਾ, ਉਦਾਂ ਤਾਂ ਮੈਨੂੰ ਕੋਈ ਆਵਾਜ਼ ਨਹੀਂ ਆਉਂਦੀ, ਪਰ ਜਦੋਂ ਕਿਚਨ 'ਚ ਜਾਈਦਾ, ਕਿਤੇ ਵੀ ਜਾਈਦਾ ਨਾ, ਤਾਂ ਮੈਨੂੰ ਏਦਾਂ ਲੱਗਦਾ ਜਿੱਦਾਂ ਕੋਈ ਨਾ ਸਿਮਰਨ ਕਰਾ ਰਹੇ ਹੁੰਦੇ, ਜਿਵੇਂ ਗੁਰਮੁਖ ਬੈਠ ਕੇ ਨਾ ਏਦਾਂ ਆਵਾਜ਼ ਆਉਂਦੀ ਹੈ ਵਾਹਿਗੁਰੂ ਕਦੀ ਕਦੀ। ਠੀਕ ਹੈ ਵਾਹਿਗੁਰੂ, ਉਹ ਵੀ ਕਿਉਂਕਿ ਸਾਰਾ ਕੁਝ ਸੁਣੋ ਦੇ ਵਿੱਚ ਵੀ ਚੱਲ ਰਿਹਾ ਹੈ, ਜੋ ਆਪਾਂ ਦ੍ਰਿਸ਼ਟਮਾਨ ਦੇ ਵਿੱਚ ਕਰ ਰਹੇ ਹਾਂ, ਦ੍ਰਿਸ਼ਟਮਾਨ ਦੇ ਵਿੱਚ ਹੋ ਰਿਹਾ ਐਸਾ ਹੀ ਹੇਲ ਸੁਣੋ ਦੇ ਵਿੱਚ ਵੀ ਹੈ। ਜਦ ਸਾਡੀ ਸੁਰਤੀ ਸੁਣਨ ਦੇ ਵਿੱਚ ਚਲੀ ਜਾਂਦੀ ਹੈ ਤੇ ਫਿਰ ਉੱਥੇ ਉਹ ਵੀ ਸੁਣ ਸਕਦੀ ਹੈ। वो भी थोड़ा ठीक है प्रैक्टिकल। ਗੁਰਮੰਤਰ ਵੀ ਆਪਾਂ ਸੁਣ ਸਕਦੇ ਹਾਂ, ਸੁਣਨ ਦੇ ਵਿੱਚ ਸੁਰਤੀ ਚਲੀ ਜਾਂਦੀ ਹੈ, ਗੁਰਮੰਤਰ ਨੂੰ ਸੁਣ ਲੈਂਦੀ ਹੈ। ਕਥਾ ਵੀ ਕਈ ਵਾਰ ਕਥਾ ਵਿਚਾਰ ਵੀ ਉੱਧਰ ਜਾ ਕੇ ਸੁਣ ਲੈਂਦੀ ਹੈ, ਜਿੱਥੇ ਕਿ ਸੁਣੋ ਦੇ ਵਿੱਚ ਚੱਲ ਰਹੇ ਹੁੰਦੇ ਹਾਂ, ਉੱਥੇ ਸਾਡੀ ਸੁਰਤ ਜਾਊਗੀ, ਜਾਗੂਗੀ। ਉਹ ਫਿਰ ਸਾਨੂੰ ਭੇਦ ਨਹੀਂ ਰਹਿੰਦਾ ਕਿ ਜਾਗਣੇ ਦਾ ਤੇ ਸੋਨੇ ਦਾ, ਉਹ ਕਿਉਂਕਿ ਸਾਨੂੰ ਭੇਦ ਨਹੀਂ ਹੈ ਨਾ, ਸਾਨੂੰ ਪਤਾ ਨਹੀਂ ਲੱਗਦਾ ਕਬ ਸਾਡੀ ਸੁਰਤੀ ਵੱਖ ਹੋ ਕੇ ਸੁਣਨ ਚਲੀ ਗਈ। ਤੇ ਉਹ ਸਹਿਜ ਦੇ ਵਿੱਚ ਸੁਣੋ ਦੇ ਵਿੱਚ ਜਬ ਜਾਂਦੀ ਹੈ ਤੇ ਉਹ ਫਿਰ ਉਸ ਜਗ੍ਹਾ ਦੀ ਜੋ ਵੀ ਵਿਚਾਰ ਜਾਂ ਫਿਰ ਵਾਹਿਗੁਰੂ ਗੁਰਮੰਤਰ ਚੱਲ ਰਿਹਾ ਹੁੰਦਾ ਉਹਨੂੰ ਸੁਣ ਲੈਂਦੀ ਹੈ। ਕਿਉਂਕਿ ਜੋ ਸਾਡੀ ਸੁਰਤ ਹੈ, ਜੋ ਸਾਡਾ ਮਨ ਹੈ, ਇਹਨੂੰ ਇੱਦਾਂ ਹੀ ਦੀ ਜੋ ਕੰਨ ਹੈ ਇਹਨਾਂ ਦੀ ਜ਼ਰੂਰਤ ਨਹੀਂ ਹੈ, ਨਾ ਹੀ ਇਹਨਾਂ ਅੱਖਾਂ ਦੀ ਜ਼ਰੂਰਤ ਹੈ। ਉਹ ਐਨ ਅੱਖਾਂ ਤੋਂ ਬਗੈਰ ਦੇਖ ਸਕਦਾ ਹੈ, ਮਨ ਐਨ ਕੰਨਾਂ ਤੋਂ ਬਗੈਰ ਸੁਣ ਸਕਦਾ ਹੈ। ਜਿਵੇਂ ਕਿ ਆਪਾਂ ਸੁਪਨਾ ਜਿਹਨੂੰ ਬੋਲ ਦਿੰਦੇ ਹਾਂ, ਉਸ ਅਵਸਥਾ ਦੇ ਵਿੱਚ ਜਾਂਦਾ ਹੈ, ਉੱਥੇ ਸਾਰੀਆਂ ਚੀਜ਼ਾਂ ਨੋਟ ਕਰਕੇ ਲੈ ਕੇ ਆਉਂਦਾ ਹੈ। ਲੇਕਿਨ ਆਪਾਂ ਨੂੰ ਭੁਲੇਖਾ ਹੋਣੇ ਦੇ ਕਾਰਨ ਆਪਾਂ ਉਹਨੂੰ ਸੁਪਨੇ ਦਾ ਨਾਮ ਦਿੰਦੇ ਹਾਂ। ਲੇਕਿਨ ਜੈਸੇ ਜੈਸੇ ਅਸੀਂ ਗੁਰਮੰਤਰ ਨੂੰ ਦ੍ਰਿੜ ਕਰਦੇ ਜਾਏਂਗੇ, ਆਪਣੀ ਮਨ ਦੀ ਖੋਜ ਨੂੰ ਜਾਰੀ ਰੱਖेंगे, ਫਿਰ ਵਾਹਿਗੁਰੂ ਅਸੀਂ ਦੋਨੋਂ ਪਾਸਾ ਜਾਗ ਸਕਦੇ ਹਾਂ। ਉੱਧਰ ਦੀ ਵੀ ਸਾਰੀ ਇਨਫੋਰਮੇਸ਼ਨ ਅਸੀਂ ਲੈ ਸਕਦੇ ਹਾਂ, ਉੱਧਰ ਜਾ ਸਕਦੇ ਹਾਂ। ਕਿਉਂਕਿ ਜੋ ਆਪਾਂ ਰਿਐਲਿਟੀ ਸਮਝ ਕੇ ਖੇਲ ਰਹੇ हैं, ਹਕੀਕਤ ਹੈ ਕਿ वो ਸੁਪਨਾ ਹੈ, ਔਰ ਜਿਹਨੂੰ ਅਸੀਂ ਸੁਪਨਾ ਬੋਲਦੇ हैं वो ਹਕੀਕਤ ਹੈ, ਜਾਂ ਸਾਡਾ ਉਲਟਾ ਹੋ ਗਿਆ। ਜਿਹਨੂੰ ਅਸੀਂ ਜਾਗਣਾ ਬੋਲਦੇ ਹਾਂ ਉੱਥੇ ਆ ਕੇ ਅਸੀਂ ਸੋ ਜਾਂਦੇ ਹਾਂ, ਸਾਡਾ ਮਨ ਉੱਥੇ ਮਾਇਆ ਦੇ ਵਿੱਚ ਆ ਕੇ ਸੋ ਜਾਂਦਾ ਹੈ। ਔਰ ਜਿਹਨੂੰ ਅਸੀਂ ਸੋਨਾ ਬੋਲਦੇ ਹਾਂ ਉਸ ਅਵਸਥਾ ਦੇ ਵਿੱਚ ਜਾ ਕੇ ਸਾਡਾ ਮਨ ਜਾਗਦਾ ਹੈ। ਤੇ ਹੁਣ ਸਾਨੂੰ ਉਸ ਅਵਸਥਾ ਦੇ ਵਿੱਚ ਜਾ ਕੇ ਮਨ ਨੂੰ ਨਾਮ ਦੇ ਰਾਹੀਂ ਜਾਗਣਾ ਸਿਖਾਉਣਾ ਹੈ। ਨਾਮ ਦੇ ਰਾਹੀਂ ਜਦ ਮਨ ਜਾਗੂਗਾ, ਸੁਣਨ ਦੇ ਵਿੱਚ ਜਾਊਗਾ, ਨਾਮ ਦੇ ਰਾਹੀਂ ਜਾਗੂਗਾ, ਫਿਰ ਉੱਧਰ ਦਾ ਖੇਲ ਦੇਖੂਗਾ, ਜਿਹਨੂੰ ਕਿ ਆਪਾਂ ਸੁਪਨਾ ਬੋਲਦੇ ਹਾਂ ਹੁਣ ਤੱਕ। ਠੀਕ ਹੈ ਜੀ, ਇਸੀ ਤਰੀਕੇ ਦੇ ਹਾਂਜੀ ਆਪਾਂ ਜਬ ਵਾਹਿਗੁਰੂ, ਦ੍ਰਿੜ ਲੇਕਿਨ ਕਰਦੇ ਜੀ। ਅੰਮ੍ਰਿਤ ਵੇਲੇ ਹੀ ਸੁਣਾਈ ਦਿੰਦਾ। ਪਹਿਲਾਂ ਜਦੋਂ ਸਿਮਰਨ ਬਾਰੇ ਨਹੀਂ ਪਤਾ ਸੀ ਵਾਹਿਗੁਰੂ, ਉਦੋਂ ਕੀਰਤਨ ਸੁਣਦਾ ਹੁੰਦਾ ਸੀ, ਜਿੱਦਾਂ ਕੋਈ ਪਾਠ ਕਰ ਰਿਹਾ ਜਾਂ ਕੀਰਤਨ ਕਰ ਰਿਹਾ ਵਾਹਿਗੁਰੂ। ਤਾਂ ਇਸੇ ਸੁਣਾਈ ਦਿੰਦਾ ਹੈ ਕਿਉਂਕਿ ਅੰਮ੍ਰਿਤ ਵੇਲੇ ਇਸ ਕਰਕੇ, ਕਿਉਂਕਿ ਦੇਖੋ ਵਾਹਿਗੁਰੂ ਆਪਾਂ ਨੂੰ ਨੋਰਮਲੀ ਪਤਾ ਹੈ ਕਿ ਆਪਾਂ ਕਿਸੇ ਵੀ ਚੀਜ਼ ਨੂੰ ਅਗਰ ਸੁਬਹ ਹੀ ਸੁਬਹ ਬਿਲਕੁਲ ਅੰਮ੍ਰਿਤ ਵੇਲੇ ਦਾ ਸਮੇਂ ਕਿਉਂ ਦਿਆ ਹੈ ਸਾਨੂੰ, ਇਸ ਕਰਕੇ ਸਾਨੂੰ ਅੰਮ੍ਰਿਤ ਵੇਲੇ ਦਾ ਸਮੇਂ ਦਿਆ ਹੈ ਕਿਉਂਕਿ ਸਾਡਾ ਮਨ 4 ਪਹਿਰ ਬਾਅਦ ਬੋਡੀ ਦੇ ਵਿੱਚ ਆਉਂਦਾ ਹੈ। ਆਪਣੀ ਤਖਤੀ ਇੱਧਰ ਦੇ ਦਿਨ ਦੇ ਸਮੇਂ ਦੀ ਜੋ ਲੈ ਕੇ ਜਾਂਦਾ ਹੈ ਉਹਨੂੰ ਉੱਧਰ
ਅਕਾਲ ਤਖਤ ਤੋਂ ਲੇਖਾ ਜੋਖਾ ਦੇ ਕੇ ਵਾਪਸ ਆਉਂਦਾ ਹੈ ਸੁਬਹ ਨੂੰ। ਅਦਰ ਬੋਡੀ ਦੇ ਵਿੱਚ ਜਦ ਪ੍ਰਵੇਸ਼ ਹੁੰਦਾ ਹੈ ਤੇ ਉਹਦੇ ਪਾਸ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਵਿਚਾਰ ਰੂਪ ਕੋਈ ਵੀ ਕੁਛ ਚੀਜ਼ ਨਹੀਂ ਹੁੰਦੀ। ਉਹ ਇੱਕਦਮ ਦੀ ਸੁਰਤ ਲਗਭਗ ਨਿਰਵਿਚਾਰ ਹੁੰਦੀ ਹੈ। ਇਸੀ ਕਰਕੇ ਸਾਨੂੰ 3 ਵਜੇ ਦਾ ਅੰਮ੍ਰਿਤ ਦੇ ਵੇਲੇ ਦਾ ਜੋ ਸਮੇਂ ਦਿਆ ਹੈ ਉਹ ਮਾਲਿਕ ਨੂੰ ਜਪਣ ਦਾ ਦਿਆ ਹੈ, ਤਾਂ ਕਿ ਵਿਚਾਰ ਉਸ ਟਾਈਮ ਕਮਜ਼ੋਰ ਕਰਦੇ ਹਨ। ਤੇ ਉਸ ਟਾਈਮ ਸਾਡਾ ਮਨ ਫਿਲਹਾਲ ਸਹਿਜ ਦੇ ਵਿੱਚ ਹੀ ਹੁੰਦਾ ਹੈ। ਉਹਨੂੰ ਦਿਨ ਭਰ ਦੇ ਜੋ ਵਿਚਾਰ ਹੈ ਅਗਰ ਅਸੀਂ ਸ਼ਾਮ ਤੱਕ ਬਹੁਤ ਸਾਰੇ ਵਿਚਾਰ ਇਕੱਠੇ ਕਰ ਲੈਂਦੇ। ਇਸ ਕਰਕੇ ਸਾਨੂੰ ਜੋ ਸਮੇਂ ਦਿਆ ਉਹ ਕਹਿੰਦੇ ਅੰਮ੍ਰਿਤ ਵੇਲੇ ਦਾ ਸੁਬਹ 3 ਵਜੇ ਤੇ ਉੱਠ ਕੇ ਕਰੋ। ਤੇ ਉਸ ਟਾਈਮ ਇੰਨੇ ਜੋ ਵਿਚਾਰ ਹੈ ਤ੍ਰੈਗੁਣਾ ਦੇ ਉਹ ਹਾਵੀ ਨਹੀਂ ਹੁੰਦੇ। ਮਾੜਾ ਮੋਟੇ ਵਿਚਾਰ ਹੁੰਦੇ ਹੈ ਉਹ ਵੀ ਥੋੜ੍ਹੇ ਦੇਰ ਗੁਰਮੰਤਰ ਜਪਣੇ ਦੇ ਬਾਅਦ ਮਨ ਸਹਿਜ ਚਲਾ ਜਾਂਦਾ ਹੈ। ਤੇ ਉਹ ਸਾਡਾ ਟਾਈਮ ਜੋ ਹੈ ਨਿਰਵਿਚਾਰ ਦਾ ਹੁੰਦਾ ਹੈ ਲਗਭਗ। ਤਾਂ ਇਸ ਕਰਕੇ ਸਾਨੂੰ ਜਦ ਸਾਡੀ ਸੁਰਤੀ ਸੁਨਤ ਚਲੀ ਜਾਂਦੀ ਹੈ ਤੇ ਉਹ ਸੁਣ ਲੈਂਦੀ ਹੈ। ਲੇਕਿਨ ਜੋ ਅਸਲੀ ਖੇਲ ਹੈ ਜਿਹਦੇ ਰਾਹੀਂ ਸਾਨੂੰ ਮੁਕਤ ਹੋਣਾ ਹੈ, ਜਿਹਦੇ ਰਾਹੀਂ ਅਸੀਂ ਮਾਲਿਕ ਦੇ ਘਰ ਸਨਮੁਖ ਹੋਏਂਗੇ, ਉਹ ਨਾਮ ਹੈ। ਜਬ ਤੱਕ ਅਸੀਂ ਨਾਮ ਨੂੰ ਸੁਣ ਕੇ ਸੁਣਨਾ 'ਚ ਨਹੀਂ ਜਾਗਦੇ ਤਬ ਤੱਕ ਰੀਅਲ ਜੋ ਖੇਲ ਹੈ, ਜੋ ਮਾਲਿਕ ਦੇ ਸਨਮੁਖ ਅਸੀਂ ਹੋਏਂਗੇ, ਜੋ ਅੰਦਰ ਦਾ ਖੇਲ ਮਾਲਿਕ ਦਾ ਦੇਖेंगे वो ਨਾਮ ਦੇ ਰਾਹੀਂ ਦੇਖेंगे। ਭਾਵੇਂ ਆਪਾਂ ਸੁਣਨ ਦੇ ਵਿੱਚ ਜਾਗ ਜਾਂਦੇ हैं और जैसे कि कुछ अगला टाइम होने वाला है, कुछ गुरमुखा की अवस्था बनती है कि कुछ 1-2 दिन बाद 2-4 दिन बाद कुछ होने वाला है, वो पहले पता चल गया, वो सारियां चीज़ें अलग हैं। लेकिन जो मेन है वो मालिक दे साथ मिलाप, वो नाम दे राही सुरत समाऊगी, नाम दे राही मालिक दे सन्मुख होगी। जो गुरबाणी गुरु दे विच सानू स्पेशली सोझी दी गई है मिलाप दी, वो मेन खेल है। ਉਹ ਬਾਕੀ ਮਾਲਿਕ ਦੇ ਘਰ ਨੂੰ ਜਾਂਦੇ ਹੋਏ ਜੋ ਸਾਨੂੰ ਇਨਫੋਰਮੇਸ਼ਨ ਅੱਧਰ ਖੇਲਣੇ ਦੀ, ਜਿਵੇਂ ਕਿ ਸਾਨੂੰ ਅੱਧਰ ਦੀਆਂ ਜਾਣਕਾਰੀਆਂ ਵੀ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਹੈ ਤੇ ਉਹਨਾਂ ਦੇ ਵਿੱਚ ਸਾਨੂੰ ਉਲਝਣਾ ਨਹੀਂ ਹੁੰਦਾ। ਉਹਨਾਂ ਨੂੰ ਅਸੀਂ ਹੁਕਮ ਦੇ ਵਿੱਚ ਰਹਿ ਕੇ ਬਸ ਮਾਲਿਕ ਨੂੰ ਸੌਂਪ ਦੇਣਾ ਹੁੰਦਾ ਹੈ। ਉਹਨਾਂ ਨੂੰ ਯੂਜ਼ ਨਹੀਂ ਸਾਨੂੰ ਕਰਨਾ ਹੁੰਦਾ। ਤਾਂ ਕੇਵਲ ਔਰ ਕੇਵਲ ਸਾਨੂੰ ਨਾਮ ਦੀ ਭਗਤੀ ਕਰਨੀ ਹੈ, ਨਾਮ ਨੂੰ ਸੁਣ ਕੇ ਮਾਲਿਕ ਦੇ ਸਨਮੁਖ ਹੋਣਾ ਹੈ। ਠੀਕ ਹੈ ਜੀ। ਹਾਂਜੀ ਹਾਂਜੀ, ਵਾਹਿਗੁਰੂ ਜੀ ਹਾਂਜੀ, ਕਾ ਗੁਰਮੁਖ ਖਾਲਸਾ। ਦਾ ਕੁਐਸਚਨ ਹੋਵੇ ਤਾਂ ਕਰ ਸਕਦੇ, ਨਹੀਂ ਤਾਂ ਫਿਰ ਭੈਣ ਜੀ ਨੂੰ ਕਹੀਏ ਫਿਰ ਸ਼ੁਰੂ ਕਰਨਗੇ ਕਥਾ ਜੀ। ਜਕਣਾ ਨਹੀਂ ਗੁਰਮੁਖੋ ਕਰੋ, ਕਿਉਂਕਿ ਅਸੀਂ ਫੋਨਾਂ ਤੇ ਪੁੱਛਦੇ ਰਹਿੰਦੇ ਇੱਕ ਦੂਜੇ ਨੂੰ, ਮੈਨੂੰ ਆਹ ਦੱਸੋ ਮੈਨੂੰ ਆਹ ਦੱਸੋ। ਇਸ ਵੇਲੇ ਭੈਣ ਜੀ ਹਾਜ਼ਰਾ, ਤੁਹਾਡੇ ਬੋਲਣ ਤੇ ਕੁਛ ਸਾਡੇ ਵਰਗਿਆਂ ਨੂੰ ਵੀ ਹੋਰ ਸੋਝੀ ਆਊਗੀ। ਜੇ ਕਿਸੇ ਦਾ ਵੀ ਕੋਈ ਹੋਰ ਕੁਐਸਚਨ ਹੈ ਉਹ ਜ਼ਰੂਰ ਬੋਲੋ ਜੀ। ਹਾਂਜੀ ਵਾਹਿਗੁਰੂ, ਵੈਸੇ ਤਾਂ ਮੈਂ ਬੀਬੀ ਮਾਨ ਕੌਰ ਜੀ ਤੋਂ ਪੁੱਛ ਚੁੱਕੀ ਹਾਂ ਇਹ ਕੁਐਸਚਨ ਮੇਰਾ ਜੋ ਵੀ ਹੈਗਾ ਵਾਹਿਗੁਰੂ। ਲੇਕਿਨ ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਸੰਗਤ ਦੇ ਵਿੱਚ ਪੁੱਛਾਂ ਤਾਂ ਕਿ ਉਹ ਦੂਜਿਆਂ ਮੇਰੇ ਭੈਣ ਭਰਾਵਾਂ ਨੂੰ ਵੀ ਲਾਹਾ ਮਿਲ ਸਕੇ ਵਾਹਿਗੁਰੂ, ਤਾਂ ਮੈਂ ਪੁੱਛ ਲੈਂਦੀ ਹਾਂ। ਤੁਸੀਂ ਮੈਨੂੰ ਦੱਸ ਦਿਓ ਵਾਹਿਗੁਰੂ। ਹਾਂਜੀ, ਰਿਪੀਟ ਕਰੋ ਜੀ, ਜ਼ਰੂਰ ਕਰੋ। ਹਾਂਜੀ ਹਾਂਜੀ ਵਾਹਿਗੁਰੂ। ਵਾਹਿਗੁਰੂ ਵੈਸੇ ਤਾਂ ਮਤਲਬ ਸਿਮਰਨ ਕਰਦੇ ਹੋਏ ਵਾਹਿਗੁਰੂ ਜੀ ਨੇ ਬੜੀ ਕਿਰਪਾ ਆ। ਤੇ ਮਤਲਬ ਜਦੋਂ ਅੱਖਾਂ ਬੰਦ ਕਰਕੇ ਆਪਾਂ ਸੋਨੇ 'ਚ ਧਿਆਨ ਲਾਉਂਦੇ ਹਾਂ ਵਾਹਿਗੁਰੂ, ਮਤਲਬ ਉਹ ਅਵਸਥਾ ਥੋੜੀ ਨਹੀਂ ਬਣਦੀ। ਜਦੋਂ ਆਪਾਂ ਅੱਖਾਂ ਖੋਲ ਕੇ ਥੋੜਾ ਦ੍ਰਿਸ਼ਟੀ ਨੂੰ ਘੱਟ ਕਰਕੇ ਤੇ ਸਮ ਦ੍ਰਿਸ਼ਟੀ ਕਰਕੇ ਬਾਹਰ ਖਾਲੀ ਖਿਲਾਰ 'ਚ ਧਿਆਨ ਲਾਈਦਾ ਵਾਹਿਗੁਰੂ। ਤੇ ਉਦੋਂ ਨਾ ਮਤਲਬ ਕਿ ਪਹਿਲਾਂ ਤਾਂ ਧੁੰਦ, ਥੋੜਾ ਜਿਹਾ ਧੁੰਦ ਦਾ ਗੋਲਾ ਜਿਹਾ ਬਣਦਾ ਆ। ਤੇ ਉਸ ਤੋਂ ਬਾਅਦ ਜੀ ਥੋੜਾ ਜਿਹਾ ਮਤਲਬ ਨਾ ਕੰਧ ਦੇ ਉੱਪਰ ਲਸ਼ਕੋਰ ਪੈਂਦੀ ਆ, ਜਿਵੇਂ ਕਿ ਆਪਾਂ ਸੂਰਜ ਦੇ ਸਾਹਮਣੇ ਕੋਈ ਸ਼ੀਸ਼ਾ ਰੱਖਿਆ ਹੁੰਦਾ ਤੇ ਉਹ ਚਮਕਦਾ ਆ ਵਾਹਿਗੁਰੂ, ਓਦਾਂ ਦੀ ਲਸ਼ਕੋਰ ਪੈਂਦੀ ਆ। ਫਿਰ ਵਾਹਿਗੁਰੂ ਉਹ ਕਈ ਵਾਰ ਛੋਟੀ, ਕਈ ਵਾਰ ਵੱਡੀ, ਕਈ ਵਾਰ ਇੱਧਰ ਕਈ ਵਾਰ ਉੱਧਰ ਜਾਂਦੀ ਆ। ਤੇ ਫਿਰ ਵਾਹਿਗੁਰੂ ਉਹਦੇ ਚੋਂ ਸੁਨਹਿਰੀ ਰੰਗ ਦਾ ਛੋਟਾ ਜਿਹਾ ਪ੍ਰਕਾਸ਼ ਬੜਾ ਹੀ ਸੋਹਣਾ ਉਹ ਆ ਜਾਂਦਾ, ਫਿਰ ਚਲਾ ਜਾਂਦਾ, ਫਿਰ ਆ ਜਾਂਦਾ, ਫਿਰ ਚਲਾ ਜਾਂਦਾ। ਉਹ ਵਾਹਿਗੁਰੂ ਜੀ ਮੈਨੂੰ ਅੱਖਾਂ ਖੋਲ ਕੇ ਉਹਨਾਂ ਦੇ ਦਰਸ਼ਨ ਹੁੰਦੇ ਆ। ਵੈਸੇ ਬੀਬੀ ਮਾਨ ਕੌਰ ਜੀ ਨੇ ਇਸ ਬਾਰੇ ਵੀ ਮੇਰੇ ਨਾਲ ਵਿਚਾਰ ਵਾਹਿਗੁਰੂ ਜੀ ਮੈਂ ਕਰ ਲਈ ਉਹਨਾਂ ਨਾਲ, ਪਰ ਸੰਗਤ ਦੇ ਵਿੱਚ ਉਹ ਵੀ ਦੂਜੇ ਵੀ ਲਾਹਾ ਲੈ ਸਕਣ ਭੈਣ ਭਰਾ ਮੇਰੇ, ਤਾਂ ਕਰਕੇ ਵਾਹਿਗੁਰੂ ਜੀ ਕੁਐਸਚਨ ਹੈ ਮੇਰਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰਮੁਖੋ, ਜਿਵੇਂ ਕਿ ਆਪਾਂ ਨੇ ਪਿਛਲੀ ਵਾਰ ਵਿਚਾਰ ਵੀ ਕੀਤੀ थी, ਹੁਣੇ ਕੁछ टाइम पहले विचार हुई थी कि जो ਆਪਾਂ ਦੀ ਵਰਤੀ ਬਣੀ ਹੋਈ ਹੈ ਵਾਹਿਗੁਰੂ, ਉਹ ਨੇਤਰ ਬੰਦ ਕਰਕੇ ਇੰਨੀ ਜਲਦੀ ਛੇਤੀ ਆਪਣਾ ਮਨ ਸੁਣਨ ਦੇ ਵਿੱਚ ਆਸਣ ਲਾਉਂਦਾ ਨਹੀਂ। ਇਸ ਕਰਕੇ ਸਾਨੂੰ ਜੋ ਸਿਖਾਇਆ ਜਾ ਰਿਹਾ ਹੈ ਉਹ ਮੇਨ ਯਾ ਹੈ। ਸਭ ਤੋਂ ਪਹਿਲਾ ਪੁਆਇੰਟ ਅਸੀਂ ਇੱਕ ਕਲੀਅਰ ਕਰਾਂਗੇ ਵਾਹਿਗੁਰੂ ਕਿ ਜਬ ਤੱਕ ਸਾਡੀਆਂ ਸਵਾਸਾਂ ਸਮ ਨਹੀਂ ਹੋਣੀਆਂ ਤਬ ਤੱਕ ਸਾਡਾ ਸੁਣਨ ਦੇ ਵਿੱਚ ਆਸਣ ਨਹੀਂ ਲੱਗਣਾ। ਉਸ ਤੋਂ ਬਾਅਦ ਜਦ ਸਾਡੀਆਂ ਸਵਾਸਾਂ ਸਮ ਹੋ ਗਈਆਂ, ਸਵਾਸਾਂ ਸਮ ਦਾ ਭਾਵ ਹੈ ਕਿ ਅਸੀਂ ਸਤੋਗੁਣੀ ਹੱਟ ਤੋਂ ਪਹੁੰਚ ਗਏ। ਸਾਡੇ ਸਾਥ ਵਿਚਾਰ ਧੱਕਾ ਨਹੀਂ ਕਰਦੇ, ਅਸੀਂ ਸਤੋਗੁਣੀ ਹੱਟ ਤੇ ਬੈਠ ਗਏ। ਸਤੋਗੁਣੀ ਹੱਟ ਤੋਂ ਬਾਅਦ ਅਸੀਂ ਨਾਮ ਨੂੰ ਸੁਣਦੇ ਹਾਂ।
ਠੀਕ ਹੈ ਜੀ। ਫਿਰ ਜਿਵੇਂ ਕਿ ਆਪਾਂ ਕੰਮ ਕਾਜ ਕਰਦੇ ਹਾਂ ਉਸ ਟਾਈਮ ਸਾਡੀ ਸੁਰਤ ਆਪਾਂ ਨੇ ਨੇਤਰ ਘਟ ਕਰ ਲਈਏ। ਜਦੋਂ ਆਪਾਂ ਨੇਤਰ ਘਟ ਕਰਦੇ ਹਾਂ ਜਿਹਨੂੰ ਕਿ ਆਪਾਂ ਸਪੇਸ ਬੋਲਦੇ ਹਾਂ, ਉਹਦੇ ਵਿੱਚ ਸਾਡੀ ਸੁਰਤੀ ਇੱਕ ਦ੍ਰਿਸ਼ਟ ਹੋ ਜਾਂਦੀ ਹੈ, ਚੰਦ ਸੂਰਜ ਸਮ ਹੋ ਜਾਂਦੇ हैं। जब अपनियां ਸਵਾਸਾਂ ਸਮ ਹੈ ਤੋ ਜੇ ਆਪਾਂ ਨੂੰ ਵਿਚਾਰ ਆਈ ਜਾ ਰਹੇ हैं और ਆਪਾਂ ਘਟ ਦ੍ਰਿਸ਼ਟ ਕਰਨ ਦੀ ਜ਼ਰੂਰਤ ਕਰ ਰਹੇ हैं ਤੇ ਫਿਰ ਉਹ ਗੱਲ ਨਹੀਂ ਬਣਨੀ। ਪਹਿਲੇ ਅਗਰ ਸਾਨੂੰ ਸਾਡਾ ਮਨ ਸਹਿਜ 'ਚ ਹੈ, ਆਪਣੇ ਆਪ ਨੂੰ ਖੁਦ ਨੂੰ ਹੀ ਪਤਾ ਚੱਲ ਜਾਊਗਾ ਕਿ ਅਸੀਂ ਸਹਿਜ 'ਚ ਹੈ ਜਾਂ ਨਹੀਂ। ਜੇ ਸਾਨੂੰ ਵਿਚਾਰ ਨਹੀਂ ਆ ਰਹੇ ਅਸੀਂ ਸਹਿਜ ਦੇ ਵਿੱਚ ਹੈ। ਤੇ ਨੋਰਮਲੀ ਅਗਰ ਅਸੀਂ ਅੱਖਾਂ ਨੂੰ ਹਲਕਾ ਜਿਹਾ ਇਸ਼ਾਰਾ ਦੇਂਗੇ ਤੇ ਆਪਣੇ ਆਪ ਹੀ ਸੁਣ ਦੇ ਵਿੱਚ ਸਾਡੀ ਸੁਰਤੀ ਜਾ ਕੇ ਬਹਿ ਜਾਊਗੀ। ਨੇਤਰ ਖੋਲ ਕੇ ਆਪਾਂ ਲਾ ਸਕਦੇ ਹਾਂ ਕਿਉਂਕਿ ਸਾਨੂੰ ਨੇਤਰ ਖੋਲ ਕੇ ਹੀ ਦੇਖਣੇ ਦੀ ਵਰਤੀ ਬਣੀ ਹੋਈ ਹੈ। ਫਿਰ ਅਸੀਂ ਉੱਥੇ ਦੇਖੀ ਜਾਂਦੇ ਹਾਂ ਉਹਨੂੰ ਦੇਖਣੇ ਦੇ ਸਾਥ ਸਾਥ ਮਾਇਆ ਪਰੇ ਹੋ ਜਾਂਦੀ ਹੈ ਔਰ ਸਪੇਸ ਦੇ ਵਿੱਚ ਜੋ ਮਾਲਿਕ ਆਪ ਸੁਣ ਦੇ ਵਿੱਚ ਬੈਠੇ ਹੋਏ ਹੈ ਉਹ ਉਸ ਤਰੀਕੇ ਦੇ ਪ੍ਰਕਾਸ਼ ਰੂਪ ਦੇ ਵਿੱਚ ਲਸਕੋਰ ਸਾਡੀ ਤਰਫ ਸਾਡੇ ਮਨ ਜੋ ਅੱਖਾਂ ਦੇ ਵਿੱਚ ਜੋਤ ਰੱਖੀ ਹੋਈ ਹੈ ਮਨ ਦੀ ਉਸ ਤਰਫ ਸਾਨੂੰ ਮਹਿਸੂਸ ਹੁੰਦੀ ਹੈ। ਤੇ ਇਸ ਕਰਕੇ ਆਪਾਂ ਨੂੰ ਗੁਰੂ ਜੋ ਗੁਰਮੁਖ ਹੈ ਉਹ ਸੋਝੀ ਦਿੰਦੇ ਕਿ ਵੀ ਇੱਕ ਦ੍ਰਿਸ਼ਟ ਹੋ ਕੇ ਵਿਚਰਨਾ ਚਾਹੀਏ ਦਿਨ ਦੇ ਸਮੇਂ ਦੇ ਵਿੱਚ ਤਾਂ ਕਿ ਵਿਚਾਰ ਮਾਇਆ ਸਾਨੂੰ ਨਾ ਜ਼ਿਆਦਾ ਅਟੈਚ ਕਰ ਸਕੇ ਔਰ ਅਸੀਂ ਸੁਣ ਦੇ ਵਿੱਚ ਆਸਣ ਲਾਣਾ ਵੀ ਸਿੱਖ ਜਾਵਾਂ। ਜਿਵੇਂ ਅਸੀਂ ਦ੍ਰਿਸ਼ਟਮਾਨ ਰੂਪ ਦੇ ਵਿੱਚ ਵਿਚਰਦੇ ਹਾਂ ਦਿਨ ਦੇ ਸਮੇਂ ਦੇ ਵਿੱਚ ਅਗਰ ਅਸੀਂ ਘਟ ਦ੍ਰਿਸ਼ਟ ਕਰਕੇ ਵਿਚਰਾਂਗੇ ਲੇਕਿਨ ਇਹ ਚੀਜ਼ ਨੂੰ ਫੇਰ ਇੱਕ ਵਾਰ ਰਿਪੀਟ ਅਸੀਂ ਦੁਬਾਰਾ ਕਰਦੇ ਹਾਂ ਕਿ ਜਬ ਤੱਕ ਗੁਰਮੰਤਰ ਦੇ ਰਾਹੀਂ ਸਵਾਸਾਂ ਸਮ ਨਹੀਂ ਹੋਣੀਆਂ ਤਬ ਤੱਕ ਇੱਕ ਦ੍ਰਿਸ਼ਟ ਨਹੀਂ ਹੋਇਆ ਜਾਣਾ। ਜਬ ਤੱਕ ਚੰਦ ਸੂਰਜ ਸਮ ਨਹੀਂ ਹੋ ਸਕਦੇ ਜਬ ਤੱਕ ਕਿ ਸਾਡੀਆਂ ਸਵਾਸਾਂ ਸਮ ਨਹੀਂ ਹੋਣੀਆਂ। ਜਦ ਸਵਾਸਾਂ ਸਮ ਹੋਏਗੀਆਂ ਤਾਂ ਸਾਡੀ ਜੋ ਜੋਤ ਅੱਖਾਂ ਦੇ ਵਿੱਚ ਰੱਖੀ ਹੋਈ ਹੈ ਖੱਬੀ ਸੱਜੀ ਅੱਖ ਨੂੰ ਚੰਦ ਸੂਰਜ ਦੇ ਨਾਮ दिए गए हैं। जब वो बराबर हो जाएंगे तब जाके उन्होंने एक जगह एक दृष्ट होना है। दोनों ने मन की जोत एक साथ बाहर सोनू ਦੇ ਵਿੱਚ ਅਟੈਚਮੈਂਟ ਇੱਕ ਸਾਥ ਹੋ ਜਾਊਗਾ। ਫਿਰ ਆਪਾਂ ਮਾਲਿਕ ਦੇ ਦਰਸ਼ਨ ਕਰ ਸਕਦੇ ਹਾਂ। नेत्र खोल के भी कर सकते हैं और नेत्र बंद करके भी कर सकते हैं लेकिन प्रपख नेत्र खोल के ਆਪਾਂ ਕਰਦੇ ਹਾਂ ਕਿਉਂਕਿ ਵਾਹਿਗੁਰੂ ਜਾਂ ਕੋਈ ਸਮੇਂ ਦਾ ਇਹਦੇ ਵਿੱਚ ਕੁਛ ਨਹੀਂ ਹੈਗਾ ਕਿ ਅਸੀਂ 5 ਮਿੰਟ ਅੱਖ ਬਣਾਵੇਂ ਜਾਂ 10 ਮਿੰਟ 15 ਮਿੰਟ 20 ਮਿੰਟ ਨਹੀਂ। ਆਪਾਂ ਨੂੰ ਬਹੁਤ 3 ਯੁੱਗ ਔਰ ਚੌਥਾ ਵੀ ਕਿਤਨਾ ਚਲਾ ਗਿਆ ਇਤਨਾ ਟਾਈਮ ਹੋ ਗਿਆ ਖੁੱਲੀਆਂ ਅੱਖਾਂ ਤੋਂ ਵਿਚਰਦੇ ਹੋਏ ਆਕਾਰਾਂ ਨੂੰ ਕੈਚ ਕਰਦੇ ਹੋਏ। ਤੋ ਸੁਣ ਦੇ ਵਿੱਚ ਇਤਨੀ ਛੇਤੀ ਆਸਨ ਕੈਸੇ ਬੰਦ ਜਾਊਗਾ। ਉਹਦੇ ਲਈ ਵੀ ਸਾਨੂੰ ਉਹ ਸਾਰਾ ਕੁਛ ਕਰਨਾ ਪੜੂਗਾ ਜੁਗਤੀਆਂ ਵਿਧੀਆਂ ਲਾਣੀਆਂ ਪੜੇਗੀਆਂ ਉਸ ਤਰੀਕੇ ਤੇ ਵਿਚਰਨਾ ਪੜੂਗਾ ਉਸ ਤੋਂ ਕੰਮ ਕਰਨਾ ਪੜੂਗਾ ਮਨ ਨੂੰ ਮਨਾਣਾ ਪੜੂਗਾ। ਜਬ ਤੱਕ ਮਨ ਨਹੀਂ ਮੰਨਦਾ ਤਬ ਤੱਕ ਗੱਲ ਨਹੀਂ ਬਣਨੀ। ਜਬ ਤੱਕ ਮਨ ਉੱਥੇ ਨਹੀਂ ਆਪਣੇ ਆਪ ਨੂੰ ਮਨ ਨੂੰ ਮਨਾ ਲੈਂਦਾ ਜਬ ਤੱਕ ਅੰਮ੍ਰਿਤ ਰਸ ਨਹੀਂ ਆਣਾ। ਤੋ ਇਸ ਕਰਕੇ ਸਾਨੇ ਉੱਥੇ ਆਪਣੇ ਮਨ ਨੂੰ ਬਿਠਾ ਕੇ ਉੱਥੇ ਬੈਠ ਕੇ ਅਸੀਂ ਨਾਮ ਵੀ ਸੁਣ ਸਕਦੇ ਹਾਂ। ਨਾਮ ਦੇ ਸਾਥ ਅੰਮ੍ਰਿਤ ਦੀ ਵਰਖਾ ਵੀ ਹੋ ਰਹੀ ਹੈ ਉਹ ਅੰਮ੍ਰਿਤ ਵੀ ਅਸੀਂ ਸਾਡੀ ਸੁਰਤ ਪੀ ਸਕਦੀ ਹੈ। ਲੇਕਿਨ ਜਬ ਸਾਡਾ ਮਨ ਮੰਨ ਜਾਊਗਾ ਜਬ ਸਾਨੂੰ ਸੰਗ ਕੇ ਚਲੇ ਜਾਏंगे ਜੇ ਸਾਨੂੰ ਵਾਰ-ਵਾਰ ਪਿੱਛੇ ਤੇ ਵਿਚਾਰ ਖਿੱਚੀ ਜਾਂਦੇ हैं ਤੇ ਸੁਣ ਦੇ ਵਿੱਚ ਆਸਨ ਨਹੀਂ ਬੰਦਣਾ। ਸੁਣ ਦੇ ਵਿੱਚ ਆਸਨ ਹੀ ਤਾਂ ਬੰਦੂਗਾ ਸਹਿਜ ਗੁਫਾ ਤੇ ਆਸਨ ਬੰਧਿਆ। ਉਹ ਕਹਿੰਦੇ ਆਸਨ ਹੀ ਤਾਂ ਬੰਦੂਗਾ ਜਦ ਅਸੀਂ ਨਿਰਵਿਚਾਰ ਹੋਏਂਗੇ। ਜੇ ਸਾਨੂੰ ਵਾਰ-ਵਾਰ ਪਿੱਛੇ ਦੇ ਤ੍ਰੈ ਗੁਣਾ ਦੇ ਵਿਚਾਰ ਖਿੱਚੀ ਜਾਂਦੇ ਸਾਡੇ ਸਾਥ ਧੱਕਾ ਕਰੀ ਜਾਂਦੇ ਤੇ ਵਾਹਿਗੁਰੂ ਅਸੀਂ ਹੁਣੇ ਪੂਰੀ ਤਰ੍ਹਾਂ ਤਿਆਰ ਨਹੀਂ ਹੋਏ ਸੁਣ ਦੇ ਵਿੱਚ ਬੈਠਣ ਦੇ ਲਈ। ਸਹਿਜ ਦੇ ਵਿੱਚ ਸੁਣ ਦੇ ਵਿੱਚ ਤਾਂ ਬੈਠਾ ਜਾਊਗਾ ਜਦ ਤ੍ਰੈ ਗੁਣਾ ਦੀ ਜੋ ਮੈਲ ਲੱਗੀ ਹੋਈ ਹੈ ਉਹ ਮਨ ਬਿਲਕੁਲ ਸਾਫ਼ ਹੋ ਜਾਊਗਾ ਔਰ ਨਦਰ ਨੀਚੇ ਜੋ ਨਾਭੀ ਤੇ ਲੈ ਕੇ ਨਕਲੀ ਨੋਕ ਦਾ ਜਿੱਥੇ ਪੌਣ ਪ੍ਰਵੇਸ਼ ਕਰਦੀ ਉਹ ਜੋ ਏਰੀਆ ਹੈ ਉਹਨੂੰ ਕ੍ਰੋਸ ਕਰਕੇ ਸੁਣ ਦੇ ਵਿੱਚ ਜਦ ਜਾ ਕੇ ਬੈਠੂਗਾ ਉੱਥੇ ਨਾਮ ਨੂੰ ਸੁਣੂਗਾ ਔਰ ਉੱਥੇ ਨਾਮ ਨੂੰ ਸੁਣ ਕੇ ਫਿਰ ਇਸ਼ਨਾਨ ਕਰੂਗਾ। ਉਹਨੂੰ ਅੰਮ੍ਰਿਤਸਰ ਦਾ ਨਾਮ ਗੁਰਬਾਣੀ ਦੇ ਵਿੱਚ ਦਿਆ ਗਿਆ ਹੈ। ਫਿਰ ਜਦ ਉਹ ਤ੍ਰੈ ਗੁਣਾ ਦੀ ਜੋ ਵੀ ਉਹਨੂੰ ਮਾੜੀ ਮੋਟੀ ਮੈਲ ਰਹਿ ਜੂ ਉਹ ਬਿਲਕੁਲ ਸਾਫ਼ ਸੁਥਰਾ ਨਿਰਮਲ ਹੋ ਜਾਊਗਾ ਚਿੱਟਾ ਜਬ ਮਾਲਿਕ ਦੇ ਸਨਮੁਖ ਹੋਊਗਾ। डायरेक्टली मालिक ਦੇ ਸਨਮੁਖ ਨਹੀਂ ਹੋ ਸਕਦਾ। ਗੰਦਾ ਗੁੰਦਾ ਨਹੀਂ ਮਾਲਿਕ ਦੇ ਸਾਹਮਣੇ ਜਾ ਸਕਦਾ। ਮਾਲਿਕ ਦੇ ਸਾਹਮਣੇ ਵੈਸਾ ਜਾਊਗਾ ਜੈਸਾ ਮਾलिक ਦੇ घर ਤੇ ਆਇਆ था। मालिक ਦੇ घर ਤੇ ਪਰਮਹੰਸ ਆਇਆ था ਤੇ ਪਰਮਹੰਸ ਚਿੱਟਾ ਖਾਲਸਾ ਹੋ ਕੇ ਮਾਲਿਕ ਦੇ ਸਨਮੁਖ ਹੋਊਗਾ। ਮੈਲਾ ਮੁੱਲਾ ਨਹੀਂ ਹੋ ਸਕਦਾ। ਮਾੜੇ ਮੋਟੇ ਵਿਚਾਰ ਵੀ ਹੈ ਤਾਂ ਵੀ ਮਾਲਿਕ ਦੇ ਸਨਮੁਖ ਨਹੀਂ ਹੋ ਸਕਦਾ। ਇਸ ਕਰਕੇ ਸਾਨੇ ਪਹਿਲੇ ਆਪਣੇ ਆਪ ਦੇ ਮਨ ਦੀ ਸਫਾਈ ਬਿਲਕੁਲ ਕਲੀਅਰ ਕਰਕੇ ਗੁਰਮੰਤਰ ਦੇ ਰਾਹੀਂ ਨਾਮ ਨੂੰ ਸੁਣ ਕੇ ਇਹਨੂੰ ਬਿਲਕੁਲ ਚਿੱਟਾ ਬਿਲਕੁਲ ਪਿਓਰ ਖਾਲਸਾ ਬਣਾ ਲੈਣਾ ਹੈ ਤਾਂ ਮਾਲਿਕ ਦੇ ਅੱਗੇ ਸਨਮੁਖ ਹੋਊਗਾ। ਜੋ ਆਪਾਂ ਨੂੰ ਗੁਰੂ ਦੀ ਪਦਵੀ ਦੀ ਗਈ ਹੈ ਸ਼ਬਦ ਗੁਰੂ ਉਹਨਾਂ ਨੇ ਫਿਰ ਸਾਨੂੰ ਮਾਲਿਕ ਦੇ ਸਤਿਗੁਰੂ ਦੇ ਸਨਮੁਖ ਕਰਨਾ ਹੈ।
ਤੇ ਉਹ ਆਪਾਂ ਦ੍ਰਿਸ਼ਟਮਾਨ ਰੂਪ ਦੇ ਵਿੱਚ ਵਿਚਰਦੇ ਹਾਂ ਤੇ ਉਹਦੇ ਵਿੱਚ ਰਹਿ ਕੇ ਆਪਾਂ ਨੂੰ ਭਗਤੀ ਕਰਨਾ ਸਿੱਖਣਾ ਹੈ, ਨਾਮ ਨੂੰ ਸੁਣਨਾ ਹੈ, ਨਾਮ ਦੇ ਰਾਹੀਂ ਮਨ ਨੂੰ ਨਿਰਮਲ ਕਰਨਾ ਹੈ, ਗੁਰੂ ਮੰਤਰ ਦੇ ਰਾਹੀਂ ਮਨ ਦੀ ਮੈਲ ਨੂੰ ਲਾਣਾ ਹੈ, ਫਿਰ ਧਿਆਨ ਦੀ ਅਵਸਥਾ 'ਚ ਜਾਣਾ ਹੈ। डायरेक्टली ध्यान की अवस्था 'ਚ ਆਪਾਂ नहीं जा सकते। ध्यान की अवस्था 'ਚ ਆਪਾਂ ਤਾਂ ਜਾएंगे जब अपने आप ਨੂੰ लगी हुई मैल ਨੂੰ गुरु मंत्र ਦੇ ਰਾਹੀਂ बिल्कुल साफ कर देंगे। जब तक साड़ा मन स्थिर हो के टिक के नहीं बैठ जाता तब तक नहीं मालिक ਦੇ ਅੱਗੇ पेश हो सकता। ठीक है जी वाहिगुरू। ਵਾਹਿਗੁਰੂ ਜੀ ਕੋਈ ਹਾਂਜੀ ਸੰਗਤ ਵਾਹਿਗੁਰੂ, ਨਵੀਂ ਹਾਂਜੀ ਹੈਗੀ ਆ? ਹਾਂਜੀ ਬੋਲੋ ਭੈਣ ਜੀ ਤੁਸੀਂ। ਹਾਂਜੀ ਮੈਂ ਨਵੀਂ हाँ ਹੋਈ जी, ਆ वाहिगुरू ਵਾਹਿਗੁਰੂ। जी का खालसा वाहिगुरू जी की फतेह। ਹਾਂਜੀ ਭੈਣ ਕੋਈ ਸੰਗਤ ਨਵੀਂ ਹੈਗੀ ਆ, ਤੁਸੀਂ ਯੂਜ਼ ਕੀਤਾ ਸੀ ਸ਼ਬਦ ਕੁਝ ਵਰਤਿਆ ਇਹਦੇ ਵਿੱਚ ਬੋਲਣ ਦੇ ਵਿੱਚ ਮਾਨਕੌਰ ਜੀ कि जब तक श्वास शाम नहीं हो जाते। हाँ श्वास जी, शाम वो गुरुमुख आवाज कैसे सुन हो, रही है जी? वो कौन सा तरीका है और यो क्या उसका कैसे कसवट्टी है जो हमें मालूम हो जाए कि हमारे श्वास है जो वो सम हो गए हैं, ये बताइए प्लीज संगतन। जी 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 वाहिगुरू, सानू आवाज नहीं सुनी, दोबारा बोलो वाहिगुरू। हाँ जी ऐसे दोबारा बोलते हैं जी। आपने कई बार 2-3 बार इस अभी अभी शब्द बरत्या है कि श्वास सम हो जाएंगे तो ही आगे का खेल चलेगा। श्वास सम कैसे होते हैं और किसके हो गए हैं, ये हमें कैसे मालूम कि हमारे श्वास अब सम हो गए हैं या नहीं हुए, ये हमें कैसे मालूम होएगा? वाहिगुरू, श्वास सम हो गए इस चीज़ का भेद सानू तां आऊगा जो साड़ा मन है वो कदी रजोगुणी ਆਪਾਂ ਖੁਦ ਟੈਸਟ ਆਪਾਂ ਕਰ ਸਕਦੇ ਹਾਂ, ਕਿਉਂਕਿ ਆਪਾਂ ਨੂੰ ਦ੍ਰਿਸ਼ਟਮਾਨ ਰੂਪ ਦੇ ਵਿੱਚ ਜੋ ਆਪਾਂ ਵਿਚਰਦੇ ਹਾਂ ਉਹਦੀ ਨੌਲੇਜ ਆਪਾਂ ਸਾਰਿਆਂ ਨੂੰ ਹੀ ਹੈਗੀ, ਭਾਵੇਂ ਆਪਾਂ ਸੁਖਮ ਦੀ ਹੈ ਜਾਂ ਨਹੀਂ ਹੈ, ਲੇਕਿਨ ਦ੍ਰਿਸ਼ਟਮਾਨ ਦੀ ਪੂਰੀ ਤਰੀਕੇ ਤੇ ਹੈ। ਅਗਰ ਆਪਾਂ ਨੂੰ ਰਜੋਗੁਣੀ ਵਿਚਾਰ ਆ ਰਹੇ ਹੈ, ਮਾੜਾ ਮੋਟਾ ਵੀ ਵਿਚਾਰ ਆ ਰਿਹਾ ਹੈ ਤੇ ਵਾਹਿਗੁਰੂ ਹੁਣੇ ਸਾਡੀ ਸਵਾਸ ਸਮ ਨਹੀਂ ਹੋਈ, ਉਹਨੂੰ ਆਪਾਂ ਨੂੰ ਕਿਸ ਤਰੀਕੇ ਤੇ ਉਸ ਟਾਈਮ ਆਸਨ ਬੰਧਨਾ ਹੁੰਦਾ ਹੈ। ਸਾਨੂੰ ਸਿਖਾਇਆ ਗਿਆ ਹੈ, ਗੁਰਮੁਖਾਂ ਨੇ ਬਤਾਇਆ ਹੈ ਕਿ ਜਿਵੇਂ ਕਿ ਤੁਹਾਨੂੰ ਅਸੀਂ ਗੁਰਮੰਤਰ ਜਪਦੇ 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 ਸਲੋ ਹੋਣਾ ਸ਼ੁਰੂ ਹੋ ਗਏ, ਸਲੋ ਹੁੰਦੇ ਹੁੰਦੇ ਉਹਦੇ ਵਿੱਚ ਨਾ ਥੋੜਾ ਇੱਕ ਫਿਰ ਅਸੀਂ ਵਿਚਾਰ ਖੋਲेंगे ਉਹਦੇ ਵਿੱਚ जब गुरुमंत्र ਅਸੀਂ जपें उस टाइम साड़ा अपना रोल नहीं होना चाहिए। कहने तो भाव है कि भाव नहीं होना चाहिए साड़ा अपना कुछ अलग थे, सिर्फ सानू इतना होना चाहिए कि वाहिगुरु गुरुमंत्र की आवाज़ गूंज रही है, जो बोल रहे हैं केवल उन्होंने सुनना है, उन्होंने सुनते सुनते उहदे विच मगन हो जाओ, भुल जाना है कि और कुछ भी किते कुछ हो रहा है, कुछ नहीं, सिर्फ एक ही अंदर होना चाहिए वाह गुरु वाह गुरु, ਉਹਦੇ ਵਿੱਚ ਪ੍ਰੋਪਰ ਉਹਦੇ ਵਿੱਚ ਹੀ ਬਿਠਾਣਾ, ਸੁਰਤੀ ਨੂੰ ਉਹਦੇ ਵਿੱਚ ਲੈ ਜਾਣਾ। ਥੋੜੀ ਦੇਰ ਵੀ ਤੇਜ਼ ਕਰਕੇ ਇਸ ਤਰੀਕੇ ਤੇ ਜਦ ਸਿਮਰਨ ਹੋਊਗਾ ਉਸ ਤੋਂ ਬਾਅਦ ਆਪਣੇ ਆਪ ਹੀ ਆਵਾਜ਼ ਘਟਣੀ ਸ਼ੁਰੂ ਹੋ ਜਾਊਗੀ। ਉਹਦੇ ਲਈ ਤੁਹਾਨੂੰ ਜ਼ੋਰ ਨਹੀਂ ਲਾਣਾ ਹੁੰਦਾ, ਆਪਾਂ ਨੇ ਜ਼ੋਰ ਨਹੀਂ ਲਾਣਾ ਹੁੰਦਾ, ਉਹ ਫਿਰ ਆਪਣੀ ਆਪ ਹੀ ਆਵਾਜ਼ ਥੱਲੇ ਨੂੰ ਆਣੀ ਸਲੋ ਹੋਣੀ ਸ਼ੁਰੂ ਹੋ ਜਾਂਦੀ ਹੈ। जैसे जैसे वो स्लो होनी शुरू हो जाऊगी मन ਸੁਰਤ ਰੂਪ ਹੋ ਕੇ ਬੋਡੀ ਨੂੰ ਛੱਡਣਾ ਸ਼ੁਰੂ ਕਰ ਦੂਗਾ। ਕਹਿਣੇ ਤੋਂ ਭਾਵ ਕਿ ਸਰੀਰ ਦਾ ਕੁਝ ਪਤਾ ਨਹੀਂ ਰਹਿਣਾ ਕਿ ਸਰੀਰ 'ਚ ਬੈਠੇ हैं या स्काइप तो चल रहा है या फ़ोन रखा है या वाहिगुरु इतनी तेज़ बोला जा रहा है या कम बोला जा रहा है। मतलब कि उस चीज़ का सोचने समझने की उस टाइम क्षमता बहुत ही घट रह जाती है। सिर्फ और सिर्फ उस टाइम बॉडी जो है रिलैक्स हो जाती है एकदम, और फिर उस तो बाद सानू जो साढ़े कन्ना दे विच नाम सुनाई दे रहा है, क्योंकि असी वाहिगुरु गुरमंत्र जो करते हैं वो निर्विचार होने के लिए करते हैं। और जब असी निर्विचार होना, भावें कोई भी विचार है तो विचार ही त्रै गुणा का, चाहे रजोगुणी है चाहे सतोगुणी है चाहे तमोगुणी है तो विचार ही, चाहे सतोगुणी ही आ रहा है विचार ही। इस करके जब सानू अंदर का भेद ही नहीं रहना, त्रै गुणा का भेद ही नहीं रहना, सिर्फ उस टाइम असी नींद जी अवस्था दे विच हो जाने, सुन्न दे विच असी जाके बह जाने ते आपां सोचदे ही सुन्न दे विच असी पता नहीं कित्थे जाएंगे। सुन्न का भाव है कि जिथे कि सानू विचार ना आवे उत्थे असी साड़ी सुरती जाके बह गई, असी सुन्न च बैठे हैं और बॉडी का भी कोई नहीं सानू पता, कुछ नहीं पता। उस तो बाद जो साढ़े आवाज़ चल रही है, जो असी नाम सुनते हैं, ਅਸੀਂ ਉਹਨੂੰ ਸੁਣਨਾ ਸ਼ੁਰੂ ਕਰ ਦਿਆ। ਜੇ ਵਿੱਚ ਦੇ ਵਿੱਚ ਕੋਈ ਵਿਚਾਰ ਮਾੜਾ ਮੋਟਾ ਜੇ ਵਿਚਾਰ ਆ ਜਾਂਦਾ ਹੈ ਤੇ ਉਹਨੂੰ, ਕਿਉਂਕਿ ਜੈਸੇ ਹੀ ਵਿਚਾਰ ਆਊਗਾ ਤੇ ਧਿਆਨ ਥੱਲੇ ਆ ਜਾਊਗਾ, ਵਿਚਾਰ ਦੇ ਵਿੱਚ ਚਲਾ ਗਿਆ ਉਹ ਤਾਂ ਇੱਕ ਛਾਣ ਇੱਕ ਸੈਕਿੰਡ ਦੇ ਵਿੱਚ ਉੱਧਰ ਚਲਾ ਜਾਂਦਾ ਹੈ।
ਤੇ ਸਵਾਸ ਨੂੰ ਲੰਬਾ ਖਿੱਚ ਕੇ ਉੱਥੇ ਰੋਕ, ਹਲਕਾ ਜਿਹਾ, ਧੱਕੇ ਨਾਲ ਨਹੀਂ, ਬਹੁਤ ਪਿਆਰ ਦੇ ਨਾਲ ਉਹਨੂੰ ਹਲਕਾ ਜਿਹਾ ਰੋਕੋ, ਨਾਮ ਨੂੰ ਸੁਣੋ ਔਰ ਫਿਰ ਉਹਨੂੰ ਹਲਕੇ ਤੇ ਛੁੱਟ ਦਿਓ, ਤਾਂ ਕਿ ਸੁਰਤ ਉਹਨੂੰ ਉੱਥੇ ਹੀ ਕੰਟਰੋਲ ਕਰਕੇ ਸੁਰਤ ਨਾਮ ਦੇ ਵਿੱਚ ਆਪਣਾ ਧਿਆਨ ਲਾ ਲਵੇ। ਕਿਉਂਕਿ ਅਗਰ ਵਿਚਾਰਾਂ ਦੇ ਵਿੱਚ ਉਹਨੇ ਲੈ ਲਿਆ ਤੇ ਇੱਕ ਵਿਚਾਰ ਤੇ ਹੀ ਬਹੁਤ ਤਰੀਕੇ ਦੇ ਫਟਾਫਟ ਵਿਚਾਰ ਤਿਆਰ ਹੋਣੇ ਸ਼ੁਰੂ ਹੋ ਜਾਣੇ, ਇੱਕ ਤੇ ਬਾਅਦ ਇੱਕ ਤੇ ਬਾਅਦ ਇੱਕ, ਇੱਕ ਤੇ ਬਾਅਦ ਇੱਕ। ਅਗਰ ਸਾਡੇ ਉਹਨੂੰ ਕਿਉਂਕਿ ਉਹ ਵਿਚਾਰ ਕਿਸ ਚੀਜ਼ 'ਚ ਤਿਆਰ ਹੁੰਦੇ, ਜੋ ਸਾਡੀ ਸਵਾਸ ਅੰਦਰ ਨੂੰ ਜਾ ਰਹੀ ਹੈ ਉਸ 'ਚ, ਕਿਉਂਕਿ ਉਹਦੇ ਵਿੱਚ ਹੀ ਉਹ ਤਿੰਨ ਤਰ੍ਹਾਂ ਦੇ ਤੱਤਵ ਹੈ, ਉਹਨਾਂ ਦੇ ਵਿੱਚ ਤੇ ਹੀ ਉਹ ਸਾਨੂੰ ਵਿਚਾਰ ਆਇਆ। ਜੈਸੇ ਹੀ ਅਸੀਂ ਪਾਉਣ ਦੇ ਅਟੈਚਮੈਂਟ 'ਚ ਗਏ, ਨਾਮ ਤੋਂ ਸਾਡੀ ਸੁਰਤੀ ਅਲੱਗ ਹੋਈ, ਪਾਉਣ 'ਚ ਗਈ, ਪਾਉਣ ਨੇ ਫਟਾਫਟ ਉਹ ਵਿੱਚ ਜੋ ਬੈਠੇ ਉਹਨਾਂ ਨੇ ਫਟਾਫਟ ਇੱਕਦਮ ਸਹਿਜ ਸਫਾਈ ਸੁਣ ਦੇ ਵਿੱਚ ਸਾਨੂੰ ਵਿਚਾਰ ਦੇ ਦਿਆ, ਨੀਚੇ ਲੈ ਆਈ ਸਾਡੀ ਸੁਰਤੀ ਨੂੰ ਉਹ ਵਿਚਾਰ। ਤੇ ਫਿਰ ਉੱਥੇ ਸਾਨੂੰ ਕੀ ਬਤਾਇਆ, ਕਹਿੰਦੇ ਜੋ ਪਾਉਣ ਗੁਰੂ ਹੈ ਉਹ ਗੁਰੂ ਹੈ ਲੋਕ ਦਾ, ਔਰ ਜੋ ਨਾਮ ਗੁਰੂ ਹੈ वो गुरु है परलोक ਦਾ। ਤੇ ਸਾਨੇ ਨਾਮ ਦੇ ਸਾਥ ਅਟੈਚਮੈਂਟ ਕਰਨੀ ਹੈ, ਫਿਰ ਸਾਨੇ ਨਾਮ ਨੂੰ ਸੁਣਨਾ ਹੈ ਦੁਬਾਰਾ ਤੇ ਕੋਸ਼ਿਸ਼ ਕਰਨੀ ਹੈ ਇਸੀ ਤਰੀਕੇ ਦੇ ਵਿਧੀ ਨੂੰ ਧਿਆਨ ਨਾਲ, ਬਹੁਤ ਹੀ ਸਹਿਜ ਦੇ ਨਾਲ, ਪਿਆਰ ਤੇ, ਜਿਵੇਂ ਨਾਮ ਨੂੰ ਸੁਣ ਸੁਣ ਕੇ ਜब ਸੁਣਨਾ ਸ਼ੁਰੂ ਕਰ ਦਿੰਦਾ ਹੈ ਗੁਰਮੁਖ ਕਰਦੇ हैं, तो उसके बाद ਬੋਡੀ ਦਾ ਕੋਈ ਭੇਦ ਨਹੀਂ ਰਹਿੰਦਾ, ਬੋਡੀ ਹੈ ਜਾਂ ਨਹੀਂ ਹੈ, ਉਹ ਕੁਛ ਸਾਰਾ ਕੁਛ ਖਤਮ ਹੋ ਜਾਂਦਾ ਹੈ, ਸਿਰਫ ਔਰ ਸਿਰਫ ਉਹ ਸੁਰਤ ਉਹਦੇ ਵਿੱਚ ਸਮਾਣੀ ਸ਼ੁਰੂ ਹੋ ਜਾਂਦੀ ਹੈ। ਮਤਲਬ ਕਹਿਣ ਤੋਂ ਭਾਵ ਉਹਨੂੰ ਆਪਾਂ ਨੀਂਦ ਬੋਲਾਂਗੇ ਲੇਕਿਨ ਉਹਦੇ ਵਿੱਚ ਵਿਚਾਰ ਨਹੀਂ ਹੋਣੇ ਚਾਹੀਏ, ਉਹ ਇੱਕ ਮੁਗਧ ਵਾਲੀ ਆਨੰਦ ਵਾਲੀ ਅਵਸਥਾ ਬਣ ਜਾਂਦੀ ਹੈ। ਉਹਦੇ ਰਾਹੀਂ ਫਿਰ ਆਪਾਂ ਅੱਗੇ ਪੇਸ਼ ਹੋਏਂਗੇ ਮਾਲਿਕ ਦੇ ਘਰ। ਫਿਰ ਉਹ ਸਬਦ ਗੁਰੂ ਦੀ ਡਿਊਟੀ ਹੁੰਦੀ ਹੈ ਕਿ ਉਹਨਾਂ ਨੇ ਸਾਨੂੰ ਮਾਲਿਕ ਦੇ ਘਰ ਪੇਸ਼ ਕਰਨਾ ਹੈ, ਸਨਮੁਖ ਕਰਨਾ ਹੈ ਸਤਿਗੁਰੂ ਦੇ। ਇਸ ਤਰੀਕੇ ਤੇ ਆਪਾਂ ਉੱਧਰ ਜਾ ਸਕਦੇ ਹਾਂ ਵਾਹਿਗੁਰੂ। ਔਰ ਜੇ ਸਾਨੂੰ ਵਿਚਾਰ ਆਈ ਜਾਂਦੇ ਹੈ ਤੇ ਇਹਦਾ ਮਤਲਬ ਕਿ ਹੁਣੇ ਉਹ ਸਾਨੂੰ ਵਾਰ ਕਰ ਰਹੇ ਹੈ, ਤੇ ਉਸ ਟਾਈਮ ਸਾਡੇ ਲਈ ਆ ਵਿਧੀ ਹੈ ਕਿ ਉੱਚਾ ਸਿਮਰਨ ਨਾ ਕਰਦੇ ਹੋਏ ਸਹਿਜ ਦੇ ਵਿੱਚ ਬਹੁਤ ਹੀ ਸਵਾਸ ਦੇ ਰਾਹੀਂ ਅੰਤਰਗਤ ਉਹਨੂੰ ਹਲਕਾ ਜਿਹਾ ਕਰਕੇ ਰੋਕ ਲੈਣਾ ਹੈ, ਰੋਕ ਕੇ ਫਿਰ ਉਹਨੂੰ ਹਲਕਾ ਸਹਿਜ ਸੁਭਾਈ ਛੁੱਟ ਦੇਣਾ ਹੈ। ਕਿਉਂਕਿ ਸਵਾਸ ਦੇ ਵਿੱਚ ਹੀ ਪਾਉਣ ਦੇ ਸਾਥ ਹੀ ਉਹ ਵਿਚਾਰ ਫਟਾਫਟ ਹੋਰ ਜ਼ਿਆਦਾ ਆਉਣੇ ਸ਼ੁਰੂ ਹੋ ਜਾਂਦੇ ਆ, ਅਗਰ ਆਪਾਂ ਉਹਨੂੰ ਰੋਕਿਆ ਨਾ ਤਾਂ। ਇਸ ਕਰਕੇ ਸਾਨੂੰ ਉਹਨੂੰ ਰੋਕ ਕੇ ਔਰ ਨਾਮ ਦੇ ਵਿੱਚ ਸੁਰਤ ਜੋੜ ਕੇ ਉਹਨੂੰ ਐਸ ਸੁਭਾਈ ਢਿੱਲਾ ਛੋੜ ਦਿਓ। ਇਸੇ ਤਰੀਕੇ ਤੇ ਆਪਾਂ ਉੱਧਰ ਆਪਣਾ ਅਟੈਚਮੈਂਟ ਬਣਾ ਸਕਦੇ ਹਾਂ ਵਿਧੀ ਦੇ ਦੁਆਰਾ। ਵਾਹਿਗੁਰੂ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭੈਣ ਜੀ, ਤੁਸੀਂ ਕਥਾ ਸ਼ੁਰੂ ਕਰ। ਜੇ ਕਿਸੇ ਗੁਰਮੁਖ ਦਾ ਨਹੀਂ ਕੋਈ ਹੋਰ ਕੁਐਸਚਨ, ਜੇ ਕੋਈ ਹੈ ਤਾਂ ਆਪਦਾ ਮਿਊਟ ਖੋਲ ਕੇ ਕੁਐਸਚਨ ਕਰ ਸਕਦੇ ਆ। ਜੋ ਭੈਣ ਜੀ ਬੋਲ ਰਹੇ ਆ ਉਹ 101% ਗੁਰਬਾਣੀ ਦੇ ਉੱਤੇ ਪੂਰਾ ਉਤਰਦਾ, ਔਰ ਗੁਰਬਾਣੀ ਦੇ ਵਿੱਚ ਭਾਵੇਂ ਭੈਣ ਜੀ ਨੇ ਨਹੀਂ ਪੰਗਤੀ ਕੋਈ ਪੜ੍ਹੀ ਤਾਂ ਵੀ ਉਹ ਸਹਿਜ ਪਾਠ ਦੇ ਵਿੱਚ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਿਲਕੁਲ ਉਹ ਲਿਖੀਆਂ ਹੋਈਆਂ ਸਾਰੀਆਂ ਗੱਲਾਂ, ਪੌਣ ਸਮ ਕਰਨ ਦੀਆਂ ਅਤੇ ਦੂਜਾ ਸਾਹ ਰੋਕਣ ਦੀਆਂ ਵੀ। ਬਾਣੀ ਰੋਕਿਆ ਰਹੇ ਦੁਆਰ, ਚੰਦ ਸੂਰਜ ਕੀ ਪਾਏ ਗੰਢ, ਤੇ ਸਦਾਸੀ ਕਪੜੇ ਨਾ ਕੰਧ। ਸੋ ਬਿਲਕੁਲ ਗੁਰਬਾਣੀ ਦੇ ਅਨੁਸਾਰ ਜੋ ਵੀ ਚੱਲ ਰਿਹਾ ਇੱਥੇ ਉਹ ਚੱਲਿਆ। ਜੇ ਕਿਸੇ ਨੂੰ ਵੀ ਕਈ ਵਾਰੀ ਸਾਡਾ ਮਨ ਸ਼ਰਾਰਤੀ ਹੁੰਦਾ ਕਿ ਇਹ ਗੁਰਬਾਣੀ ਅਨੁਸਾਰ ਨਹੀਂ ਜੀ, ਜਿਹੜੀ ਚੀਜ਼ ਗੁਰਬਾਣੀ ਅਨੁਸਾਰ ਨਹੀਂ ਉਹ ਅਸੀਂ ਟੋਕਾਂਗੇ, ਅਸੀਂ ਇੱਥੋਂ ਰੋਕਾਂਗੇ। ਬਿਲਕੁਲ ਭੈਣ ਜੀ ਇਹ 101% ਗੁਰਬਾਣੀ ਤੇ ਜੋ ਵੀ ਇੱਥੋਂ ਗੁਰਮੁਖ ਬੋਲਦੇ ਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਉਹਨਾਂ ਨੂੰ, ਉਹਨਾਂ ਦੇ ਮਾਰਗ ਦਰਸ਼ਨ ਦੇ ਚੱਲਦੇ ਹੈਗੇ ਆ। ਤੇ ਕਿਸੇ ਨੂੰ ਕੋਈ ਸ਼ੱਕ ਹੋਵੇ ਤੇ ਜਾਂ ਕਿਸੇ ਦਾ ਵੀ ਕੋਈ ਕੁਐਸਚਨ ਹੋਵੇ ਭੈਣ ਜੀ ਨੂੰ ਕਰ ਸਕਦੇ ਆ, ਨਹੀਂ ਤਾਂ ਭੈਣ ਜੀ ਫਿਰ ਆਪਦੇ ਕੋਲੋਂ ਹਾਂਜੀ ਵਾਹਿਗੁਰੂ। ਹਾਂਜੀ ਜੀ ਜਿਹੜੀ ਵੀ ਆਪਣੇ ਨਾਸਾਂ ਦੇ ਰਾਹੀਂ ਸਾਹ ਆਉਂਦਾ ਹੈ ਤੇ ਮਤਲਬ ਆਪਾਂ ਕਹਿ ਦਿੰਦੇ ਹਾਂ ਵੀ ਪੌਣ ਸਮ ਹੁੰਦੀਆਂ, ਮਤਲਬ ਤੁਹਾਡੇ ਦੋਨਾਂ ਨਾਸਾਂ ਰਾਹੀਂ ਸਾਹ ਇੱਕੋ ਜਿਹਾ ਆਏਗਾ। ਕੀ ਇਹ ਠੀਕ ਹੈ ਜਾਂ ਇਹ ਕਿਵੇਂ ਹੈ ਵਾਹਿਗੁਰੂ? ਕਈ ਗੁਰਮੁਖਾਂ ਤੋਂ ਸੁਣਿਆ ਆਇਆ ਸੀ ਵਾਹਿਗੁਰੂ। ਹਾਂਜੀ ਹਾਂਜੀ, ਆ ਵੀ ਠੀਕ ਹੈ ਵਾਹਿਗੁਰੂ। ਆ ਦ੍ਰਿਸ਼ਟਮਾਨ ਦੇ ਵਿੱਚ ਆਪਾਂ ਚੈੱਕ ਕਰ ਸਕਦੇ ਹਾਂ, ਲੇਕਿਨ ਆਪਾਂ ਜਦ ਸੁਣਨ ਦੇ ਵਿੱਚ ਹੈ ਤੇ ਫਿਰ ਆਪਾਂ ਇਹ ਵਿਚਾਰ ਨਹੀਂ ਲੈ ਸਕਦੇ ਨਾ। ਆਪਾਂ ਨੂੰ ਕੇਵਲ ਨਿਰਵਿਚਾਰ ਹੋਣਾ ਹੈ। ਜਿੱਥੇ ਆਪਾਂ ਨਿਰਵਿਚਾਰ ਹੋ ਗਏ ਉੱਥੇ ਆਪ ਨੋਰਮਲੀ ਸਵਾਸ ਸਮ ਹੋ ਜਾਊਗੇ। ਉਹ ਸਮਝਾਉਣ ਦੇ ਲਈ ਗੁਰਮੁਖ ਚੈੱਕ ਕਰਨੇ ਦੇ ਲਈ ਦ੍ਰਿਸ਼ਟਮਾਨ ਦੇ ਵਿੱਚ ਜਾਂ ਮਤਲਬ ਬਤਾ ਦੇਣੇ ਕਿ ਇਸ ਤਰੀਕੇ ਤੇ ਆਪਾਂ ਦੇਖ ਸਕਦੇ ਹਾਂ। ਲੇਕਿਨ ਆਪਾਂ ਸੁਣਨ ਦੇ ਵਿੱਚ ਉਤਰਨਾ ਹੈ ਤੇ ਆਪਾਂ ਚੈੱਕ ਕਰ ਸਕਦੇ ਹਾਂ। ਜੇ ਵਿਚਾਰ ਆ ਰਹੇ ਹੈ ਤੇ ਪੌਣ ਸਮ ਨਹੀਂ ਹੋਈ, ਮਨ ਨਹੀਂ ਟਿਕਾ, ਮਨ ਆਸਨ ਲਾ ਕੇ ਨਹੀਂ ਬੈਠਾ। ਜੇ ਵਿਚਾਰ नहीं आ रहे तो मान जाओ उस टाइम ही कि पौड़ सम हो गई। पौड़ समता मतलब होता है कि जी ना रजोते जाओगी ना तमोते जाओगी ना सतोते, सुन्न च बह जाओगी। ਜੇ ਕਿਸੇ ਨੂੰ ਸ਼ੱਕ ਹੋਏ ਇਸ ਚੀਜ਼ ਤੇ ਤਾਂ ਉਸ ਟਾਈਮ ਤੇ ਸੁਣ ਤੇ ਜਾ ਕੇ ਤੁਸੀਂ ਆਪਦਾ ਉੱਥੋਂ ਹਟ ਕੇ ਆਪਦੇ ਨੱਕ ਮੂਹਰੇ ਉਂਗਲ ਲਾ ਕੇ ਵੀ ਚੈੱਕ ਕਰ ਸਕਦੇ।
ਦੋਨਾਂ ਦੇ ਵਿੱਚ ਸਮ ਹੋਊਗੀ। ਭੈਣ ਜੀ ਦਾ ਕਹਿਣ ਦਾ ਮਤਲਬ ਇਹ ਆ। ਵੈਸੇ ਉਸ ਟਾਈਮ ਤੇ ਗੁਰਮੁਖ ਨੂੰ ਲੋੜ ਨਹੀਂ ਹੁੰਦੀ ਚੈੱਕ ਕਰਨ ਦੀ ਆਪਦੀ, ਪਰ ਜੇ ਕਿਸੇ ਨੂੰ ਸ਼ੱਕ ਆ ਕਿ ਸਮ ਹੁੰਦੀ ਕਿ ਨਹੀਂ ਹੁੰਦੀ ਤੇ ਤੁਸੀਂ ਨੱਕ ਦੀ ਹਵਾ ਵੀ ਚੈੱਕ ਕਰ ਸਕਦੇ ਹੋ, ਸਮ ਹੋਊਗੀ ਦੋਨਾਂ ਦੇ ਵਿੱਚ, ਬਰਾਬਰ ਹੋਊਗੀ। ਨਾਰਮਲ ਇਨਸਾਨ ਦੀ ਨਹੀਂ ਬਰਾਬਰ ਹੁੰਦੀ। ਉਹ ਸੱਜੇ ਖੱਬੇ ਦੀ ਘੰਟਿਆਂ ਮੁਤਾਬਕ ਅਕਾਲ ਪੁਰਖ ਦੀ ਖੇਡ ਬਣਾਈ ਹੋਈ ਆ, ਕਦੇ ਸੱਜੇ ਕਦੇ ਖੱਬੇ ਚੱਲਦੀ ਰਹਿੰਦੀ ਆ। ਵਾਹਿਗੁਰੂ ਜੀ ਕਾ ਖਾਲਸਾ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰਮੁਖ ਕਰੋ ਸ਼ੁਰੂ ਫਿਰ, ਜੇ ਕੋਈ ਨਹੀਂ ਕਿਸੇ ਦਾ ਕੁਐਸਚਨ, ਕੋਈ ਗੁਰਮਤ ਦਾ ਕੁਐਸਚਨ ਵੀ ਅਸੀਂ ਆਪਾਂ ਉਹ ਗੁਰਮਤ ਅਨੁਸਾਰ ਕਰਨੇ, ਜਿੱਥੇ ਮੇਰੀ ਪ੍ਰੋਬਲਮ ਆ, ਮੇਰੇ ਮਨ ਦੀ ਪ੍ਰੋਬਲਮ ਅੱਗੇ ਨਹੀਂ ਜਾ ਰਿਹਾ, ਆਪਾਂ ਕੋਸ਼ਿਸ਼ ਇਹੀ ਕਰਨੀ ਆ। ਤੇ ਇੱਧਰ ਉੱਧਰ ਤੇ ਨਹੀਂ ਕਿਸੇ ਦੇ ਨਹੀਂ। ਆਪਾਂ ਜਿਵੇਂ ਹੁਣ ਭੈਣ ਜੀ ਉਹਨਾਂ ਨੇ ਦੋਨਾਂ ਨੇ ਕੀਤੇ ਆ, ਬਹੁਤ ਵਧੀਆ ਕੀਤੇ ਆ, ਆਪਦੇ ਪਰਸਨਲ ਐਕਸਪੀਰੀਅੰਸ ਕਰਨਾ ਹੈਗਾ, ਉਹੀ ਆਪਾਂ ਗੁਰਮਤ ਅਨੁਸਾਰ ਪੁੱਛਣਾ ਭੈਣ ਜੀਆਂ ਤੋਂ, ਜਾਂ ਕੋਈ ਵੀ ਗੁਰਮੁਖ ਜੋ ਕਥਾ ਕਰ ਰਹੇ ਉਹਨਾਂ ਨੂੰ, ਕਿਸੇ ਨੂੰ ਵੀ ਕੁਐਸਚਨ ਆਪਾਂ ਕਰ ਸਕਦੇ ਹਾਂ ਕਿਸੇ ਦਿਨ ਇਸ ਟਾਈਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ। ਹਾਂਜੀ ਮਾਨ ਕੌਰ ਜੀ ਕਰੋ ਕਿਰਪਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰਮੁਖੋ, ਅਸੀਂ ਸਾਰੀ ਸੰਗਤ ਜੋ ਇੱਕ ਪਰਿਵਾਰ ਦੇ ਰੂਪ ਵਿੱਚ ਇਕੱਠੀ ਹੋਈ ਹੈ, ਸਾਰਿਆਂ ਨੂੰ ਬੇਨਤੀ ਆ ਕਰਦੇ ਹੈ ਕਿ ਵਾਹਿਗੁਰੂ ਬਿਲਕੁਲ ਵੀ ਝਿਜਕ ਮਹਿਸੂਸ ਕਰਨ ਦੀ ਲੋੜ ਨਹੀਂ ਹੈਗੀ। ਜੋ ਜਿਸ ਵੀ ਅਵਸਥਾ ਦੇ ਵਿੱਚ ਬੈਠਾ ਹੈ, ਜਿਤਨਾ ਪੁੱਛੂਗਾ, ਜਿਤਨਾ ਆਪਸ ਦੇ, ਕਿਉਂਕਿ ਅਸੀਂ ਕਿਸੇ ਬੰਦੇ ਨੂੰ ਨਹੀਂ ਪੁੱਛਦੇ, ਆਪਾਂ ਨੇ ਯਾ ਵਿਸ਼ੇ ਨਹੀਂ ਬਣਾਉਣਾ, ਅਸੀਂ ਸਾਰੇ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਸੋਝੀ ਲੈ ਰਹੇ ਹਾਂ ਪ੍ਰੈਕਟੀਕਲੀ। ਉਹਨਾਂ ਦੀ ਗੁਰਬਾਣੀ ਨੂੰ ਮੁੱਖ ਰੱਖ ਕੇ ਆਪਾਂ ਸਾਰੇ ਆਪਸ ਦੇ ਵਿੱਚ ਵਿਚਾਰ ਸਾਂਝੇ ਕਰਦੇ ਹਾਂ। ਤੋ ਜਿੰਨਾ ਮਾਲਿਕ ਨੇ ਦਾਤ ਪਾਈ ਹੈ, ਸਾਰਿਆਂ ਨੇ ਹੀ ਵੱਟ ਕੇ ਅੱਗੇ ਅੱਗੇ बढ़ते ਰਹਿਣਾ ਹੈ। ਬਸ ਇੱਕ ਥਾਂ ਤੋਂ ਬਹਿਣਾ ਨਹੀਂ, ਔਰ ਨਾ ਹੀ ਯਾ ਸੋਚਣਾ ਹੈ ਕਿ ਅਸੀਂ ਸੰਗਤ ਦੇ ਵਿੱਚ ਪੁੱਛें ਜਾਂ ਨਾ ਪੁੱਛें। ਇਹਦਾ ਮਤਲਬ ਕਿ ਅਸੀਂ ਹੁਣੇ ਸੰਗਤ ਦੇ ਵਿੱਚ ਪੂਰੀ ਤਰ੍ਹਾਂ ਸੈੱਟ ਹੋਏ ਨਹੀਂ, ਸੰਗਤ ਨੂੰ ਆਪਣਾ ਪਰਿਵਾਰ ਸਾਨੇ ਮੰਨਣਾ ਨਹੀਂ, ਕਿਉਂਕਿ ਸੰਗਤ ਹੀ ਰਿਐਲਿਟੀ ਦੇ ਵਿੱਚ ਜੋ ਸਾਡਾ ਅਸਲੀ ਪਰਿਵਾਰ ਹੈ ਉਹ ਸੰਗਤ ਹੈ। ਕਿਉਂਕਿ ਸੰਗਤ ਦੇ ਵਿੱਚ ਇੱਕ ਦੂਜੇ ਦੀ ਬਾਹਾਂ ਫੜ ਕੇ ਅਸੀਂ ਮਾਲਿਕ ਦੇ ਘਰ ਸਨਮੁਖ ਹੋ ਸਕਦੇ ਹਾਂ, ਮਾਲਿਕ ਦੇ ਘਰ ਆਣਾ ਜਾਣਾ ਬਣਾ ਸਕਦੇ ਹਾਂ। ਕਿਉਂਕਿ ਇਹਦੇ ਵਿੱਚ ਦੁਨੀਆਵੀ ਇਨਸਲਟ, ਦੁਨੀਆਵੀ ਤਾਂ ਵਿਚਾਰ ਹੀ ਨਹੀਂ ਹੁੰਦੀ। ਦੁਨੀਆ ਨੂੰ ਨੀਚੇ ਛੁੱਟ ਕੇ ਚੌਥੇ ਪਦ ਦੇ ਵਿੱਚ ਬਹਿ ਕੇ ਆਪਾਂ ਸਾਰੇ ਹੀ ਸਾਂਝੇ ਹੋ ਕੇ ਵਿਚਾਰ ਕਰਦੇ ਹਾਂ, ਤੇ ਸਾਰਿਆਂ ਨੇ ਹੀ ਇੱਕ ਦੂਜੇ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਰਾਹੀਂ ਕੁਐਸਚਨ ਕਰਨੇ ਹੈ, ਔਰ ਪ੍ਰੈਕਟੀਕਲੀ ਪੁੱਛਣਾ ਹੈ। ਬਿਲਕੁਲ ਝਿਜਕ ਨਹੀਂ ਮਹਿਸੂਸ ਕਰਨੀ, ਨਾ ਹੀ ਇੱਥੇ ਕੋਈ ਛੋਟਾ ਹੈ ਨਾ ਹੀ ਕੋਈ ਬੜਾ ਹੈ, ਉਹ ਸਾਰੀਆਂ ਚੀਜ਼ਾਂ ਥੱਲੇ ਰਹਿ ਜਾਣੀਆਂ ਹੈ ਤ੍ਰੈ ਗੁਣਾ ਦੇ ਵਿੱਚ। ਆਪਾਂ ਇੱਥੇ ਸਾਰੇ ਹੀ ਮਾਲਿਕ ਦੇ ਬੱਚੇ ਹੈ, ਔਰ ਇੱਕ ਦੂਜੇ ਨਾਲ ਸੋਝੀ ਲੈ ਕੇ ਗੁਰਬਾਣੀ ਗੁਰੂ ਦੇ ਰਾਹੀਂ, ਕਿਉਂਕਿ ਆਪਾਂ ਆਮ ਬੰਦਾ ਜੋ ਇਨਸਾਨ ਹੈ, ਜੋ ਬੰਦਾ ਹੈ, ਉਹ ਕਿਸੇ ਨੂੰ ਨੌਲੇਜ ਨਹੀਂ ਦੇ ਸਕਦਾ। ਗੁਰਬਾਣੀ ਗੁਰੂ ਦੇ ਰਾਹੀਂ ਸਾਨੂੰ ਆਪਸ ਦੇ ਵਿੱਚ ਸਾਂਝਾ ਕਰਨਾ ਹੈ ਜੋ ਵੀ ਮਾਲਿਕ ਨੇ ਜਨਾਇਆ ਹੈ। ਠੀਕ ਹੈ ਜੀ ਵਾਹਿਗੁਰੂ। ਤੇ ਬਿਲਕੁਲ ਜੋ ਵੀ ਕੁਐਸਚਨ ਹੋਇਆ ਕਰੇ ਆਪਸ ਦੇ ਵਿੱਚ ਬਿਲਕੁਲ ਖੁੱਲ੍ਹ ਕੇ ਹੀ ਉਹਨੂੰ ਕਰ ਲਿਆ ਕਰੋ, ਸਾਰਿਆਂ ਨੂੰ ਹੀ ਬੇਨਤੀ ਹੈ। ਤੇ ਕਿਉਂਕਿ ਆਪਾਂ ਕਿਸੇ ਤੋਂ ਨਹੀਂ ਆਪਾਂ ਪੁੱਛ ਰਹੇ, ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਪੁੱਛ ਰਹੇ ਹਾਂ, ਜਾਂ ਆਪਣੇ ਮਨ ਦੇ ਵਿੱਚ ਵਿਚਾਰ ਨੂੰ ਪਰਫੈਕਟ ਤਰੀਕੇ 'ਤੇ ਮਨਾ ਕੇ ਔਰ ਖੁੱਲ੍ਹ ਕੇ ਵਿਚਾਰ ਕਰਨੀ ਹੈ ਕਿ ਆਪਾਂ ਕਿਸੇ ਡੇਰੇ 'ਤੇ ਜੁੜੇ ਹੋਏ ਨਹੀਂ, ਕਿਸੇ ਸੰਸਥਾ ਤੋਂ ਜੁੜੇ ਹੋਏ ਨਹੀਂ, ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੋਂ ਜੁੜੇ ਹੋਏ ਹੈ, ਔਰ ਉਹਨਾਂ ਤੋਂ ਆਪਣੇ ਜੀਵਨ ਦੀ ਜਾਂਚ ਸਿੱਖ ਰਹੇ ਹੈ। ਅਤੇ ਉਹ ਜਿੰਨਾ ਕੁ ਆਪਾਂ ਪੁੱਛेंगे ਉਨਾ ਕੀ ਆਪਾਂ ਨੂੰ ਉਹ ਦੱਸेंगे। ਬਸ ਆਪਾਂ ਨੂੰ ਜਿਗਿਆਸੂ ਬਣਨਾ ਹੈ, ਪੁੱਛਣੇ ਵਾਲਾ ਬਣਨਾ ਹੈ, ਕਿਉਂਕਿ ਉਹਨਾਂ ਦੇ ਪਾਸ ਅਥਾਹ ਖਜ਼ਾਨਾ ਹੈ। ਜਿਤਨਾ ਕੁ ਆਪਾਂ ਪੁੱਛੇ ਜਾएंगे ਉਤਨਾ ਹੀ ਸਾਡੀ ਝੋਲੇ ਦੇ ਵਿੱਚ ਪਾ ਦਿਆ ਜਾਊਗਾ। ਤੇ ਇਸ ਕਰਕੇ ਮੌਨ ਹੋ ਕੇ ਨਹੀਂ ਬਹਿਣਾ ਹੁੰਦਾ। ਜਿਸ ਵੀ ਅਵਸਥਾ ਦੇ ਵਿੱਚ ਬੈਠੇ ਹੈ, ਭਾਵੇਂ ਗੁਰਮੁਖਾਂ ਦੀ ਕੋਈ ਵੀ ਅਵਸਥਾ ਕਿਉਂ ਨਾ ਹੋ ਗਈ ਹੋ, ਲੇਕਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਔਰ ਵੀ ਨਿਆ ਹੈ, ਔਰ ਨਿਆ ਹੈ ਕਿ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ। ਮਾਲਿਕ ਦੇ ਪਾਸ ਸਭ ਕੁਛ, ਉਹ ਜਿੰਨਾ ਕਿ ਤੁਸੀਂ ਪਹੁੰਚ ਜਾਓਗੇ ਔਰ ਅੱਗੇ ਮਿਲੂਗਾ, ਔਰ ਅੱਗੇ। ਉਹ ਫਿਰ ਥਾਂ ਨਹੀਂ ਮਤਲਬ ਕਿ ਉਹਦੀ ਆਪਾਂ ਅੰਤ ਨਹੀਂ ਪਾ ਸਕਦੇ। ਆਪਾਂ ਥੱਕ ਜਾएंगे, ਆਪਣੀ ਸਵਾਸਾਂ ਵੀ ਖਤਮ ਹੋ ਜਾएंगे, ਲੇਕਿਨ ਆਪਾਂ ਨਹੀਂ ਪਾ ਸਕਦੇ। ਲਾਸਟ ਦੇ ਵਿੱਚ ਆਪਾਂ ਉਹਦੇ ਵਿੱਚ ਜਾ ਕੇ ਸਮਾ ਜਾएंगे। ਤਾਂ ਇਸ ਕਰਕੇ ਆਪਾਂ ਨੂੰ ਆਨੰਦ ਲੈਣਾ ਹੈ, ਪੁੱਛਣਾ ਹੈ ਮਾਲਿਕ ਦੇ ਘਰ ਦੇ ਬਾਰੇ 'ਚ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰਮੁਖੋ, ਕਥਾ ਵਿਚਾਰ ਸ਼ੁਰੂ ਕरें ਜੀ। ਇੱਕ ਹੋਰ ਗੁਰਮੁਖ ਦਾ ਵਿਚਾਰ ਭੈਣ ਜੀ ਸੰਗਤ ਵੱਲੋਂ ਬੇਨਤੀ ਹੈ ਵੀ ਜਿਹੜਾ ਚਿੱਟਾ ਪ੍ਰਕਾਸ਼ ਦਿਸਦਾ ਅੱਖਾਂ ਖੋਲਣ ਤੇ, ਉਹਦੇ ਵਿੱਚ ਨੀਲਾ ਜਿਹਾ ਪ੍ਰਕਾਸ਼ ਦਿਸਦਾ ਕਦੇ ਕਦੇ, ਜਾਂ ਉਹ ਕੁਛ ਟਾਈਮ ਦਿਸਦਾ, ਜਾਂ ਉਹ ਚਲਿਆ ਜਾਂਦਾ ਜਾਂ ਆ ਜਾਂਦਾ। 2-3 ਦਿਨਾਂ ਬਾਅਦ 2-4 ਵਾਰੀ ਦਿਸਿਆ। ਉਹ ਕੀ ਚੀਜ਼ ਹੈਗਾ? ਹੈ ਪ੍ਰਕਾਸ਼ ਹੀ ਉਹ ਵੀ, ਉਹਦਾ ਆਕਾਰ ਨਹੀਂ ਕੋਈ ਉਹਦਾ ਵੀ, ਇਹ ਹੈ ਚਿੱਟੇ ਪ੍ਰਕਾਸ਼ ਦੇ ਵਿੱਚ ਨੀਲਾ ਜਿਹਾ ਬੜਾ ਸੋਹਣਾ ਪ੍ਰਕਾਸ਼ ਆ। ਉਹ ਕੀ ਚੀਜ਼ ਆ? ਕਰੋ ਕਿਰਪਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰਮੁਖੋ, वो जो कई बार सानू कन्फ्यूजन हो जाता है, ਹਾਂਜੀ काल भी साढ़े साथ शरारत कर देता है, क्योंकि सुन ਦਾ ਵੀ ਜੋ ਇੱਕ ਹਾਂਜੀ ਆਪਣਾ ਇੱਕ ਵਾਈਟ ਵਾਈਟ ਸਾ ਇਸ ਤਰੀਕੇ ਦਾ ਹੁੰਦਾ ਹੈ, ਔਰ ਉਹਦੇ ਵਿੱਚ ਤੱਤਵਾਂ ਦਾ ਪ੍ਰਕਾਸ਼ ਵੀ ਆ ਜਾਂਦਾ ਹੈ। ਆਕਾਸ਼ ਤੁਹਾਡੀ ਤੱਤਵ ਦਾ, ਪਹਿਲਾਂ ਬਲੂ ਕਲਰ ਆਵਾਜ਼ ਦਾ ਆਕਾਸ਼ ਤੱਤਵ ਦਾ ਵੀ ਆ ਜਾਂਦਾ ਹੈ। ਸੌਰੀ ਮਾਨਕੋ ਜੀ, ਸਟਾਰਟਿੰਗ ਕਰੋਗੇ ਦੁਬਾਰਾ, ਤੁਹਾਡੀ ਪਹਿਲਾਂ ਆਵਾਜ਼ ਨਹੀਂ ਆਈ, ਕਿਰਪਾ ਕਰੋ। ਹਾਂਜੀ, ਅਸੀਂ ਵਿਚਾਰ ਕਰ ਰਹੇ ਤੇ ਜੀ ਸਾਡੇ ਸਾਥ ਕਾਲ ਵੀ ਸ਼ਰਾਰਤ ਕਰ ਦਿੰਦਾ ਹੈ, ਜਿਵੇਂ ਕਿ ਆਪਾਂ ਨੂੰ ਚਿੱਟੇ ਪ੍ਰਕਾਸ਼ ਦੇ ਵਿੱਚ ਬਤਾਇਆ ਜਾਂਦਾ ਕਿ ਚਿੱਟੇ ਪ੍ਰਕਾਸ਼ ਦੇ ਦਰਸ਼ਨ ਕਰਨੇ ਹੈ। ਤੇ ਵਾਹਿਗੁਰੂ वो जो मालिक ਦਾ ਪ੍ਰਕਾਸ਼ ਹੈ वो ਸਮਦ੍ਰਿਸ਼ਟ ਹੋਣੇ पे ਆਉਂਦਾ ਹੈ। ਸਮਦ੍ਰਿਸ਼ਟ ਹੋਣੇ पे जब ਆਪਾਂ ਹੁਣੀ ਵਿਚਾਰ ਪਿੱਛੇ ਕਰੀਏ, ਉਹ ਅਵਸਥਾ ਜਦੋਂ ਆਪਾਂ ਆਪਣੇ ਮਨ ਨੂੰ ਚੈੱਕ ਕਰ ਲਓ ਕਿ ਆਪਾਂ ਕੌਣ ਸੀ ਅਵਸਥਾ ਤੋਂ ਵਿਚਰ ਰਹੇ ਹਾਂ। ਜੇ ਆਪਾਂ ਨੂੰ ਵਿਚਾਰ ਆਈ ਜਾਂਦੇ ਹੈ, ਉਹ ਸਾਰਾ ਕੁਝ ਸਾਡੇ ਸਾਥ ਫਿਲਹਾਲ ਹੋ ਰਿਹਾ ਹੈ ਤੇ ਆਪਾਂ ਮਾਲਿਕ ਨੂੰ ਨਹੀਂ ਦੇਖਦੇ, ਉਹ ਸਾਡੇ ਸਾਥ ਕਾਲ ਵੀ ਸ਼ਰਾਰਤ ਕਰ ਦਿੰਦਾ ਹੈ। ਔਰ ਜੋ ਉਹ ਬਲੂ ਕਲਰ ਦਾ ਦਿਖਾਈ ਦਿੰਦਾ ਹੈ, ਉਹ ਤੱਤਵਾਂ ਦਾ ਪ੍ਰਕਾਸ਼ ਹੈ ਵਾਹਿਗੁਰੂ ਜਿਨ੍ਹਾਂ ਤੋਂ ਸਾਡਾ ਬੋਡੀ ਤਿਆਰ ਹੋਈ ਹੈ। ਪੰਜ ਤੱਤਵਾਂ ਤੋਂ, ਉਹਨਾਂ ਦੇ ਵਿੱਚ ਆਕਾਸ਼ ਤੱਤਵ ਹੈ, पानी तत्व है, अगन तत्व है, ये पंज तत्व हैं सारे, धरती तत्व है। इन्होंने पंजा तो बॉडी तैयार हुई है, उन्होंने प्रकाश भी साड़ी सुरत देखने लगती है। ठीक है जी, वो भी बिच बिच आ जाने हैं। ਕੀ ਉਹ ਦੇਖਣੇ ਚਾਹੀਦੇ ਜਾਂ ਨਹੀਂ ਦੇਖਣੇ ਚਾਹੀਦੇ? वैसे उन्होंने देखने की कोई तो घाटा भी नहीं है, लेकिन कोई लाहा भी नहीं है। वो बिच आ जाने हैं, कोई नहीं। अगर मतलब दिखाई देने हैं तो देख लो भावें, लेकिन सना मिलाप तो अकाल पुरख जी के साथ करना है ना, तो फिर अपन नाम दे राही अगे बढ़ना है। जो चिट्टा प्रकाश हो तो ठीक है। हाँ, जो चिट्टा प्रकाश है वो ठीक है, लेकिन क्लियर क्लियर जो भी है, जो मतलब सिर्फ करो जिस तरह आप शीशा कह लो। हाँ जी, हाँ जी, हाँ, उधर कोई रंग नहीं है। कई बार वाहिगुरु सुन, जो सुन है ना, ऐदा भी जैसे कि आसमान जैसा इस तरीके का भी हो जाता है, या सुन का भी होता है। लेकिन जो मालिक का प्रकाश है, असी फिर विचार करेंगे, जो मालिक का प्रकाश है वो अपनी अवस्था के अनुसार सानू खुद पता चल जाऊगा कि असी मालिक के सन्मुख हो गए, क्योंकि निर्विचार होएंगे, श्वासा सम होएंगे, चंद सूरज सम होएंगे, अमृत रस आना शुरू हो जाऊगा। ਉਹ ਫਿਰ ਉਸ ਅਵਸਥਾ ਤੋਂ ਜਾ ਕੇ ਉਹ ਬਹੁਤ ਹੀ ਜ਼ਿਆਦਾ ਬ੍ਰਾਈਟ ਹੋਊਗਾ, ਉਹਦੇ ਅੱਗੇ ਸਾਡੀਆਂ ਕਈ ਵਾਰ ਅੱਖਾਂ ਵੀ ਨਹੀਂ ਖੁੱਲਦੀਆਂ। ਉਹ ਮਾਲਿਕ ਦਾ ਪ੍ਰਕਾਸ਼ ਹੈ। ਕਈ ਵਾਰ ਉਹ ਸੁਣਨ ਦਾ ਵੀ ਆ ਜਾਂਦਾ ਹੈ, ਤੇ ਉਹ ਸਾਨੂੰ ਕਨਫਿਊਜ਼ਨ ਹੋ ਜਾਂਦਾ ਹੈ। ਠੀਕ ਹੈ ਜੀ। ਹਾਂਜੀ ਵਾਹਿਗੁਰੂ, ਇੱਕ ਲਾਸਟ ਕੁਐਸਚਨ ਹੈ। ਸੌਰੀ, ਇਹ ਅੱਖਾਂ ਨਹੀਂ ਖੁੱਲਦੀਆਂ ਤੇ ਫਿਰ ਤਾਂ ਠੀਕ ਆ, ਮਤਲਬ ਅੱਖਾਂ ਵੀ ਖੁੱਲਣ, ਮਤਲਬ ਬਹੁਤ ਹਾਰਡ ਖੁੱਲਦੀਆਂ ਉਹਨਾਂ ਦੀ ਅੱਗੇ ਅੱਖਾਂ। जी 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 जी, आप जी का शायद प्रैक्टिकल होया होगा, तो आप जी ਨੂੰ शायद वाहिगुरु पता ही है। ਚਲੋ ਵਾਹਿਗੁਰੂ ਜੀ, ਦੂਸਰਾ ਸੀਗਾ ਕੁਐਸਚਨ ਕਿਸੇ ਭੈਣ ਜੀ ਦਾ, ਕਰੋ ਜੀ। ਹਾਂਜੀ ਵਾਹਿਗੁਰੂ, ਕਿ ਇੱਕ ਤਾਂ ਆਪਣੇ ਆਵਾਜ਼ ਵਾਹਿਗੁਰੂ ਲਗਾਤਾਰ ਹੀ ਚੱਲ ਰਹੀ ਹੈ ਵਾਹਿਗੁਰੂ ਜੀ ਦੀ ਕਿਰਪਾ ਨਾਲ, ਪਰ ਕਦੀ ਕਦੀ ਕੋਈ ਕੰਮ ਕਰਦੇ ਕਰਦੇ ਹਨਾ, ਕੋਈ ਨਾ ਬੜੀ ਮਿੱਠੀ ਜਿਹੀ ਆਵਾਜ਼ ਕੰਨਾਂ ਦੇ ਵਿੱਚ ਆਉਂਦੀ ਹੈ। ਕਈ ਵਾਰ ਤਾਂ ਮਤਲਬ ਹਮੇਸ਼ਾ ਹੀ ਪਤਾ ਹੀ ਲੱਗ ਹੀ ਜਾਂਦਾ ਵਾਹਿਗੁਰੂ ਕਿ ਕੁਛ ਹੋਇਆ। ਪਰ ਆਪਾਂ ਤੁਸੀਂ ਦੱਸਿਆ ਵਾਹਿਗੁਰੂ ਕਿ ਉਹਨੂੰ ਸੁਣਨਾ, ਪਰ ਸੁਣੀਏ ਕਿਵੇਂ? ਜਦੋਂ ਨੂੰ ਆਪਾਂ ਸੁਣਨ ਲਈ ਧਿਆਨ ਲਗਾਉਂਦੇ ਹਾਂ ਵਾਹਿਗੁਰੂ, ਉਦੋਂ ਤੱਕ ਤਾਂ ਉਹ ਚਲੀ ਜਾਂਦੀ ਹੈ ਕਿ ਉਹ ਕੀ ਆਵਾਜ਼ ਹੈ ਵਾਹਿਗੁਰੂ, ਕਿ ਕਿਵੇਂ ਉਹਨੂੰ ਸੁਣੀਏ, ਉਸ ਬਾਰੇ ਕੁਐਸਚਨ ਹੈ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी गुरमुखो, जो वो ਆਪਾਂ ਨੂੰ कभी कभी एक तिखी जी आवाज़ सुनाई देती है, वो सेकंडा के हिसाब से आती है, और वो फटाफट सानू सुननी बंद हो जाती है। फिर एक आवाज़ नॉर्मली जो सानू चलती रहती है, वो ही चलती रहती है। ठीक है जी, ਉਹਨੂੰ ਆਪਾਂ ਕਹਿੰਦੇ सहज धुन, जो ਆਪਾਂ लगातार सुनते रहते हैं। ਤੇ ਜਿਵੇਂ ਸਾਨੂੰ ਗੁਰਬਾਣੀ ਗੁਰੂ ਦੇ ਵਿੱਚ ਸੋਝੀ ਦੀ ਗਈ ਹੈ ਕਿ ਮਾਲਿਕ ਦੇ ਦਰ ਤੇ ਅਸੰਖਾ ਹੀ ਨਾਦ ਵਜ ਰਹੇ, ਅਸੰਖਾ बाजै नाद अनेक असंखा, केते बावन हारे, केते राग परी सो कईयन, केते गावन हारे। मालिक दे दर ते असंखा रूप दे विच नाद बज रहे हैं, धुना बज रही हैं, राग बज रहे हैं। लेकिन जैसे ही साड़ी सुरती संपर्क दे विच सुन दे विच चली जाती है, दर ते चली जाती है, तो वो और तरीके की और जो डिफरेंट आवाज़ भी सुन लैंदी है। एक ही तरह की आवाज़ नहीं है, वो बहुत तरीके दी आवाज़ां है। उन्हां दे विच तो 5 आवाज़ां नूं प्रधानगी दी गई है मालिक दे घर दे विच। ते वो जो सानू आवाज़ सुनती है, तो वो सुरत सहज दे विच जांदी है, वो आवाज़ सानू तिखी जी, बड़ी तिखी जी सुनाई देंदी है। तो उन्होंने आपां खुद नहीं उत्थे जोर ला के सुनना हुंदा। जे सानू सुन रही है तो उन्होंने सुनो, जे सहज धुन सुन रही है तो प्यार दे राही सहज धुन सुनो।
ਜੋ ਮਾਲਿਕ ਸੁਣਾ ਰਹੇ ਉਹਨੂੰ ਮਨ ਨੂੰ ਮਨਾ ਕੇ ਸੁਣਨਾ ਹੈ, ਮਨ ਨੂੰ ਪਰਫੈਕਟ ਤਰੀਕੇ ਦੇ ਉੱਤੇ ਮਨਾ ਦੇਣਾ ਹੈ। ਇੱਕ ਤਾਂ ਵਾਹਿਗੁਰੂ ਅਸੀਂ ਵਿਚਾਰ ਕਰਾਂਗੇ, ਜਿਵੇਂ ਕਿ ਆਵਾਜ਼ ਸੁਣ ਰਹੀ ਹੈ, ਅਸੀਂ ਕਹਿੰਦੇ ਜੀ ਸਾਨੂੰ ਆਵਾਜ਼ ਸੁਣ ਰਹੀ ਹੈ, ਜੇ ਸਾਡਾ ਮਨ ਅਸੀਂ ਉੱਪਰ ਤੌਰ ਤੇ ਕਹਿੰਦੇ ਕਿ ਜੀ ਹਾਂ ਇਹ ਮਾਲਿਕ ਦੀ ਆਵਾਜ਼ ਹੈ, ਠੀਕ ਹੈ। ਜਿਸ ਦਿਨ ਸਾਡਾ ਮਨ ਪੂर्ण ਤਰੀਕੇ ਤੇ ਹੈ ਤੇ ਮੰਨ ਗਿਆ ਕਿ ਇਹ ਮਾਲਿਕ ਦੀ ਆਵਾਜ਼ ਹੈ, ਇਹਦੇ ਵਿੱਚ ਤੇ ਅੰਮ੍ਰਿਤ ਰਸ ਆਉਣਾ ਆਪਣੇ ਆਪ ਸ਼ੁਰੂ ਹੋ ਜਾਊਗਾ, ਕਿਉਂਕਿ ਇਹ ਆਵਾਜ਼ ਜੋ ਹੈ ਇਹਦੇ ਵਿੱਚ ਬਹੁਤ ਰਸ ਹੈ। ਇਹਨੂੰ ਅੰਮ੍ਰਿਤ ਬਾਣੀ ਬੋਲਾ ਗਿਆ ਹੈ, ਅੰਮ੍ਰਿਤ ਬਾਣੀ ਹੈ ਆ। ਤੇ ਸਾਨੂੰ ਰਸ ਇਹਦੇ ਵਿੱਚ ਤੇ ਜਬ ਤੱਕ ਨਹੀਂ ਆਉਂਦਾ ਜਬ ਤੱਕ ਕਿ ਸਾਡੀ ਸੁਰਤ ਇਹ ਤੇ ਪ੍ਰੇਮ ਨਹੀਂ ਕਰਦੀ। ਜਦ ਸਾਡੀ ਸੁਰਤ ਨੂੰ ਮਾਲਿਕ ਦਾ ਰੂਪ, ਮਾਲਿਕ ਦੀ ਮੁਖ ਦੀ ਆਵਾਜ਼ ਪੂर्ण ਤਰੀਕੇ ਤੇ ਮੰਨ ਕੇ, ਕੋਈ ਕਿਤੇ ਸ਼ੰਕਾ ਨਹੀਂ ਰਹਿ ਜਾਊਗੀ। ਕੋਈ ਕਹਿੰਦੇ ਗੁਰਬਾਣੀ ਦੇ ਵਿੱਚ ਸਹਿਸਾ ਜਿਉ ਮਲੀਨ ਹੈ, ਕਿਤੇ ਧੋਤਾ ਸੰਜਮ ਜਾਏ, ਮਨ ਧੋਹੋ ਸ਼ਬਦ ਲਾਗੋ, ਹਰਸਿਓ ਰਹੋ ਚਿਤ ਲਾਏ। ਤੇ ਜਦ ਸਾਡੀ ਸੁਰਤੀ ਪੂਰੀ ਐ ਮੰਨ ਜਾਊਗੀ ਫੁੱਲ, ਔਰ ਫਿਰ ਉਹਨੂੰ ਜਦ ਸੁਣੂਗੀ ਆਨੰਦ ਦੇ ਵਿੱਚ ਸੁਣੂਗੀ, ਮਾਲਿਕ ਤੇ ਮਨ ਮਨਾ ਕੇ ਸੁਣੂਗੀ ਕਿ ਆ ਮਾਲਿਕ ਦੇ ਘਰ ਤੇ ਆਵਾਜ਼ ਆ ਰਹੀ ਹੈ, ਸਹਿਜ ਦੇ ਵਿੱਚ ਆਨੰਦ ਲੀਨ ਹੋ ਜਾਊਗੀ। ਫਿਰ ਉਹਦੇ ਵਿੱਚ ਤੇ ਅੰਮ੍ਰਿਤ ਦੀ ਵਰਖਾ ਜੋ ਹੋ ਰਹੀ ਹੈ ਉਹ ਵੀ ਸਾਨੂੰ ਮਿਲਣੀ ਸ਼ੁਰੂ ਹੋ ਜਾਂਦੀ ਹੈ। ਲੇਕਿਨ ਆਪਾਂ ਸਮਰਪਣ ਕਰਨੇ ਦੀ ਬਾਤ ਹੈ, ਆਪਾਂ ਸਮਰਪਣ, ਜਿੱਥੇ ਕਿ ਸਾਡਾ ਕੋਈ ਉੱਥੇ ਜਾ ਕੇ ਜਿੱਥੇ ਸਾਨੂੰ ਅਸੀਂ ਫੇਰ ਯਹੀ ਵਿਚਾਰ ਕਰਾਂਗੇ, ਜਿਨ੍ਹਾਂ ਗੁਰਮੁਖਾਂ ਨੂੰ ਆਵਾਜ਼ ਜਾਂ ਸੁਣ ਰਹੀ ਹੈ, ਜਿਨ੍ਹਾਂ ਨੂੰ ਮਾਲਿਕ ਦੇ ਨਾਮ ਦੀ ਦਾਤ ਮਿਲ ਗਈ, ਉਹਨਾਂ ਨੂੰ ਹੁਣ ਤਰਕ ਕਰਨ ਦੀ ਜ਼ਰੂਰਤ ਨਹੀਂ। ਉਹਨਾਂ ਨੂੰ ਇਹ ਆਵਾਜ਼, ਮਾਲਿਕ ਦੇ ਮੁਖ ਦੀ ਆਵਾਜ਼, ਸ਼ਬਦ ਗੁਰੂ ਦੀ ਸੇਵਾ ਕਰਨੇ ਦਾ ਟਾਈਮ ਹੈ। ਕੋਈ ਬਾਰ-ਬਾਰ ਸੁਣਨ ਦੇ ਵਿੱਚ ਬਾਰ-ਬਾਰ ਛੋਟੇ-ਛੋਟੇ ਜੋ ਇਹ ਵਿਚਾਰ ਆਈ ਜਾਂਦੇ ਸੁਖਮ ਦੇ ਵਿੱਚ, ਇਹਨਾਂ ਨੂੰ ਹਟਾਉਣੇ ਦੀ ਜ਼ਰੂਰਤ ਹੈ। ਇਹਨਾਂ ਨੂੰ ਨਹੀਂ ਸੁਣਨਾ, ਮਾਲਿਕ ਨੂੰ ਸੁਣਨਾ ਹੈ। ਇਹ ਵਿੱਚ ਆਈ ਜਾਏਂਗੇ, ਮਾਲਿਕ ਨੂੰ ਸੁਣਨਾ ਹੈ। ਜਦ ਅਸੀਂ ਇਸ ਤਰ੍ਹਾਂ ਦਾ ਆਪਣਾ ਰੂਟੀਨ ਬਣਾएंगे, ਫਿਰ ਉਹ ਆਵਾਜ਼ ਸਾਰੇ ਹਿਰਦੇ ਦੇ ਵਿੱਚ ਆਪ ਬਸਣੀ ਸ਼ੁਰੂ ਹੋ ਜਾਊਗੀ। ਜਿਸ ਦਿਨ ਉਹ ਹਿਰਦੇ 'ਚ ਬਸ ਗਈ ਤੇ ਆਪ ਹੀ ਆਨੰਦ ਹੋ ਜਾਊਗਾ। ਜਿਵੇਂ ਗੁਰਬਾਣੀ 'ਚ ਬੋਲਾ ਗਿਆ ਹੈ, ਕਹਿੰਦੇ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਪਰਮਗਤ ਆਪ ਹੋ ਜਾਊਗੀ। ਬਸ ਸਾਨੇ ਦਾ ਸਹਿਜ ਹੁੰਦੀ ਮਾਲਿਕ ਦੇ ਨਾਮ ਦੀ, ਸਾਨੂੰ ਆ ਨਾਮ ਮਿਲਾ ਹੈ ਮਾਲਿਕ ਦੇ ਘਰ, ਤੇ ਇਹਦੀ ਭਗਤੀ ਕਰਨੀ ਹੈ, ਇਸ ਤੋਂ ਪ੍ਰੇਮ ਕਰਨਾ ਹੈ। ਭਗਤੀ ਤੋਂ ਭਾਵ ਹੈ ਪ੍ਰੇਮ ਕਰਨਾ ਹੈ, ਆਪਣੇ ਆਪ ਨੂੰ ਸਮਰਪਣ ਕਰਨਾ ਹੈ। ਜਿੱਥੇ ਅਸੀਂ ਇਸ ਆਵਾਜ਼ ਨੂੰ ਸੁਣ ਰਹੇ ਹਾਂ, ਇੱਕ ਤਾਂ ਹੋ ਗਿਆ ਕਿ ਸੁਣ ਰਹੇ ਹਾਂ ਲੇਕਿਨ ਕੋਈ ਰਸ ਨਹੀਂ ਬਣ ਰਿਹਾ। ਜਿੱਥੇ ਕਿ ਮਾਲਿਕ ਦਾ ਭਾਵ ਰੱਖ ਕੇ ਪ੍ਰੇਮ, ਕਿ ਇਹ ਆਵਾਜ਼ ਨੇ ਹੀ, ਸ਼ਬਦ ਗੁਰੂ ਨੇ ਸਤਿਕਾਰਯੋਗ ਹੋ ਕੇ ਸਾਨੂੰ ਮਾਲਿਕ ਦੇ ਸਨਮੁਖ ਕਰਨਾ ਹੈ, ਫਿਰ ਅਸੀਂ ਅੰਮ੍ਰਿਤ ਰਸ ਵੀ ਪੀਏਂਗੇ। ਇਹੋ ਜਿਹੀ ਆਪਣੀ ਇੱਕ ਸੋਚ ਨੂੰ ਬਣਾ ਕੇ, ਜੋ ਨਿਗੇਟਿਵ ਸੋਚ ਬਾਰ-ਬਾਰ ਆਈ ਜਾਂਦੀ ਹੈ, ਉਹਨੂੰ ਕੱਢਣਾ ਹੈ ਔਰ ਪੋਜ਼ੀਟਿਵ ਲੈਣਾ ਹੈ। ਤਾਂ ਫਿਰ ਜੋ ਹੈ ਸਾਡਾ ਮਨ ਸੱਚਾ ਹੋ ਜਾਊਗਾ। ਸੱਚਾ ਜਿਵੇਂ ਸੱਚਾ ਹੋ ਜਾਊਗਾ ਤੇ ਮਾਲਿਕ ਦੇ ਘਰ ਪ੍ਰਵਾਨ ਹੋ ਜਾਊਗਾ। ਇਸ ਕਰਕੇ ਹੀ ਸਾਨੂੰ ਇਹ ਬਾਰੀਕ ਬਾਰੀਕ ਚੀਜ਼ਾਂ ਦਾ ਧਿਆਨ ਰੱਖਣਾ ਹੈ, ਜੋ ਸਾਨੂੰ ਇਹ ਫਿਲਹਾਲ ਵਿਚਾਰ ਆਈ ਜਾਂਦੇ ਹਨ। ਔਰ ਅਸੀਂ ਫਿਰ ਇੱਕ ਬੇਨਤੀ ਕਰਾਂਗੇ ਕਿ ਬਹੁਤ ਜ਼ਿਆਦਾ ਗਿਆਨ ਇਕੱਠਾ ਕਰਨੇ ਦੀ ਜ਼ਰੂਰਤ ਨਹੀਂ ਹੈਗੀ। ਹੁਣ ਸਾਡਾ ਜੋ ਸਮਾਂ ਹੈ, ਜਿਨ ਗੁਰਮੁਖਾਂ ਨੂੰ ਨਾਮ ਦੀ ਕਿਰਪਾ ਹੋ ਗਈ, ਉਹਨਾਂ ਦਾ ਫਿਲਹਾਲ ਜੋ ਕੰਮ ਹੈ ਉਹ ਹੈ ਨਾਮ ਨੂੰ ਸੁਣ ਕੇ ਪਿਆਰ ਦੇ ਰਾਹੀਂ ਸੁਣਨ 'ਚ ਜਾਣਾ, ਸਹਿਜ ਦੇ ਵਿੱਚ ਜਾਣਾ। ਬਾਰ-ਬਾਰ ਇੱਕ ਵਾਰ ਚਲੇ ਗਏ ਫੇਰ ਜਾਓ, ਵਿਚਾਰ ਪਰੇਸ਼ਾਨ ਕਰਦੇ ਆ ਤੇ ਸਿਮਰਨ ਕਰੋ। ਕਿਉਂਕਿ ਹੁਣ ਗੁਰਬਾਣੀ ਨੂੰ ਇੱਕ ਵਾਰ ਨਹੀਂ, ਹਜ਼ਾਰ ਵਾਰ ਰਿਪੀਟ ਕਰਕੇ ਨੌਲੇਜ ਦਾ, ਗਿਆਨ ਦਾ ਗੁਰਬਾਣੀ ਗੁਰੂ ਸਾਨੂੰ ਵਹੀ ਦੇ ਰਹੇ ਹੈ। ਆਪਾਂ ਗੁਰਬਾਣੀ ਗੁਰੂ ਦੇ ਪਾਸ ਗਏ, ਉਹਨਾਂ ਨੇ ਕਿਹਾ ਕਿ ਤੁਸੀਂ ਨਾਮ ਨੂੰ ਸੁਣੋ, ਨਾਮ ਨੂੰ ਸੁਣ ਕੇ ਪਰਮ ਗਤੀ ਹੋਊਗੀ। ਠੀਕ ਹੈ, ਉਹਨਾਂ ਨੇ ਕਿਹਾ ਸਹਿਜੇ ਹੀ ਹਰ ਨਾਮ ਸਮਾਏ। ਨਾਮ ਦੇ ਬਾਰੇ 'ਚ ਉਹਨਾਂ ਨੇ ਸਾਨੂੰ ਬਤਾਇਆ, ਨਾਮ ਦੇ ਬਾਰੇ 'ਚ ਬਤਾਇਆ ਜਦ ਤੁਸੀਂ ਨਾਮ ਨੂੰ ਸੁਣੋਗੇ ਤੇ ਤੁਹਾਡੀ ਜੋ ਤੁਹਾਨੂੰ ਜੋ ਜਨਮ ਦੀ ਭੁੱਖ ਲੱਗੀ ਹੋਈ ਹੈ ਉਹ ਹਮੇਸ਼ਾ ਦੇ ਲਈ ਖਤਮ ਹੋ ਜਾਊਗੀ। ਜਿਵੇਂ ਕਿ ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਸਮਝਾਇਆ ਗਿਆ ਹੈ, ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ, ਜਿਤ ਖਾਈਏ ਹਮਕੋ ਤ੍ਰਿਪਤ ਭਈ। ਹਰ ਨਾਮ ਹਮਾਰਾ ਪਹਿਨਣ, ਜਿਤ ਫਿਰ ਨੰਗੇ ਨਾ ਹੋਵੇਂ, ਹੋਰ ਪਹਿਨਣ ਕੀ ਹਮਰੀ ਸਰਦ ਗਈ। ਹਰ ਨਾਮ ਹਮਾਰਾ ਬਣਜ, हर नाम ਵਪਾਰ, ਹਰ ਨਾਮੇ ਕੀ ਹਮਕੋ ਸਤਿਗੁਰੂ ਕਾਰ ਕੁੰਨੀ ਦੇਈ। ਜਬ ਸਾਨੂੰ ਮਾਲਿਕ ਨੇ ਉਹ ਹਰ ਨਾਮ ਦੀ ਕਾਰਕੁਨੀ ਦੇ ਦੀ ਹੈ ਨਾ, ਤੇ ਹੁਣ ਸਾਨੂੰ ਉਹਦਾ ਲਾਹਾ ਖੱਟਣਾ ਚਾਹੀਏ ਨਾ। ਹੁਣ ਬਾਰ-ਬਾਰ ਅਸੀਂ ਪਿੱਛੇ ਆ ਕੇ ਗਿਆਨ ਨੂੰ ਦ੍ਰਿੜ ਕਰੀ ਜਾਵੇਂ, ਗਿਆਨ ਨੂੰ ਦ੍ਰਿੜ ਕਰੀ ਜਾਵੇਂ। ਉਹ ਉਹਨਾਂ ਨੇ ਬਤਾ ਦਿਆ, ਇਹ ਕਲੀਅਰਟੀ ਨੂੰ ਪਕੜੋ, ਉਹਨਾਂ ਨੇ ਬਤਾ ਦਿਆ। ਹੁਣ ਨਾਮ ਦੀ ਸੇਵਾ ਕਰੋ, ਜੋ ਸਵਾਸਥ ਰੂਪੀ ਧਨ ਹੈ ਉਹਨੂੰ ਨਾਮ ਦੀ ਸੇਵਾ 'ਚ ਲਾਓ। ਔਰ ਜਿਵੇਂ ਕਿ ਸੁਹਾਗਨ ਦਾ, ਇੱਕ ਦੁਹਾਗਨ ਦਾ ਗੁਰਬਾਣੀ ਗੁਰੂ ਦੇ ਵਿੱਚ ਬਹੁਤ ਲੰਬਾ ਇੱਕ ਵਿਸਤਾਰ 'ਤੇ ਸਮਝਾਇਆ ਗਿਆ ਹੈ ਕਿ ਆਪਣੀ ਸੁਰਤ ਨੂੰ ਸਜਾਓ, ਸਵਾਰੋ ਉਹਨੂੰ,
ਹੀਰਾ ਦਾ ਰਤਨਾ ਦੇ ਵਿੱਚ ਜੜ ਕੇ ਹਾਰ ਗਲੇ ਦੇ ਵਿੱਚ ਪਾ ਲਓ, ਸਹਿਜ ਸੰਤੋਖ ਸਵਰ ਦਾ ਕੱਪੜਾ ਪਾ ਲਓ, ਸਿਫਤ ਸਲਾਹ ਦਾ ਕੱਪੜਾ ਪਾ ਕੇ ਬਹਿ ਜਾਓ, ਮਾਲਿਕ ਆਪ ਆ ਜਾਊਗਾ ਲੈਣੇ। ਕਿਸੇ ਦੀ ਲੋੜ ਨਹੀਂ ਹੈ, ਬਹੁਤ ਸਾਰਾ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ। ਸਜ ਸਵਰ ਕੇ ਬਹਿ ਜਾਓ, ਸੁਰਤੀ ਨੂੰ ਬਿਠਾ ਲਓ, ਆਪ ਮਾਲਿਕ ਆਊਗਾ ਲੈਣੇ। ਸਾਡੀ ਸੇਜ ਤੋਂ ਆਪ ਹੀ ਮਾਲਿਕ ਨੇ ਆਉਣਾ ਹੈ। ਬਸ ਸਾਨੇ ਹੁਕਮ ਦੇ ਵਿੱਚ ਰਹਿ ਕੇ ਬੈਠੇ ਰਹਿਣਾ ਹੈ, ਮਾਲਿਕ ਆਪ ਆਏਂਗੇ ਸਾਨੂੰ ਲੈਣੇ। ਬਿਲਕੁਲ ਇਹ ਜੋ ਸਾਨੂੰ ਨਿੱਕੇ ਨਿੱਕੇ ਵਿਚਾਰ ਪਰੇਸ਼ਾਨ ਕਰਦੇ ਨੇ, ਪਤਾ ਨਹੀਂ ਅਸੀਂ ਕਿਉਂ ਨਹੀਂ ਉੱਧਰ ਮਾਲਿਕ ਦੇ ਅੱਗੇ ਹਾਜ਼ਰ ਹੋ ਰਹੇ, ਕਿਉਂ ਨਹੀਂ ਹੋ ਰਹੇ, ਇਹ ਕਿਉਂ ਵਾਲੇ ਵੀ ਕੁਐਸਚਨ ਕੱਢ ਦੇਣੇ ਹੈ। ਸਾਨੇ ਕਰਨਾ ਨਾਮ ਨੂੰ ਸੁਣਨਾ ਹੈ, ਨਾਮ ਨੂੰ ਸੁਣੋ। ਤੇ ਜੋ ਗੁਰੂ ਸਾਹਿਬਾਨ ਜੀ ਨੇ ਭਗਤ ਜਨਾਂ ਨੇ ਕਹਿ ਦਿਆ ਤੇ ਅਸੀਂ ਸਨਮੁਖ ਹੋਏਂਗੇ, ਉਹਨਾਂ ਦੀ ਬਾਤ ਨੂੰ ਸੱਚ ਸੱਚ ਕਰਕੇ ਮੰਨੋ। ਇਹਨੂੰ ਪੰਜਾਂ ਦੀ ਨਾ ਮੰਨੋ, ਇਹ ਪੰਜ ਵਿੱਚ ਜੋ ਕਹੇ ਜਾਣੇ ਨਾ ਹੋਏ ਤੋ ਹੁਣੇ ਤਾਂ ਤੂੰ ਜਾ ਹੀ ਨਹੀਂ ਰਿਹਾ, ਇਹੀ ਤਾਂ ਨਹੀਂ ਜਾਣ ਦੇ ਰਹੇ ਸਾਨੂੰ। ਇਹ ਨਿੱਕੇ ਨਿੱਕੇ ਜੋ ਵਿਚਾਰ ਹੈ ਉਹ ਸਾਨੇ ਪਰਫੈਕਟ ਇੱਕਦਮ ਤੇ ਨਾਮ ਨੂੰ ਹੀ ਸੁਣਨਾ ਹੈ। ਨਾਮ ਦੇ ਵਿੱਚ ਇੰਨੀ ਪਾਵਰ ਹੈ, ਸਾਡੀ ਸੁਰਤ ਨੂੰ ਆਪ ਹੀ ਉਹ ਆਪਣੇ ਵਿੱਚ ਸਮਾ ਲਓ। ਸਾਨੇ ਤਾਂ ਇੱਕ ਡਿਊਟੀ ਲਗਾਉਣੀ ਹੈ, ਜੋ ਵਿੱਚ ਵਿਚਾਰ ਆਈ ਜਾਂਦੇ ਇਹਨਾਂ ਨੂੰ ਨਹੀਂ ਸੁਣਨਾ, ਬਿਲਕੁਲ ਨਹੀਂ ਇਹਨਾਂ ਨੂੰ ਸੁਣਨਾ। ਇਹਨਾਂ ਤੋਂ ਆਪਣੇ ਧਿਆਨ ਨੂੰ ਬਿਲਕੁਲ ਹਟਾਉਣਾ ਹੈ ਕਿ ਇਹਨਾਂ ਦੀ ਬਾਤ ਹੀ ਨਹੀਂ ਸੁਣਨੀ ਹੁਣ ਕਤੀ ਵੀ। ਆਹ ਸੁਣਨ ਦਾ ਖੇਲ ਹੈ, ਸਹਿਜ ਦਾ। ਇਹਨਾਂ ਨੂੰ ਸੁਣਨਾ ਬੰਦ ਕਰਨਾ ਹੈ, ਕਿਉਂਕਿ ਜੋ ਸਾਡੇ ਕੰਨ ਹੈ ਨਾ, ਇਹਨਾਂ ਨੂੰ ਸੁਣਨੇ ਦੇ ਆਦੀ ਹੋ ਗਏ। ਇਹਨਾਂ ਦੀ ਬਾਤ 'ਤੇ ਜਲਦੀ ਭਰੋਸਾ ਕਰ ਲੈਂਦੇ हैं और जो गुरु ਸਾਹਿਬਾਨ ਭਗਤ ਜਨ ਗੁਰਮੁਖ ਜੋ ਸਾਨੂੰ ਬਤਾ ਰਹੇ ਉਹਨੂੰ ਭੁੱਲ ਜਾਂਦੇ ਹੈ। ਤੇ ਸਾਨੇ ਹੁਣ ਇਸ ਚੀਜ਼ ਨੂੰ ਦੇਖਣਾ ਹੈ ਕਿ ਉਹਨਾਂ ਨੇ ਸਾਨੂੰ ਬਤਾ ਦਿਆ ਕਿ ਜਿਨ੍ਹਾਂ ਦੀ ਝੋਲੀ ਦੇ ਵਿੱਚ ਨਾਮ ਪਾ ਦਿਆ ਉਹ ਬੜੇ ਭਾਗਾ ਵਾਲੇ ਹੈ। ਔਰ ਜੋ ਬੜੇ ਭਾਗਾ ਵਾਲੇ ਹੋ ਗਏ ਤੇ ਮਾਲਿਕ ਨੇ ਉਹਨਾਂ ਨੂੰ ਨਾਮ ਦਿਆ ਹੈ ਤੇ ਉਹਨਾਂ ਨੇ ਸਹਿਜ ਧੁੰਤੀ ਭਗਤੀ ਕਰਨੀ ਹੈ, ਸੁਣ ਕੇ ਪ੍ਰੇਮ ਕਰਨਾ ਹੈ। ਔਰ ਕੋਈ ਵਿਚਾਰ ਨਹੀਂ ਲੈਣਾ ਕਿ ਅਸੀਂ ਪਾਰ ਉਤरेंगे ਨਹੀਂ ਉਤरेंगे, ਨਹੀਂ। ਪ੍ਰੋਪਰ ਇੱਕ ਹੀ ਕੰਮ ਰਹਿ ਗਿਆ, ਉਹਨੂੰ ਸੁਣਨ ਦਾ, ਪਿਆਰ ਤੋਂ। ਬਸ ਉਹਨੂੰ ਸੁਣੀ ਜਾਓ। ਜੇ ਤੁਸੀਂ ਉਹਨੂੰ ਸੁਣੀ ਜਾਓਗੇ ਕਿਸੇ ਦੀ ਨਿੰਦਾ ਨਹੀਂ ਕਰ ਸਕਦੇ, ਕਿ ਉਹ ਤੁਹਾਡੇ ਪਾਸ ਸਮੇਂ ਨਹੀਂ ਹੈ। ਜੇ ਉੱਥੇ ਤੇ ਉਠੋਗੇ ਤਾਂ ਹੀ ਤਾਂ ਕਿਸੇ ਦੀ ਨਿੰਦਾ ਕਰੋਗੇ। जब उस आवाज़ ਨੂੰ ਸੁਣਨਾ ਬੰਦ ਕਰੋਗੇ जब ही तो किसी तो दुविधा करोगे। ਜੇ ਤੁਸੀਂ ਉਸ ਆਵਾਜ਼ ਦਾ ਪਿੱਛਾ ਹੀ ਨਹੀਂ ਛੋੜਨੇ ਦੇ ਤੇ ਤ੍ਰੈ ਗੁਣਾ ਦੇ ਵਿੱਚ ਨਹੀਂ ਆਣੇ ਦੇ। ਜਬ ਤ੍ਰੈ ਗੁਣਾ ਦੇ ਵਿੱਚ ਨਹੀਂ ਆਣੇ ਦੇ ਤਾਂ ਕਿਸੇ ਦੇ ਸਾਥ ਧੱਕਾ ਨਹੀਂ ਕਰਨੇ ਦੇ, किसी के साथ कोई गलत विचार नहीं करने दे। क्यों? क्योंकि ਤੁਹਾਨੂੰ फुर्सत ही नहीं होने दी उस आवाज़ तो अलग होने दी। ਕਹਿਣ ਤੋਂ ਭਾਵ ਹੈ ਕਿ ਉਹਦਾ ਪਿੱਛਾ ਕਰਨਾ ਹੈ। ਹੁਣ ਜਿਨ੍ਹਾਂ ਨੂੰ ਉਹ ਗੁਰਮੁਖਾਂ ਨੂੰ ਨਾਮ ਦੀ ਦਾਤ ਮਿਲ ਗਈ, ਪ੍ਰੋਪਰ ਸਿਰਫ ਉਹਦਾ ਪਿੱਛਾ। ਸੁਖਮ ਦੇ ਵਿੱਚ ਵੀ ਵਿਚਾਰ ਆ ਰਹੇ ਨਾ, तो उन्होंने फटाफट मना कर दो, नहीं ऐसा नहीं है। गुरु साहिबान जी कह रहे हैं तो इस आवाज़ ਨੂੰ सुनो, प्यार से सुनो, प्यार से सुनो, बस ਅਸੀਂ पार हो जाएंगे। नॉर्मल रास्ता है बिल्कुल। वाहिगुरु जी का खालसा, वाहिगुरु जी की फतेह। ਹਾਂਜੀ, ਕਰੋ ਕਿਰਪਾ ਭੈਣ ਜੀ। ਠੀਕ ਹੈ, ਤੁਹਾਡਾ ਸਾਰਿਆਂ ਦੇ ਕੁਐਸਚਨ ਆਨਸਰ ਕੀਤੇ ਹੈਗੇ ਆ। ਕਈਆਂ ਗੁਰਮੁਖਾਂ ਦੇ ਇਹਦੇ ਨਾਲ ਸੋਲਵ ਹੋ ਗਏ ਹੋਣਗੇ। ਸੋ ਕਰੋ ਕਿਰਪਾ ਜੋ ਤੁਹਾਨੂੰ ਵਾਹਿਗੁਰੂ ਬਖਸ਼ਦਾ ਹੈਗਾ। ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰਮੁਖੋ, ਆਪਾਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਗੁਰੂ ਨੂੰ ਮੁੱਖ ਰੱਖਦੇ ਹੋਇਆ ਵਿਚਾਰ ਕਰਨੀ ਹੈ। ਤੇ ਆਓ ਆਪਾਂ ਉਹਨਾਂ ਤੋਂ ਪੁੱਛਦੇ ਹਾਂ ਕਿ ਆਪਾਂ ਨੂੰ ਹੁਣ ਅੱਗੇ ਕਿਸ ਤਰੀਕੇ 'ਤੇ ਵਿਚਰਨਾ ਹੈ ਔਰ ਕਿਸ ਤਰੀਕੇ 'ਤੇ ਉਹਨਾਂ ਦੀ ਬਾਣੀ ਨੂੰ ਮੁੱਖ ਰੱਖ ਕੇ ਆਪਣੀ ਜੀਵਨ ਦੀ ਜਾਂਚ ਨੂੰ ਸਿੱਖਣਾ ਹੈ। ਬਹੁਤ ਹੀ ਸਤਿਕਾਰਯੋਗ ਹੋ ਕੇ ਆਪਾਂ ਨੇ ਉਹਨਾਂ 'ਤੇ ਅਕਥ ਦਾ ਗਿਆਨ ਲੈਣਾ ਹੈ, ਸਾਰਿਆਂ ਨੇ ਹੀ ਆਪਾਂ ਨੇ। ਜਿਵੇਂ ਕਿ ਗੁਰਬਾਣੀ ਗੁਰੂ ਸਾਨੂੰ ਸੋਝੀ ਦਿੰਦੇ ਹੈ ਕਿ ਨੇ ਪੁਸਤਕ ਪਾਠ ਵਿਆਕਰਣ ਬਖਾਣੈ ਸੰਧਿਆ ਕਰਮ ਤੇ ਕਾਲ ਕਰੈ ਬਿਨ ਗੁਰ ਸ਼ਬਦ ਮੁਕਤ ਕਹਾ ਪ੍ਰਾਣੀ ਰਾਮ ਨਾਮ ਬਿਨ ਉਰਜ ਮਰੈ। ਉਹ ਕਹਿੰਦੇ ਕਿ ਬਈ ਗੁਰਬਾਣੀ ਗੁਰੂ ਦੀ ਤੁਕਾਂ ਦੇ ਅਰਥ ਵਿਆਕਰਣ ਨੂੰ ਲੈ ਕੇ ਭਾਵੇਂ ਕਿੰਨੀ ਕਿਉਂ ਨਾ ਕਰੀ ਜਾਵੇਂ, ਕਿੰਨੇ ਹੀ ਗ੍ਰੰਥ ਕਿਉਂ ਨਾ ਪੜ੍ਹ ਲੈਵੇਂ, ਕਿਤਨਾ ਹੀ ਤੂੰ ਦ੍ਰਿਸ਼ਟਮਾਨ ਰੂਪ ਦੇ ਵਿੱਚ ਗਿਆਨੀ ਕਿਉਂ ਨਾ ਹੋ ਜਾਵੇਂ, ਲੇਕਿਨ ਗੁਰਬਾਣੀ ਗੁਰੂ ਸਾਨੂੰ ਸੋਝੀ ਦੇ ਰਹੇ ਜਬ ਤੱਕ ਤੂੰ ਸ਼ਬਦ ਗੁਰੂ ਨੂੰ ਨਹੀਂ ਪਾ ਲੈਂਦਾ, ਰਾਮ ਦੇ ਨਾਮ ਨੂੰ ਨਹੀਂ ਜਪ ਲੈਂਦਾ। ਰਾਮ ਦਾ ਨਾਮ ਕੀ ਹੋ ਗਿਆ? ਜੋ ਆਪਾਂ ਸੁਣਦੇ हैं, जो ਆਪਾਂ या ਵਾਹਿਗੁਰੂ ਗੁਰਮੰਤਰ ਕਰਦੇ हैं या ਗੁਰਮੰਤਰ ਹੈ ਵਾਹਿਗੁਰੂ या ਗੁਰਮੰਤਰ ਹੈ ਤ੍ਰੈ ਗੁਣਾ ਤੋਂ ਮਨ ਨੂੰ ਅਤੀਤ ਕਰਨ ਦਾ। ਔਰ ਜੋ ਨਾਮ ਹੈ ਜੋ ਆਪਾਂ ਸੁਣ ਰਹੇ हैं, जिन ਗੁਰਮੁਖਾਂ ਤੋਂ ਨਾਮ ਦੀ ਕਿਰਪਾ ਹੋ ਗਈ ਉਹਨਾਂ ਨੂੰ ਪਤਾ ਚੱਲ ਗਿਆ, ਕਿਉਂਕਿ ਗੁਰਬਾਣੀ ਗੁਰੂ ਸਾਨੂੰ ਸੋਝੀ ਦੇ ਰਹੇ ਕਿ ਉਸ ਨਾਮ ਨੂੰ ਕੋਈ ਲਿਖਣ ਪੜ੍ਹਨ ਦੇ ਵਿੱਚ ਨਹੀਂ ਲਾ ਸਕਦਾ। ਇਹਨੇ ਕਾਗਦ ਕਲਮ ਨਹੀਂ ਲਿਖਣ ਹਾਰ, ਮੰਨੇ ਕਹਾ ਵਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਕਿਨੇ ਉਸ ਆਵਾਜ਼ ਨੂੰ, ਉਸ ਮਾਲਿਕ ਦੇ ਮੁਖ ਦੀ ਆਵਾਜ਼ ਨੂੰ ਕਾਗਦ ਕਲਮ ਦੇ ਨਾਲ ਨਹੀਂ ਲਿਖਾ ਜਾ ਸਕਦਾ। ਜਿਨ ਗੁਰਮੁਖਾਂ ਦਾ ਪ੍ਰੈਕਟੀਕਲ ਹੋ ਰਿਹਾ ਹੈ ਉਹ ਆਪ ਖੁਦ ਇਸ ਚੀਜ਼ ਤੋਂ
ਮਤਲਬ ਵਾਕਿਫ ਹੋ ਗਏ ਹੋਣਗੇ ਕਿ ਉਹਨੂੰ ਨਹੀਂ ਕਾਗਜ਼ ਕਲਮ ਦੇ ਨਾਲ ਲਿਖਾ ਜਾ ਸਕਦਾ, ਕੋਈ ਨਹੀਂ ਉਹਨੂੰ ਲਿਖ ਸਕਦਾ। ਤੇ ਗੁਰੂ ਸਾਹਿਬਾਨ ਔਰ ਭਗਤ ਜਨ ਸਾਨੂੰ ਸੋਝੀ ਦੇ ਕੇ ਗਏ हैं। ਤੇ ਫਿਰ ਆਪਾਂ ਕਿਸ ਅੱਜ ਤੱਕ ਜੋ ਆਪਣਾ ਸਮਾਂ ਆਪਣਾ ਬੀਤ ਗਿਆ, ਬਹੁਤ ਸਮਾਂ ਬੀਤ ਗਿਆ, ਔਰ ਸੰਸਾਰ ਦੇ ਵਿੱਚ ਨਿਗਾਹ ਮਾਰ ਕੇ ਦੇਖੋ ਵਾਹਿਗੁਰੂ ਕਿ ਗੁਰਬਾਣੀ ਗੁਰੂ ਦੇ ਹੀ 4 ਸ਼ਬਦ 5 ਸ਼ਬਦ 7 ਸ਼ਬਦ ਇਸੇ ਤਰੀਕੇ ਤੇ 2 ਸ਼ਬਦ, 2 ਤਾਂ ਭਾਵੇਂ ਬਹੁਤ ਹੀ ਘੱਟ ਲੋਕ ਦਿੰਦੇ ਆ, 5 7 ਹੀ ਸ਼ਾਇਦ ਦਿੰਦੇ ਹੈ, ਉਹ ਦੇ ਦਿੰਦੇ ਵਰਡ ਉਠਾ ਕੇ ਕਿ ਇਹ ਨਾਮ ਹੈ, ਇਹਨੂੰ ਜਪੋ। जबकि गुरबाणी गुरु जो भगत वान है, गुरु हैं, वो सानू सोझी दे रहे हैं कि भी नाम नू लिखा पढ़ा नहीं जा सकता। तुसी क्यों भुलेखा दे विच जा रहे हो, क्यों उन्होंने बार बार दृढ़ करी जा रहे हो। वो अखरां दे विच लिखे हुए वर्ड है, उन्हां तो तां उन्हां दे अर्थ है, उन्हां दे प्रैक्टिकली अर्थ है, उन्हां नू अपने मन ते खोलना है। उन्हां नू जप जप के असीं पार नहीं हो सकते। साने नाम दी भगती करनी है, उस नाम दी भगती जिन्नू कोई लिख नहीं सकता, उन्होंने केवल और केवल सारा मन सुन सकता है। और वो कोई एक आवाज़ नहीं हैगी। जब आप उन्होंने सुनते जाएंगे जो गुरमुख सुन रहे हैं वो आप खुद देख सकते हैं, वो कोई एक आवाज़ नहीं हैगी। एक तो ध्यान लाओगे दूजी है, दूजी तो बाद तीजी है, वो पता नहीं किन्ने तरीके दी आवाज़ां चल रही हैं। तो इस करके साने प्रैक्टिकली अपने जीवन की जांच नूं सीखना है। जिवें कि गुरबाणी गुरु दे विच बोला गया है, कहने अत सुंदर कुलीन चतुर्मुख ड्यानी धनवंत मृतक कहिए नानका जह प्रीत नहीं भगवंत। कहने जिन्हां नूं प्रीत नहीं है मालिक दे घर दी, जिन्हों मालिक दी सोझी नहीं हैगी, ते कहने उन्होंने मृतक दे समान है, वो मरा हुआ है। वो आपां कहने कि आपां जिंदे हैं, हुणे आपां माया दे गर्भ दे विच परोए होए हैं। जिस दिन असी नाम दे राही मालिक दे घर सन्मुख हो जाएंगे, उस दिन साड़ा असली जन्म होगा, वो होगा साड़ा असली जन्म। हुणे तां आपां जन्म मरण दे खंडन ही नहीं होया अपना, आपां इत्थे जूना दे विच किन्ना समय हो गया घेरा लाई जा रहे हैं, आवन जावन चक्कर खत्म ही नहीं हो रहा। ਇੱਥੇ आई जाने बार बार ਇੱਥੇ आई जाने, और साने साड़ी सुरत नूं एक साड़े मन नूं एक भुलेखा लग गया, सब तो बड़ा भुलेखा कि जो झूठ है उन्होंने सच मन बैठे और जो सच है उन्होंने झूठ मन बैठे। मनने ते भाव समझ गए ना कि मनना सारा खेल मनने ते शुरू हो रहा है। गुरबाणी गुरु नूं मन्नोगे, गुरबाणी गुरु नूं आपां सारे फॉलो करेंगे, मन्नेंगे, मालिक दे घर सन्मुख जरूर होएंगे। जिवें कि साने दुनिया नूं मन्ना ते अज आपां उहदे विच विचर रहे हैं, उहदे रूल फॉलो कर रहे हैं। जो कनाडा दे विच बैठा वो कनाडा दे रूल फॉलो कर रहा। क्यों? अगर वो ना मन्ने ते उहनूं उत्थे ਉਹਦੇ साथ जो है गलत व्यवहार करा जाऊगा, कहने भी आता मनदा नहीं, क्योंकि भाव है मनने ते। जो इंडिया दे विच रह रहा वो इंडिया दे फॉलो कर रहा, जो जिथे आस्ट्रेलिया च रह रहा, जो जिथे बैठा, अगर वो उत्थे दी बात नहीं मनूगा तो उत्थे दी सोसाइटी उन्होंने नकार दूगी, उन्होंने अपने विच नहीं रखोगी। भाव की है मनने का, मनने की चीज़ नूं समझो। जब तक कि असी मनदे नहीं तो वो जब तक असी उस दायरे दे विच नहीं खेल सकते, नहीं एंटर हो सकते। जिवें असी उधर जाएंगे, असी उन्हों नहीं मन्नेंगे तो सानू वो लोग अपने आप ते अलग कर देंगे और सानू जिथे तक है तो वो मूर्ख बताएंगे, मूर्ख। ते गुरबाणी गुरु दे विच भी मनमुख बोला गया है, मूर्ख बोला गया है, चोर बोला गया है, जो नाम ते दूर हैं और जो गुरमत के ज्ञान नूं नहीं दृढ़ करते, जो नहीं फॉलो करते, तो उन्होंने मनमुख बोला गया है, जो मनमत नूं वरतते हैं। तो भाव की है? भाव है मनना। जब तक असी मनदे नहीं, जब तक असी पार नहीं हो सकते, चाहे असी पूरी जिंदगी ही क्यों ना बार बार दृष्टमान रूप दे विच ज्ञान दृढ़ करी जावें। भाव है मन नूं मनाने दा कि जो असी सुन रहे हैं उहदे विच ते अगर असी 1% 2% डेली दा असी अद्धा परसेंट भी अगर मन्नेंगे तो असी बहुत छेती माया तो अपने आप नूं बख कर लेंगे। लेकिन भाव है मनने दा। फिर असी यही कहेंगे कि असी सुनते वाहिगुरु बहुत हैं, बहुत सुनते हैं, क्योंकि अपने मन की वृत्ति ऐसी हो गई। लेकिन या जो साड़ा मन है या मनने नूं तैयार नहीं है, या प्रूफ मंगदा है हर चीज़ का। तो इनू चैलेंज करो, जे तेनू प्रूफ चाहिए तो तेनू टिकना पड़ूगा। तू टिक, तू सिमरन कर। गुरबाणी गुरु कह रहे ना सिमरन कर, मन सिमरन कर। जे तेनू फिर कुछ रिजल्ट ना मिले तो फिर तू कह सकदा है। तो इनू प्रूफ चाहिए हुंदा, हर चीज़ का सबूत मंगदा है। तो जे इनू सबूत चाहिए तो इनू चैलेंज करो कि भी तू टिक, इनू टिकाओ बार बार। जब तक असी इनू टिकाने दे नहीं,
जब तक साड़ी गल बिल्कुल नहीं बननी। सानू ਇਹਦੇ ਸਾਥ बहुत ही होशियारी तो बहुत ही ਜਿਵੇਂ ਲਾ ਲਓ ਬਰੀਕੀ ਦੇ ਵਿੱਚ ਸਹਿਜ ਦੇ ਨਾਲ ਪਿਆਰ ਦੇ ਨਾਲ ਵਰਤਾਵ ਕਰਨਾ ਪੜੂਗਾ, जब जाके यह टिकूगा। और है तो कम करना पड़ूगा, क्योंकि असी की सोचने हैं अद्धा घंटा कथा हो गई, ठीक है जी फतेह बुला ली, फिर असी अपने कम काज च लग गए। नहीं वाहिगुरु, असी मालिक दे मिलाप चाह रहे हैं, तो वो अद्धे घंटे दे विच जो गुरु साहिबान जी ने भगत जना ने सानू सोझी दी, वो बाकी दे जो 23.5 घंटे बचे, कुछ टाइम साड़ी सहज दे विच जाने का हो गया, जो जागृत समय का मतलब समय है साढ़े पास, ਉਹਦੇ ਵਿੱਚ ਉਹਨੂੰ ਸਾਨੇ ਕਮਾਣਾ है, देखना है मनु कि भी तू इनू कमा, जो गुरु साहिबान जी ने भक्ति जना ने बोला है। जितना वो कमाऊगा फिर उन्होंने अपने आप ही महसूस होना शुरू हो जाऊगा कि वाकई पहले तो तू चेंज हो गया। अपने आप उन्होंने किसी से पूछने की जरूरत नहीं हैगी, अपने अंदर ते ही सारा कुछ आना शुरू हो जाऊगा। बदलाव बोल चाल दे विच बदलाव, बॉडी दे रहन सहन दे विच बदलाव, मन की वृत्ति दे विच बदलाव। कहन तो भाव है कि जब असी गुरबाणी गुरु नू फॉलो करेंगे, जब तक फॉलो नहीं करते सुनन तक सीमित रहेंगे, तो फिर वाहिगुरु गुरु ग्रंथ साहब महाराज जी की आपां नहीं बता सकते, गुरु ग्रंथ साहब जी नू नहीं कह सकते कि असी, या फिर गुरमुखा दी संगत की भी गलती असी नहीं बता सकते कि असी तो जी संगत इन्ना समय हो गया वाहिगुरु संगत करते हुए गल नहीं बनती। गल जब ही नहीं बनती जब असी फॉलो नहीं करते। असी पूरे 100% कह सकते हैं जो फॉलो करूगा ਉਹਦੀ ਗੱਲ बनने ते कोई संसार ਦੇ ਵਿੱਚ ਉਹਨੂੰ रोक नहीं सकता। ਤੇ ਆਪਾਂ ਕਹਿੰਦੇ ਜੀ ਅਸੀਂ ਕਰਦੇ ਤਾਂ ਹੈ ਵਾਹਿਗੁਰੂ, ਪਤਾ ਨਹੀਂ ਕੀ ਹੋਈ ਜਾ ਰਿਹਾ। ਅਰੇ ਜੋ ਅਸੀਂ ਕਰਾਂਗੇ ਉਹਦਾ ਰਿਜ਼ਲਟ ਜ਼ਰੂਰ ਆਊਗਾ, ਭਾਵੇਂ 100% ਦਾ 100 ਨਾ ਆਵੇ, ਸ਼ੁਰੂ ਦੇ ਵਿੱਚ 30 ਆਵੇ, 20 ਆਵੇ, 40 ਆਵੇ, ਕਿਉਂਕਿ ਆਪਾਂ ਹੁਣੇ ਚੱਲਣਾ ਸਿੱਖ ਰਹੇ ਹਾਂ। ਲੇਕਿਨ ਜੇ ਆਪਾਂ ਕਰਾਂਗੇ ਹੀ ਨਹੀਂ, ਜਿਵੇਂ ਲਾ ਲਓ ਇੱਕ ਬੱਚਾ ਹੈ, ਉਹਦੇ ਸਾਹਮਣੇ ਟੈਸਟ ਪੇਪਰ ਆ ਗਿਆ, ठीक है जी, बाकी बच्चों को भी टैसट पेपर मिला, उन्होंने भी टैसट पेपर मिला, सेम ही मिला सारिਆਂ ਨੂੰ, ਤੇ ਇੱਕ ਬੱਚਾ ਤਾਂ फटाफट ਉਹਨੂੰ करने च लग गया जी, ठीक है। और एक बच्चा जी पेंसिल लेके बस बैठा है, टैसट पेपर ਉਹਨੂੰ भी आया, उन्हें भी क्वेश्चन पढ़ लिए, ਉਹਨੂੰ भी पता है कि पूछा जा रहा है ਵਿੱਚ, लेकिन वो लिखता ही नहीं, उस तो कम ही नहीं करता, ਤੇ ਉਹ ਕਹਿੰਦੀ मेरे तो 0 ही नंबर आने। ਤੇ ਵਾਹਿਗੁਰੂ ਉਹਦੇ ਵਿੱਚ ਟੈਸਟ ਪੇਪਰ बट्टने वाले ਦੀ या टैसट पेपर छापने वाले की गलती नहीं है, वो उस बच्चे की गलती है। उन्हें जब हत्थ ही नहीं चलाया, ਉਹਦੇ ਵਿੱਚ कुछ लिखा ही नहीं, अपने सुरत का इस्तेमाल ही नहीं करा, तो वो टीचर की गलती हो गई। वो कहते जी मैंने 0 दे दिया। वाहिगुरु जब असी उस पर कम ही नहीं करेंगे, उन्होंने फॉलो ही नहीं करेंगे, तो फिर सानू तो 0 ही मिलना है ना, अगे तो सानू तो नंबर ही नहीं मिलने, कहन तो भाव अवस्था बढ़ेगी ही नहीं। इस करके जब आप जो बच्चा लिखूगा, चाहे उन्होंने 2 क्वेश्चन आने, उन्हें 2 लिखे, 8 नहीं लिखे, 2 लिखे, तो उन्होंने 4 नंबर मिल जाएंगे। फिर वो अगली बार देखूगा कि कितने कितने मिस्टेक थी, फिर दोबारा तैयारी करूँगा, फिर अगली बार 6 मिल जाएंगे, फिर 7 मिल जाएंगे। इस तरीके से वो करी जाऊगा, एक दिन वो नंबर पूरे दे विच पूरे आएंगे। लेकिन आएंगे जब जब वो उस विषय तो कम करूँगा, अपने आप नूं उहदे विच टाइम दूगा। वो जिहड़ा बच्चा क्लास दे विच भी जाके बैठ रहा है, टीचर की क्लास भी लै रहा है, परीक्षा दे विच भी बैठ रहा है, वो कहंदा जी जांदा तां मैं भी रोज़ एबसेंट, एक दिन नहीं मैं होया, और टेस्ट पेपर भी मैंने लिया, टेस्ट पेपर भी मैंने दिया, और यह नहीं कहता कि मैंने कुछ ना ही पढ़ा ना ही मैंने कुछ लिखा। कहता जी मैं एक भी दिन अपसेंट नहीं होया, डेली प्रजेंट, बाकी बच्चों तो भी पहले मैं जाके बह जाना। तो कहने भाई जब तू जा इस भाव नूं पकड़ कि तू स्कूल दे विच जांदा क्यों है, काबिल होने के लिए जाना है, या थोड़ी है कि डेली स्कूल च जाना आना आना जाना। वो कहने भी जानदा क्यों है, इस बरीकी नूं पकड़, अपने आप नूं काबिल बनाने के लिए, अपने आप नूं कुछ बनाने के लिए तो उत्थे जाना। तो जे तू वो ही ना करें तो स्कूल की गलती किवें हो गई, टीचरां की गलती कित्थे हो गई, है ना। तो कहने का भाव है कि जब आप कथा दे विच आने हैं, गुरु ग्रंथ साहब महाराज जी तो सोझी लैने हैं, तो उस तो साने कम करना हुंदा है। जे सानू समझ दे विच नहीं आ रहा फिर पुछो, कोई फीस नहीं लगती साड़ी, कुछ भी नहीं, साने तो एवं बस पूछ ही जाना है। और इतने अच्छे सानू गुरु साहबान हैं, गुरु भक्त जन हैं, और जो बरसाए हुए गुरमुख हैं, वो सानू एक बार भी आ नहीं कहते कि जी तुसी 2 बार क्यों पूछ रहे हो, 3 बार नहीं, पूछ ही जाओ जितनी बार, जब तक क्लियर नहीं होता पूछ ही जाओ। लेकिन वाहिगुरु पूछूगा भी वो जिन्हों चलना है,
ਜੋ ਬੱਚੇ ਨੂੰ ਪਾਸ ਹੀ ਨਹੀਂ ਹੋਣਾ, ਜਿਹਦਾ ਇੱਛਾ ਹੀ ਨਹੀਂ ਹੈਗੀ ਪੜ੍ਹਨੇ ਤੋਂ, ਬੱਚਾ ਵਾਹਿਗੁਰੂ ਪਿੱਛੇ ਵਾਲੀ ਸੀਟ ਤੇ ਜਾ ਕੇ ਬਹਿ ਜਾਂਦਾ। ਉਹ ਨਹੀਂ ਪੁੱਛਦਾ, ਉਹ ਤਾਂ ਟੀਚਰ ਦੇ ਆਪਣਾ ਮੂੰਹ ਦੁਪਕਾਉਂਦਾ ਜੀ, ਬਸ ਕਿਤੇ ਮੈਨੂੰ ਨਾ ਟੀਚਰ ਉਠਾ ਲੈਵੇ। ਐਸੀ ਵਰਤੀ ਆਪਣਾ ਦ੍ਰਿਸ਼ਟਮਾਨ ਰੂਪ ਦੇ ਵਿੱਚ ਹੁੰਦੀ ਹੈ, ਆਪਾਂ ਦੇਖਦੇ ਹੀ ਹੈ ਨਾ, ਆਪਾਂ ਸਾਰੇ ਹੀ ਨਿਕਲ ਕੇ ਆਏ ਹਾਂ ਕਲਾਸਾਂ ਦੇ ਵਿੱਚ। ਤੋ ਔਰ ਜਿਹੜਾ ਬੱਚੇ ਨੂੰ ਇੰਟਰਸਟ ਹੁੰਦਾ ਹੈ ਉਹ ਪਹਿਲੀ ਸੀਟ ਤੋਂ ਜਾ ਕੇ ਬਹਿੰਦਾ, ਔਰ ਉਹ ਦੇਖਦਾ ਰਹਿੰਦਾ ਟੀਚਰ ਕਿੱਥੇ ਕਿੱਥੇ ਕੀ ਲਿਖ ਰਿਹਾ, ਔਰ ਉਹਨੂੰ ਟੀਚਰ ਤੋਂ ਪੁੱਛਣੇ 'ਚ ਬਿਲਕੁਲ ਵੀ ਸੰਕੋਚ ਨਹੀਂ ਆਉਂਦਾ, ਉਹ ਫਟਾਫਟ ਪੁੱਛ ਲੈਂਦਾ। ਔਰ ਟੀਚਰ ਉਹਨੂੰ ਪਿਆਰ ਵੀ ਕਰਦਾ ਹੈ, ਸਤਿਕਾਰ ਵੀ ਉਹਦਾ ਕਰਦਾ ਹੈ, ਕਿਉਂਕਿ ਉਹ ਕਹਿੰਦਾ ਕਿ ਇਹ ਬੱਚਾ ਜੋ ਮੈਂ ਪੜ੍ਹਾਉਂਦਾ ਹਾਂ, ਆ ਬੱਚਾ ਉਹਨੂੰ ਫੋਲੋ ਕਰਦਾ ਹੈ, ਔਰ ਇਹਦੇ ਨੰਬਰ ਵੀ ਅੱਛੇ ਆਉਂਦੇ ਹੈ। ਅਤੇ ਉਹਨੂੰ, ਉਹ ਬੱਚਾ ਚਾਹੇ 10 ਵਾਰ ਵੀ ਪੁੱਛੇ, ਟੀਚਰ ਉਹਨੂੰ ਪਿਆਰ ਦੇ ਰਾਹੀਂ ਵਾਰ ਭਾਵੇਂ ਸਮੇਂ ਵੀ ਨਹੀਂ ਹੈਗਾ ਕਲਾਸ ਤੋਂ ਓਵਰ ਟਾਈਮ ਦੇ ਵਿੱਚ ਵੀ ਉਸ ਬੱਚੇ ਨੂੰ ਟੀਚਰ ਸਮਝਾ ਦਿੰਦੇ ਹੈ। ਤੋ ਇਸ ਕਰਕੇ ਹੀ ਆਪਾਂ ਨੇ ਵੀ ਗੁਰੂ ਸਾਹਿਬਾਨ ਜੀ ਦੀ ਬਾਣੀ ਤੋਂ ਔਰ ਭਗਤ ਜਨਾਂ ਤੋਂ ਪੁੱਛੇ ਜਾਣਾ ਹੈ, ਤੇ ਉਹ ਸਾਨੂੰ ਬਾਰ ਸਮਝਾਈ ਜਾਏਂਗੇ। ਜਿੰਨਾ ਕੁ ਆਪਾਂ ਪੁੱਛेंगे ਉਨਾ ਕੀ ਦੱਸेंगे। ਆਪਾਂ ਨੇ ਉਹਨਾਂ ਤੇ ਪੁੱਛੀ ਜਾਣਾ ਹੈ, ਉਹਨਾਂ ਨੇ ਸਾਨੂੰ ਦੱਸੀ ਜਾਣਾ ਹੈ। ਅਸੀਂ सहज सुबाई अपने घर आना जाना बना लेंगे। जब अपना आना जाना बन जाऊगा फिर साड़ी वृत्ति हो जाऊगी कि जो अपने और भैन भरा हैं जो काल दे जाल दे विच फसे बैठे हैं, ਅਕਾਲ ਪੁਰਖ ਜੀ ਦੇ ਹੁਕਮ ਦੇ ਵਿੱਚ ਰਹਿੰਦੇ ਹੋਇਆ, ਉਹਨਾਂ ਨੂੰ ਵੀ ਉਹਦੇ ਵਿੱਚ ਤੇ ਕੱਢਣ ਦੀ ਨੌਕਰੀ ਕਰਨੀ ਹੈ, ਜ਼ੋਰ ਨਹੀਂ ਲਾਣਾ, ਕਿਉਂਕਿ ਕੋਈ ਕਿਸੇ ਨੂੰ ਨਹੀਂ ਕੱਢ ਸਕਦਾ ਸੰਸਾਰ ਦੇ ਵਿੱਚ। ਗੁਰਬਾਣੀ ਗੁਰੂ ਫਿਰ ਸਾਨੂੰ ਸੋਝੀ ਦਿੰਦੇ ਆ, ਉਹ ਕਹਿੰਦੇ ਜਿਨ੍ਹਾਂ ਦਾ ਦੁਹਰ ਦਾ ਲੇਖਾ ਹੈ ਉਹ ਆਪ ਹੀ ਤਰੇਂਗੇ, ਉਹਨਾਂ ਨੂੰ ਮਾਲਿਕ ਆਪ ਹੀ ਤਾਰ ਲਊਗਾ। ਤੋ ਇਸ ਕਰਕੇ ਜੋ ਪ੍ਰਚਾਰ ਦੀ ਵੀ ਜੋ ਡਿਊਟੀ ਹੁੰਦੀ ਹੈ ਉਹ ਵੀ ਹੁਕਮ ਦੇ ਵਿੱਚ ਹੀ ਹੁੰਦੀ ਹੈ। ਯਾ ਨਹੀਂ ਹੈ ਕਿ ਤੁਹਾਨੂੰ ਗਿਆਨ ਹੈਗਾ ਤੁਸੀਂ ਬੋਲੀ ਜਾਓ, ਫਿਰ ਤਾਂ ਤੁਸੀਂ ਨੀਚੇ ਆ ਗਏ, ਥੱਲੇ ਆ ਗਏ, ਤ੍ਰੈ ਗੁਣਾਂ ਦੇ ਵਿੱਚ ਆ ਗਏ, ਹਉਮੈ ਦੇ ਵਿੱਚ ਆ ਗਏ। ਔਰ ਸੱਚ ਦਾ ਪ੍ਰਚਾਰ ਕਦੀ ਹਉਮੈ ਦੇ ਵਿੱਚ, ਤ੍ਰੈ ਗੁਣਾਂ ਦੇ ਵਿੱਚ ਬਹਿ ਕੇ ਨਹੀਂ ਕਰਾ ਜਾ ਸਕਦਾ, ਚੌਥੇ ਪਦ ਦੇ ਵਿੱਚ ਬਹਿ ਕੇ ਕਰਾ ਜਾਊਗਾ, ਜਿੱਥੇ ਕਿ ਤੁਹਾਡਾ ਆਪਾ ਸਮਰਪਣ ਹੋਊਗਾ। ਜਿੱਥੇ ਤੁਸੀਂ ਹੋਗੇ ਹੀ ਨਹੀਂ ਉੱਥੇ ਸੱਚ ਦਾ ਪ੍ਰਚਾਰ ਹੋਊਗਾ। ਤੇ ਇਹੋ ਜਿਹਾ ਬਣਨਾ ਹੈ ਸਾਨੂੰ ਸਾਰਿਆਂ ਨੇ, ਔਰ ਪ੍ਰੈਕਟੀਕਲੀ ਗੁਰਬਾਣੀ ਨੂੰ ਖੋਜਣਾ ਹੈ, ਔਰ ਬਹੁਤ ਬਰੀਕੀ ਦੇ ਵਿੱਚ ਜਾਣਾ ਹੈ। ਵਾਹਿਗੁਰੂ ਸੰਸਾਰ ਤੋਂ ਬਿਲਕੁਲ ਵੀ ਨਹੀਂ ਦੇਖਣਾ, ਬੈਕ ਤਾਂ ਪਿੱਛੇ ਮੁੜਨਾ ਹੀ ਨਹੀਂ ਹੈਗਾ, ਬਿਲਕੁਲ ਨਹੀਂ ਦੇਖਣਾ। ਕਿਉਂਕਿ ਜੈਸੇ ਜੈਸੇ ਅਸੀਂ ਚੱਲਦੇ ਰਹੇਂਗੇ, ਸਾਡਾ ਪੂर्ण ਭਰੋਸਾ ਹੈ ਕਿ ਇੱਕ ਦਿਨ ਆਪਾਂ ਸਾਰੇ ਹੀ ਇੱਕ ਖਾਲਸੇ ਦੀ ਬੜੀ ਫੌਜ ਦੇ ਵਿੱਚ ਤਿਆਰ ਹੋਏਂਗੇ, ਜ਼ਰੂਰ ਹੋਏਂਗੇ, ਅਗਰ ਆਪਾਂ ਗੁਰੂ ਸਾਹਿਬਾਨ ਜੀ ਦੀ ਔਰ ਭਗਤ ਜਨਾਂ ਦੀ ਬਾਣੀ ਨੂੰ ਫੋਲੋ ਕरेंगे ਤਾਂ। ਫੋਲੋ ਤੋਂ ਭਾਵ ਆਪਾਂ ਸਮਝ ਹੀ ਗਏ ਹੋਗੇ, ਮਨ ਦੇ ਰਾਹੀਂ ਫੋਲੋ ਕरेंगे ਤਾਂ ਹੋਏਂਗੇ, ਦ੍ਰਿਸ਼ਟਮਾਨ ਦੇ ਵਿੱਚ ਨਹੀਂ। ਦ੍ਰਿਸ਼ਟਮਾਨ ਤੋਂ ਆਪਾਂ ਨੇ ਬੋਡੀ ਨੂੰ ਰੋਕ ਲਿਆ ਕਿਸੇ ਦੇ ਘਰ ਜਾਣੇ ਤੇ, ਲੇਕਿਨ ਮਨ ਤਾਂ ਫਿਰ ਵੀ ਕਿਤੇ ਨਾ ਕਿਤੇ ਘੁੰਮੀ ਜਾਂਦਾ, ਜਾਈ ਜਾਂਦਾ। ਮੁੱਖ ਨੂੰ ਬੰਦ ਕਰ ਲਿਆ ਕਿਸੇ ਦੀ ਨਿੰਦਾ ਕਰਨੇ ਤੇ, ਮਨ ਤਾਂ ਫਿਰ ਵੀ ਦੂਸਰੇ ਦੇ ਸਾਥ ਵੈਰ ਕਰੀ ਜਾਂਦਾ, ਵਿਰੋਧ ਕਰੀ ਜਾਂਦਾ, ਦੁਬਿਧਾ ਕਰੀ ਜਾਂਦਾ। ਮਨ ਨੂੰ ਰੋਕਣਾ ਹੈ, ਇਸ ਮਨ ਨੂੰ ਰੋਕਣਾ ਹੈ, ਕਿਉਂਕਿ ਸਾਰੇ ਕੰਮ ਆ ਤਾਂ ਵਿਚਾਰਾ ਜੋ ਸਾਡਾ ਬੋਡੀ ਹੈ ਨਾ, ਸਾਡਾ ਜੋ ਸਰੀਰ ਹੈ, ਆ ਤਾਂ ਵਿਚਾਰੇ ਨੌਕਰ ਹੈ ਇਹਦਾ। ਆ ਮਨ ਜਿੱਥੇ ਇਹਨੂੰ ਲੈ ਕੇ ਜਾਊਗਾ ਫਟਾਫਟ ਵਿਚਾਰਾ ਸਾਥ ਉੱਠ ਕੇ ਚਲਾ ਜਾਊਗਾ, ਕਿਉਂਕਿ ਆ ਤਾਂ ਮਿੱਟੀ ਹੈ। ਉਹ ਸਾਰੇ ਕੰਮ ਕਾਜ ਜੋ करे हुए है, जितनी मैल लगी हुई है, जितना वैर विरोध दुविधा भरी हुई है, वो साढ़े मन दे विच है। मन नू साफ करना है, क्लीयर करना है। और एक चीज़ का वाहिगुरू सारियां ने आपां ने ध्यान रखना है कि पिछला साफ करना है और अगे ते परहेज रखना है, अगे ते रोक रखनी है कि इहो जे माहौल दे विच, इहो जे अपने वैसे बैर ਤਾਂ ਕਿਸੇ ਤੇ ਨਹੀਂ ਕਰਨਾ, ਲੇਕਿਨ ਉਹਨਾਂ ਦਾ ਸੰਗ ਵੀ ਨਹੀਂ ਕਰਨਾ ਜੋ ਗੁਰਮਤਿ ਵਿਚਾਰ ਨਹੀਂ ਕਰਦੇ, ਜੋ ਤ੍ਰੈਗੁਣਾ ਵਿਚਾਰਾ ਕਰਦੇ हैं। ਉਹਨਾਂ ਤੋਂ अपन ने अपना संपर्क नहीं रखना, ना बॉडी करके, ना सुरत रख के, ना मन करके, ना तन करके। ਉਹਨਾਂ ਤੋਂ संपर्क नहीं रखना, ਉਹਨਾਂ ਤੋਂ संपर्क तोड़ना है, घट रखना है। बस नॉर्मली हाय हेलो राजी खुशी ਦੀ ਬਾਤ ਪੁੱਛੋ, बस फतेह बुला दो, ਕਿਉਂਕਿ ਅਸੀਂ ਆਪਣੇ ਮਨ ਦੀ ਖੋਜ ਦੇ ਵਿੱਚ ਲੱਗੇ ਹੋਏ हैं। ਅਸੀਂ ਉਹਨੂੰ ਉਸ ਕੈਟੇਗਰੀ ਦੇ ਵਿੱਚ ਜਾਣੇ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹਦੇ ਵਿੱਚ ਬਿਰਲਾ ਦਾ ਨਾਮ ਦਿਆ ਜਾਂਦਾ ਹੈ। ਗੁਰਬਾਣੀ ਦੇ ਵਿੱਚ ਬਿਰਲੇ ਹੈ ਉਹ ਜੋ ਮਾਲਿਕ ਦੀ ਖੋਜ ਦੇ ਵਿੱਚ ਲੱਗੇ ਹੋਏ ਹੈ। ਤੇ ਵਾਹਿਗੁਰੂ ਜੇ ਸਾਨੇ ਵਿਰਲੇ बनना है, सूरमा बनना है, ਕਹਿੰਦੇ ਸੂਰਾ ਸੋ ਪਹਿਚਾਨੀਐ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੇ ਕਾਹੂ ਨਾ ਛੋਡੇ ਖੇਤ। ਉਹ ਕਹਿੰਦੇ ਸਾਨੇ ਸੂਰਮਾ बनना है, ਮਾਲਿਕ ਦੇ ਘਰ ਦੇ ਆਗਿਆਕਾਰੀ ਬੱਚੇ बनना है। तो गुरबाणी गुरु ਨੂੰ ਮਨ ਕਰਕੇ ਸਾਨੂੰ ਫੋਲੋ ਕਰਨਾ ਹੈ ਸਾਰਿਆਂ ਨੇ ਹੀ। ਗੁਰੂ ਮੰਤਰ ਨੂੰ ਬਹੁਤ ਸਤਿਕਾਰਯੋਗ ਹੋ ਕੇ ਜਪੀ ਜਾਣਾ ਹੈ, ਜਪੀ ਜਾਣਾ, ਬਾਕੀ ਸਾਰਾ ਕੁਝ ਭੁੱਲ ਜਾਓ।
ਆਪਾਂ ਨੇ ਕੰਮ ਕਾਜ ਵਾਹਿਗੁਰੂ ਅਸੀਂ ਆਪਣਾ ਨਿੱਜੀ ਪ੍ਰੈਕਟੀਕਲ ਦੱਸਦੇ ਹਾਂ। ਕੰਮ ਕਾਜ ਦਾ ਤਾਂ ਪਤਾ ਹੀ ਨਹੀਂ ਰਹਿਣਾ ਕਬ ਕੰਮ ਕਾਜ ਹੋ ਜਾਣਾ ਹੈ। ਹੱਥ ਪੈਰਾਂ ਤੋਂ ਕੰਮ ਕਾਜ ਹੁੰਦਾ ਰਹੂਗਾ, ਸੁਰਤ ਤਾਂ ਵਾਹਿਗੁਰੂ ਕਰਦੀ ਰਹੂਗੀ, ਨਾਮ ਨੂੰ ਸੁਣਦੀ ਰਹੂਗੀ, ਮਾਲਿਕ ਨੂੰ ਦੇਖਦੀ ਰਹੂਗੀ। ਹੁਣ ਜਿੱਥੇ ਆਪਾਂ ਆਪਣਾ ਇੱਕ ਰੋਲ ਬਣਾ ਕੇ ਕੰਮ ਕਰਨੇ ਦੀ ਕਰਦੇ ਹਾਂ, ਉੱਥੇ ਚਿੰਤਾ ਆ ਜਾਂਦੀ ਹੈ, ਉੱਥੇ ਜ਼ਿੰਮੇਵਾਰੀ ਆ ਜਾਂਦੀ ਹੈ, ਉੱਥੇ ਹੀ ਦੂਸਰੇ ਪ੍ਰਤੀ ਭੈਣ ਜੀ ਤੁਹਾਡੀ ਆਵਾਜ਼ ਕੱਟੀ ਗਈ, ਬਿਲਕੁਲ ਬੰਦ ਆ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰਮੁਖੋ, ਅਸੀਂ ਵਿਚਾਰ ਕਰ ਰਹੇ ਥੇ ਕਿ ਜਿਹੜੇ ਵੀ ਕੰਮ ਤੇ ਸਾਡਾ ਮਨ ਸਾਡੀ ਆਤਮਾ ਨੂੰ ਲਾ ਕੇ ਜਾਂਦਾ ਹੈ, ਉਹ ਬੋਡੀ ਦੇ ਵਿੱਚ ਰਹਿ ਕੇ ਉਸ ਕੰਮ ਨੂੰ ਕਰੀ ਜਾਂਦੀ ਹੈ। ਤੇ ਸਾਨੂੰ ਇਸੇ ਤਰੀਕੇ ਤੇ ਖੇਲਣਾ ਸਿੱਖਣਾ ਹੈ ਕਿ ਜੋ ਸਾਡਾ ਮਨ ਹੈ, ਜੋ ਸਾਡਾ ਸੁਰਤ ਰੂਪ ਹੋ ਕੇ ਉਹ ਮਾਲਿਕ ਦੇ ਚੌਥੇ ਪਦ ਦੇ ਵਿੱਚ ਵਿਚਰੇ, ਮਾਲਿਕ ਦੇ ਹੁਕਮ ਦੇ ਵਿੱਚ ਵਿਚਰੇ, ਔਰ ਜਿਹੜਾ ਵੀ ਕੰਮ ਸਾਨੂੰ ਬੋਡੀ ਤੋਂ ਲੈਣਾ ਹੈ ਉਹ ਅਸੀਂ ਲੈ ਸਕਦੇ ਹਾਂ, ਲੇਕਿਨ ਆਪਾ ਖਤਮ ਕਰਕੇ। ਤੇ ਇਸ ਕਰਕੇ ਸਾਨੂੰ ਗੁਰਬਾਣੀ ਦੇ ਰਾਹੀਂ ਫੋਲੋ ਕਰ ਕਰਕੇ, ਗੁਰਮੰਤਰ ਦੇ ਰਾਹੀਂ ਨਾਮ ਨੂੰ ਸੁਣ ਸੁਣ ਕੇ ਅਸੀਂ ਆਪਣਾ ਜੀਵਨ ਪ੍ਰੈਕਟੀਕਲੀ ਸਿੱਖ ਸਕਦੇ ਹਾਂ, ਆਪਣੇ ਮਨ ਦੀ ਪਹਿਚਾਨ ਕਰ ਸਕਦੇ ਹਾਂ। ਤੇ ਸਾਰਿਆਂ ਨੇ ਹੀ ਇਸ ਤਰੀਕੇ ਤੇ ਹੀ ਚੱਲਣਾ ਹੈ। ਔਰ ਬਹੁਤ ਜ਼ਿਆਦਾ ਅਸੀਂ ਫੇਰ ਯਹੀ ਕहेंगे ਗਿਆਨ ਦੀ ਜ਼ਰੂਰਤ ਬਿਲਕੁਲ ਨਹੀਂ ਹੈਗੀ, ਗਿਆਨ ਦਾ ਜ਼ੀਰੋ ਕਰਨਾ ਹੈ ਵਾਹਿਗੁਰੂ। ਬਸ ਜੇ ਤਿੰਨ ਚੀਜ਼ਾਂ ਯਾਦ ਰੱਖਣੀਆਂ ਹੈ, ਦੋ ਵਰਡ ਦਾ ਤਾਂ ਵਾਹਿਗੁਰੂ ਗੁਰਮੰਤਰ, ਇਹਨੂੰ ਜਪੀ ਜਾਣਾ ਹੈ ਪ੍ਰੇਮ ਦੇ ਸਾਥ। ਦੂਜਾ, ਜੋ ਗੁਰਮੁਖ ਨਾਮ ਨੂੰ ਸੁਣਦੇ ਹੈ ਉਹਨਾਂ ਨੇ ਪ੍ਰੋਪਰ ਨਾਮ ਨੂੰ ਹੀ ਸੁਣਨਾ ਹੈ, ਨਾਮ ਨੂੰ ਹੀ ਸੁਣਨਾ, ਦੂਜਾ ਕੰਮ ਨਹੀਂ ਕਰਨਾ, ਨਾਮ ਨੂੰ ਸੁਣੀ ਜਾਣਾ ਹੈ। ਔਰ ਨਾਮ ਨੂੰ ਕਿਸ ਤਰੀਕੇ से सुनना है? प्रेम ਦੇ ਸਾਥ। ਔਰ ਪਹਿਲੇ ਵੀ ਆਪਾਂ ਵਿਚਾਰ ਕਰ ਚੁੱਕੇ ਹਾਂ ਕਿ ਜੀ ਗੁਰਮੁਖ ਕਹਿੰਦੇ ਜੀ ਅਸੀਂ ਆਸਨ ਕਿੱਥੇ ਲਾਵੇਂ? ਸਭ ਤੋਂ ਪਹਿਲਾਂ ਉਸ ਆਵਾਜ਼ ਦੇ ਵਿੱਚ ਆਸਨ ਲਾਓ। ਉਸ ਆਵਾਜ਼ ਦੇ ਵਿੱਚ ਆਸਨ ਲਾਓਗੇ ਤੇ ਸਾਡੀ ਅੱਖਾਂ ਦੀ ਜੋ ਡਾਇਰੈਕਸ਼ਨ ਹੈ ਉਹ ਤਾਂ ਨੋਰਮਲੀ ਹੀ ਸੁਣਨ ਦੇ ਵਿੱਚ ਜਾਂਦੀ ਹੈ, ਸਾਹਮਣੇ ਰਹਿੰਦੀ ਹੈ, ਉਹ ਕਿਤੇ ਨਹੀਂ ਜਾਂਦੀ। ਅਸੀਂ ਆਪਣੇ ਆਪ ਹੀ ਵਿਚਾਰ ਬਣਾ ਲੈਂਦੇ ਹਾਂ ਕਿ ਅੱਖਾਂ ਨੂੰ ਕਿੱਧਰ ਨੂੰ ਕरें, ਇੱਧਰ ਨੂੰ ਦੇਖੇं, ਉੱਪਰ ਨੂੰ ਦੇਖੇं, ਥੱਲੇ ਨੂੰ ਦੇਖੇं। ਜब ਅਸੀਂ ਆਵਾਜ਼ ਨੂੰ ਸੁਣेंगे, ਆਵਾਜ਼ ਜੋ ਸਾਨੂੰ ਕੰਨਾਂ ਦੇ ਵਿੱਚ ਆਉਂਦੀ ਹੈ ਉਹਦੀ ਵੀ ਆਪਣੀ ਇੱਕ ਡਾਇਰੈਕਸ਼ਨ ਹੈ, ਉਹ ਖੁਦ ਹੀ ਸੁਣਨ ਦੇ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ। ਸਾਨੂੰ ਸਾਹਮਣੇ ਵਾਲੀ ਥਾਂ ਤੋਂ ਵੀ ਅਸੀਂ ਨਾਮ ਸੁਣ ਲੈਂਦੇ ਹਾਂ, ਮੱਥੇ ਦੇ ਵੱਲ ਵਾਲੀ ਥਾਂ ਤੋਂ ਵੀ, ਸਰ ਦੇ ਪਿਛਲੀ ਵਾਲੀ ਥਾਂ ਤੋਂ ਵੀ ਅਸੀਂ ਨਾਮ ਸੁਣ ਲੈਂਦੇ ਹਾਂ, ਖੱਬੇ ਸੱਜੇ ਕੰਨ ਤੋਂ ਵੀ ਅਸੀਂ ਨਾਮ ਸੁਣ ਲੈਂਦੇ ਹਾਂ। ਸਭ ਤੋਂ ਪਹਿਲਾ ਜੋ ਪੁਆਇੰਟ ਹੈ ਉਹ ਪਹਿਲਾ ਵਾਲਾ ਪੁਆਇੰਟ ਕਲੀਅਰ ਕਰਨਾ ਕਿ ਆਵਾਜ਼ ਦੇ ਵਿੱਚ ਨਾਮ ਨੂੰ ਸੁਣ ਸੁਣ ਕੇ ਹਿਰਦੇ 'ਚ ਵਸਾਉਣਾ ਹੁੰਦਾ ਹੈ। ਥਰਡ ਨੰਬਰ ਦਾ ਰਹਿ ਗਿਆ ਕਿ ਮਾਲਿਕ ਨੂੰ ਦੇਖ ਦੇਖ ਕੇ ਬਸ ਉਸ ਤੋਂ ਮਨ ਨੂੰ ਮਨਾਉਣਾ ਹੈ। ਔਰ ਮਨ ਨੂੰ जब साड़ा मनना शुरू हो जाऊगा तो अमृत की वर्खा भी लगातार हो रही है, अमृत भी मिलना शुरू हो जाऊगा। सिर्फ इतना ही रखना है, बहुत ज्यादा कुछ नहीं इकट्ठा करना, बस इतना नॉर्मल तरीके से। दुविधा बिल्कुल नहीं, या नीचे ਦੇ विचार रह गए सारे गुरमंत्र करते रहेंगे ਤੇ इन चीज़ों तो ਅਸੀਂ बचे रहेंगे। और जो ਅਸੀਂ ਸਾਡੇ ਤੇ ਮਾਹੌਲ ਦਾ ਫਰਕ ਪੜ ਰਿਹਾ ਹੈ ਤੇ ਫਿਰ ਵਾਹਿਗੁਰੂ ਅਸੀਂ ਫੇਰ ਯਹੀ ਕਹਾਂਗੇ ਕਿ ਅਸੀਂ ਗੁਰਬਾਣੀ ਗੁਰੂ ਨਹੀਂ ਫੋਲੋ ਕਰ ਰਹੇ। ਪਰ ਤਾਂ ਅਸੀਂ ਕੀ ਸੋਚਦੇ ਹਾਂ ਕਿ ਅਸੀਂ 1 ਘੰਟਾ ਕਥਾ 'ਚ ਬੈਠੇ ਤੇ ਗੁਰਬਾਣੀ ਗੁਰੂ ਫੋਲੋ ਹੋ ਗਏ। ਅਰੇ ਨਹੀਂ, ਉਸ ਟਾਈਮ ਤਾਂ ਅਸੀਂ ਸੋਝੀ ਲੈ ਰਹੇ ਹਾਂ, ਉਸ ਸੋਝੀ ਨੂੰ ਸਾਨੇ ਕਮਾਉਣਾ ਹੈ ਉਸ ਸਮੇਂ ਜਿਸ ਸਮੇਂ ਸਾਨੇ ਕਰਮ ਤੇ ਜੁੜਨਾ ਹੈ। ਕਹਿੰਦੇ ਕਰਮ ਧਰਮ ਦੁਈ ਚੌਪੜ ਸਾਜੋ। ਉਹ ਹੁਕਮ ਕਰ ਰਹੇ ਕਿ ਕਰਮ ਦੇ ਸਾਥ ਧਰਮ ਨੂੰ ਬੰਧੋ। ਧਰਮ ਤੋਂ ਭਾਵ ਹੈ ਮਾਲਿਕ, ਮਾਲਿਕ ਦਾ ਚੇਤਾ ਬੰਧੋ, ਮਾਲਿਕ ਦੀ ਮੁਖ ਦੀ ਆਵਾਜ਼ ਨੂੰ ਸੁਣੋ, ਹੁਕਮ ਚ ਰਹੋ, ਮਾਲਿਕ ਨੂੰ ਦੇਖੋ, ਕੰਮ ਕਾਜ ਕਰੋ। ਐਸੇ ਆਪਾਂ ਨੂੰ ਚੱਲਣਾ ਹੈ ਸਾਰਿਆਂ ਨੂੰ। ਆਪਾਂ ਭੁੱਲ ਜਾਣੇ, ਆਪਾਂ ਕਥਾ ਦੇ ਵਿੱਚ ਤੇ ਉਠੇ ਭੁੱਲ ਗਏ, ਸੁਣਨ ਦੇ ਵਿੱਚ ਐਸੀ ਜਾਈ ਜਾ ਰਹੇ, ਆਪਾਂ ਨੂੰ ਕੁਛ ਮਹਿਸੂਸ ਹੀ ਨਹੀਂ ਹੋ ਰਿਹਾ ਸੁਣਨ ਚ ਕੋਈ बैठा है। की आवाज आ रही है? मालिक दी आ रही है, भाव ही नहीं बना तो फिर अमृत रस कैसे आऊगा? कहन तो भाव है कि कहने ऐसी साची प्रीत हम तुम संग जोड़ी, तुम संग जोड़ी अवर संग तोड़ी। साने ਉਹਦੇ ਸਾਥ ਪ੍ਰੀਤ ਜੋੜਨੀ ਹੈ, ਪ੍ਰੇਮ ਕਰਨਾ ਹੈ ਉਹਨੂੰ, ਪ੍ਰੇਮ ਦੇ ਵਿੱਚ ਹੀ ਮਾਲਿਕ ਹੈਗਾ, ਕੁਛ ਵੀ ਨਹੀਂ ਕਰਨਾ।
ਜਿਹੜੇ ਗੁਰਮੁਖ ਬਜ਼ੁਰਗ ਹੋ ਗਏ ਉਹਨਾਂ ਨੇ ਤਾਂ ਕੁਛ ਨਹੀਂ ਕਰਨਾ, ਬਿਲਕੁਲ ਸਿਰਫ ਮਾਲਿਕ ਨੂੰ ਬੁਲਾਈ ਜਾਓ, ਪਿਆਰ ਤੇ ਵਿਰਾਗ ਕਰ ਕਰਕੇ ਮਨਾਈ ਜਾਓ, ਹੱਥ ਜੋੜੋ, ਉਹਨੂੰ ਮਨਾਓ, ਆਪਣਾ ਮੱਥਾ ਟੇਕੋ, ਵਾਰ-ਵਾਰ ਉਹਨੂੰ ਬੇਨਤੀਆਂ ਕਰੋ, ਮਿੰਨਤ ਕਰੋ, ਜੋੜੜੀ ਕਰੋ, ਮਨਾਓ ਮਾਲਿਕ ਨੂੰ, ਫਿਰ ਮੰਨ ਜਾਊਗਾ। ਮਾਲਿਕ ਤਾਂ ਬਹੁਤ ਦਿਆਲੂ ਹੈ। ਮਾਲਿਕ ਮੰਨਣੇ ਦੀ ਨਿਸ਼ਾਨੀਆਂ, ਮਨ ਸਹਿਜਾਣਾ ਸ਼ੁਰੂ ਹੋ ਗਿਆ, ਮਨ ਵਿਰਾਗ ਕਰਨ ਲਗਾ ਤੇ ਮਾਲਿਕ ਦੀ ਕਿਰਪਾ ਹੋ ਰਹੀ ਹੈ, ਕਿਉਂਕਿ ਮੈਲ ਹਟਣੀ ਸ਼ੁਰੂ ਹੋ ਗਈ, ਨਾਮ ਸੁਣਾਈ ਦੇਣ ਲਗਾ, ਮਾਲਿਕ ਖੁਸ਼ ਹੋ ਗਿਆ, ਅੰਮ੍ਰਿਤ ਰਸ ਆਣਾ ਸ਼ੁਰੂ ਹੋ ਗਿਆ, ਮਾਲਿਕ और खुश हो गया। ਅਸੀਂ ਹੁਕਮ ਦੇ ਵਿੱਚ ਆ ਗਏ ਪੂਰੀ ਤਰ੍ਹਾਂ, ਨਾਮ ਔਰ ਅੰਮ੍ਰਿਤ ਰਸ ਦੋਨੋਂ ਆਣੇ ਸ਼ੁਰੂ ਹੋ ਗਏ ਤੇ ਅਸੀਂ ਮਾਲਿਕ ਸਾਤੋਂ ਪੂਰੀ ਤਰ੍ਹਾਂ ਖੁਸ਼ ਹੋ ਗਿਆ। ਤੇ ਇਹ ਨਿਸ਼ਾਨੀਆਂ ਹੈ ਮਾਲਿਕ ਦੇ ਖੁਸ਼ ਹੋਣ ਦੀਆਂ, ਮਾਲਿਕ ਦੇ ਘਰ ਜਾਣੇ ਦੀਆਂ ਨਿਸ਼ਾਨੀਆਂ ਹੈ ਰਸਤੇ ਦੀਆਂ। ਫਿਰ ਜਿੱਥੇ ਸਾਡੀ ਸੁਰਤੀ ਨਾਮ ਨੂੰ ਸੁਣ ਸੁਣ ਕੇ ਉਹਦੇ ਵਿੱਚ ਮੁਗਧ ਹੋ ਗਈ, ਆਨੰਦ ਹੋ ਗਈ, ਮਨਨ ਕਰ ਦਿਆ ਉਹਨੂੰ, ਫਿਰ ਵਾਹਿਗੁਰੂ ਡਾਇਰੈਕਟਲੀ ਮਾਲਿਕ ਦੇ ਸਨਮੁਖ ਹੋ ਗਈ। ਆਹੀ ਰਸਤਾ ਹੈ। ਔਰ ਜੋ ਪਿੱਛੇ ਤ੍ਰੈ ਗੁਣਾ ਦੇ ਕੁਐਸਚਨ ਲਾਈ ਜਾਓ, ਪਿੱਛੇ ਦੇ ਖੀਂਚ ਕੇ ਉਹਨਾਂ ਨੇ ਤੁਹਾਨੂੰ ਫਿਰ ਅੱਗੇ ਨਹੀਂ बढ़न ਦੇਣਾ ਕਦੀ ਵੀ। ਉਹ ਤੁਹਾਨੂੰ ਉੱਥੇ ਉਸੀ ਥਾਂ ਤੋਂ ਬੈਠੇ ਰਹਿਣਗੇ, ਤਰਕ ਵਿਤਰਕ ਹੀ ਕਰਦੇ ਰਹਿਣਗੇ ਤਾਂ ਉਮਰ, ਜੋ ਅਸਵਾਸਾ ਰੂਪੀ ਧਨ ਹੈ, ਜਿੰਨੀ ਵੀ ਏਜ ਸਾਡੀ ਰਹਿ ਗਈ ਹੈ ਉਹਨੂੰ ਅਸੀਂ ਤਰਕ ਵਿਤਰਕ ਚ ਨਿਕਾਲ ਦੇਂਗੇ। ਨਹੀਂ, ਸਾਨੂੰ ਪੂर्ण ਤਰੀਕੇ ਤੇ ਗੁਰਬਾਣੀ ਗੁਰੂ ਤੇ ਭਰੋਸਾ ਕਰਕੇ बस चलना है। एक ही काम होना चाहिए, जब पैर चले तो वाहिगुरु की आवाज आवे, किसी को बोले वाहिगुरु, अंदर अंदर एक ही अगले ते बात करने ते पहले बिच च मालिक दा एहसास हो जावे। ऐसा चेता होना चाहिए मालिक ते, उन्नू कहने प्रेम। या प्रेम नहीं हो सकता कि बस कथा च बैठे या सिमरन दे राही बैठे तो प्रेम नहीं, ओदी याद ही आती रहे, बंद ही ना हो ओदी याद। बस जिथे भी जावे कि इहो जिहा कोई शब्द नहीं बोल देने जो मालिक नू ना बुरा लग जावे, है ना, फिक्र हो जावे, परवाह हो जावे ओदी, ਉਹਦਾ चिंता हो जावे ओदी, एक तरह ते चिंतन हो जावे ओदा कि वो नहीं करना जो मालिक ਨੂੰ पसंद नहीं है। ਤੇ ਸੋਚੋ ਕਿਰਪਾ ਹੋ ਗਈ, ਹੋਰ ਕੀ ਹੁੰਦੀ ਹੈ ਕਿਰਪਾ, ਹੀ ਕਿਰਪਾ ਹੁੰਦੀ ਹੈ ਵਾਹਿਗੁਰੂ। ਇਸੇ ਤਰੀਕੇ ਤੇ ਅਸੀਂ ਮਾਲਿਕ ਨੂੰ ਪ੍ਰੇਮ ਕਰ ਸਕਦੇ ਹਾਂ, ਇਸ ਤਰੀਕੇ ਤੇ ਮਾਲਿਕ ਦੀ ਕਿਰਪਾ ਸਾਡੇ ਤੇ ਹੁੰਦੀ ਹੈ, ਇਸ ਤਰੀਕੇ ਤੇ ਸਾਡਾ ਮਿਲਾਪ ਹੋ, ਜਿਵੇਂ ਸਾਨੂੰ ਉਹਦੀ ਪਰਵਾਹ ਹੀ ਨਹੀਂ ਔਰ ਉਹਦਾ ਮਤਲਬ ਫਿਕਰ ਹੀ ਨਹੀਂ, ਉਹਦਾ ਆਪਾਂ ਬੇਪਰਵਾਹ ਹੋ ਕੇ ਖੇਲਣ ਲੱਗਦੇ ਹਾਂ, ਜਿਹਦੀ ਵਿਚਾਰ ਕਰ ਰਹੇ ਕਰੀ ਜਾ ਰਹੇ ਆਪਾਂ, ਕਰੀ ਜਾ ਰਹੇ ਤੇ ਵਾਹਿਗੁਰੂ ਆਪਾਂ ਹੁਕਮ ਤੋਂ ਬਾਹਰ ਹੋ ਗਏ, ਫਿਰ ਆਪਾਂ ਨੂੰ ਮੈਲ ਲੱਗੀ, ਫਿਰ ਨਹੀਂ ਆਪਾਂ ਮਾਲਿਕ ਦੇ ਸਨਮੁਖ ਹੋ ਸਕਦੇ, ਫਿਰ ਆਪਾਂ ਨੂੰ ਬੜਾ ਗਿਲਟੀ ਫੀਲ ਹੁੰਦਾ, ਫਿਰ ਆਪਾਂ ਉੱਚੀ ਉੱਚੀ ਸਿਮਰਨ ਕਰਦੇ ਹਾਂ, ਫਿਰ ਆਪਾਂ ਕਹਿੰਦੇ ਜੀ ਮਨ ਨਹੀਂ ਟਿਕ ਰਿਹਾ ਵਾਹਿਗੁਰੂ, ਮਨ ਨਹੀਂ ਟਿਕ ਰਿਹਾ। ਬਹੁਤ ਹੀ ਕਮ ਵੋਲੀਅਮ ਦੇ ਵਿੱਚ ਆਵਾਜ਼ ਦੇ ਵਿੱਚ ਸਾਨੂੰ ਇੱਕ ਦੂਜੇ ਨਾਲ ਬਾਤ ਕਰਨੀ ਹੁੰਦੀ ਹੈ, ਤਿੱਖਾ ਨਹੀਂ ਬੋਲਣਾ, ਠੰਡਾ ਠਹਿਰਾਵ ਦੇ ਸਾਥ ਬੋਲਣਾ ਹੁੰਦਾ ਹੈ, ਸਹਿਜ ਸੁਭਾਈ। ਔਰ ਮਾਹੌਲ ਵੀ ਜਿਹੜੇ ਅਗਲੇ ਸਾਨੂੰ ਫਿੱਕਾ ਵੀ ਕੋਈ ਬੋਲ ਰਿਹਾ ਹੈ ਤੇ ਇੰਨੀ ਜਰਨ ਸ਼ਕਤੀ, ਇੰਨੀ ਸਹਿਨਸ਼ੀਲਤਾ, ਇਤਨੀ ਸਹਿਨ ਸ਼ਕਤੀ ਸਾਡੇ ਵਿੱਚ ਹੋਣੀ ਚਾਹੀਏ ਕਿ ਅਸੀਂ ਉਹਨੂੰ ਪੀ ਸकें। ਪੀਣਾ ਸਿੱਖਣਾ ਹੈ ਸਾਨੂੰ ਉਹਨੂੰ, ਕਿਉਂਕਿ जब ਅਸੀਂ ਇੰਨੇ ਪਾਵਰਫੁਲ ਹੋ ਜਾएंगे ਇੱਕ ਦਿਨ ਤੇ ਅਸੀਂ ਨਿਰਭਉ ਪਦ ਤੇ ਜਾ ਕੇ ਸਾਡੀ ਸੁਰਤੀ ਬਹਿ ਜਾਊਗੀ ਔਰ ਫਿਰ ਇੱਕ ਆਪਣੇ ਜੋ ਮਨ ਨੂੰ ਮਾਲਿਕ ਦੇ ਘਰ ਦਾਤ ਮਿਲੀ ਹੋਈ ਹੈ ਮਨ ਰਾਜੇ ਦੀ, ਫਿਰ ਰਾਜ ਕਰੂ ਬਸ ਸਾਡਾ ਰਾਜ। ਤੇ ਬਸ ਇਸ ਤਰੀਕੇ ਦੇ ਹੀ ਸਹਿਜ ਸੁਭਾਈ ਚੱਲਦੇ ਰਹਿਣਾ ਹੈ, ਪੂर्ण ਭਰੋਸਾ ਕਰਕੇ ਮਾਲਿਕ ਤੋਂ। ਠੀਕ ਹੈ ਜੀ। ਤੇ ਗੁਰਮੁਖੋ ਇੰਨੇ ਵਿਚਾਰ ਆਪ ਜੀ ਦੇ ਸਨਮੁਖ ਗੁਰਬਾਣੀ ਗੁਰੂ ਨੂੰ ਮੁੱਖ ਰੱਖਦੇ ਹੋਏ ਕੀਤੀ ਹੈ ਜੀ, ਨਿੱਜੀ ਪ੍ਰੈਕਟੀਕਲ ਦੇ ਸਾਥ ਜੋ ਮਾਲਿਕ ਨੇ ਜਨਾਇਆ ਹੈ ਵਾਹਿਗੁਰੂ। ਕਿਉਂਕਿ ਅਸੀਂ ਗੁਰਬਾਣੀਆਂ ਸਾਨੂੰ ਇੰਨੀਆਂ ਕੰਠ ਹੈਗੀਆਂ ਨਹੀਂ, ਅਸੀਂ ਗੁਰਬਾਣੀ ਨੂੰ ਪੜ੍ਹਦੇ ਜ਼ਰੂਰ ਹੈ ਲੇਕਿਨ ਪੜ੍ਹਦੇ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਹਿਜ ਪਾਠ ਦੇ ਰੂਪ ਦੇ ਵਿੱਚ ਘਰ ਵੀ ਹੈ ਔਰ ਫੋਨ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਐਪ ਡਾਊਨਲੋਡ ਕਰ ਰੱਖਾ, ਉਹਨਾਂ ਨੂੰ ਪੜ੍ਹਦੇ ਜ਼ਰੂਰ ਹੈ ਲੇਕਿਨ ਉਹਨਾਂ ਨੂੰ ਜ਼ਬਰਦਸਤੀ ਕੰਠ ਕਰਨ ਦੀ ਜ਼ਰੂਰਤ ਨਹੀਂ ਕਰਦੇ, ਕਿਉਂਕਿ ਕੋਸ਼ਿਸ਼ ਸਾਡੀ ਮਾਲਿਕ ਨੂੰ ਬੇਨਤੀ ਆ ਹੈ ਕਿ ਪ੍ਰੈਕਟੀਕਲੀ ਅਗਰ ਖੁੱਲ ਜਾਊਗਾ ਤੇ ਆਨੰਦ ਦੇ ਵਿੱਚ ਰਹਿਣਾ ਜ਼ਿਆਦਾ ਚਾਹੁੰਦੇ ਤਾਂ ਕਿ ਅੰਮ੍ਰਿਤ ਰਸ ਪੀਂਦੇ ਰਹੇ ਔਰ ਮਾਲਿਕ ਨੂੰ ਦੇਖਦੇ ਰਹੇ। ਆਪਾਂ ਸਾਰਿਆਂ ਨੇ ਵੀ ਪ੍ਰੈਕਟੀਕਲੀ ਉਤਰਨਾ ਹੈ, ਜ਼ਿਆਦਾ ਜ਼ੋਰ ਨਹੀਂ ਕਰਨਾ ਗੁਰਬਾਣੀ ਨੂੰ ਕੰਠ ਕਰਨ ਦਾ, ਸੋਝੀ ਲੈਣੀ ਹੈ ਉਹਨਾਂ ਤੋਂ, ਸੋਝੀ ਲੈ ਕੇ ਵਿਚਰਨਾ ਹੈ ਆਪਾਂ ਸਾਰਿਆਂ ਨੇ। ਤੋ ਇਸ ਤਰੀਕੇ ਦੀ ਆਪਾਂ ਨੇ ਇੱਕ ਪਰਿਵਾਰ ਰੂਪ ਦੇ ਵਿੱਚ ਸਾਰਿਆਂ ਨੇ ਸੋਝੀ ਲੈਂਦੇ ਰਹਿਣਾ ਹੈ ਔਰ ਮਾਲਿਕ ਦੇ ਘਰ ਸਨਮੁਖ ਹੋਣਾ ਹੈ ਉਜਲ ਮੁਖ ਲੈ ਕੇ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ। ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਨ ਕੋਟ ਵਾਰ ਧੰਨਵਾਦ। ਸਤਿਗੁਰਾਂ ਦਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਗੁਰੂ, ਜਿਨ੍ਹਾਂ ਨੇ ਆਪ ਹੀ ਉਪਦੇਸ਼ ਦੇ ਕੇ ਗੁਰਮੁਖਾਂ ਦੇ ਰਾਹੀਂ ਸਾਨੂੰ ਸਾਰਿਆਂ ਨੂੰ ਸੰਗਤ ਦੀ ਮਹੱਤਤਾ ਦੇ ਬਾਰੇ 'ਚ ਸਮਝਾਇਆ ਔਰ ਬੜੀ ਹੀ ਬਰੀਕੀ ਬੇਸਿਕ ਗੱਲਾਂ ਜੋ ਵਿਚਾਰ ਹੋਈ ਹੈ ਵੀ ਕਿਵੇਂ ਅਸੀਂ
ਮਾਲਕ ਦੇ ਨਾਲ ਮਿਲਾਪ ਕਰਨ ਦੇ ਲਈ ਜੋ ਰਸਤੇ ਤੇ ਤੁਰਨਾ ਹੈ, ਕਿਵੇਂ ਗੁਰਮੰਤਰ ਨੂੰ ਦ੍ਰਿੜ ਕਰਨਾ ਹੈ, ਕਿਵੇਂ ਵਿਚਾਰਾਂ ਤੇ ਫੁਰਨਿਆਂ ਨੂੰ ਤੋਂ ਰਹਿਤ ਹੋਣਾ ਹੈ, ਕਿਵੇਂ ਨਾਮ ਦੀ ਸੇਵਾ ਕਰਦੇ ਹੋਏ ਮਾਲਕ ਦੇ ਨਾਲ ਮਿਲਾਪ ਕਰਨਾ ਹੈ। ਸੋ ਗੁਰਮੁਖ ਪਿਆਰਿਓ, ਇਹ ਬਿਲਕੁਲ ਹੀ ਪ੍ਰੈਕਟੀਕਲੀ ਗੁਰਮੁਖਾਂ ਨੇ ਸਾਨੂੰ ਸਮਝਾਇਆ। ਗੁਰਬਾਣੀ ਗੁਰੂ ਦੇ ਹੁਕਮ 'ਚ ਰਹਿੰਦਿਆਂ ਹੋਇਆ, ਮਾਲਕ ਦੇ ਹੁਕਮ 'ਚ ਰਹਿੰਦਿਆਂ ਹੋਇਆ। ਕਈ ਵਾਰ ਗੁਰਮੁਖਾਂ ਦਾ ਕੁਐਸਚਨ ਹੁੰਦਾ ਹੈ ਕਿ ਜਿੰਨਾ ਅਸੀਂ ਅਕਥ ਕਥਾ ਨੂੰ ਸੁਣਦੇ ਹਾਂ, ਜੇ 3 ਵਾਰ ਵੀ ਇੱਕ ਦਿਨ 'ਚ ਆ ਰਹੀ ਵੀ ਅਸੀਂ 3 ਵਾਰ ਧੱਕੇ ਨਾਲ ਜਾਗ ਕੇ ਜਾਂ ਉਸ ਤਰੀਕੇ ਦੇ ਨਾਲ ਅਸੀਂ ਵੱਧ ਤੋਂ ਵੱਧ ਗਿਆਨ ਇਕੱਠਾ ਕਰਨਾ ਹੈ ਤਾਂ ਜੋ ਸਾਨੂੰ ਸਾਰਾ ਕੁਛ ਪਤਾ ਚੱਲ ਜਾਵੇ। ਅਸੀਂ ਦੇਖਦੇ ਹਾਂ ਵੀ ਗੁਰਮੁਖ ਵੀ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਦੀ ਗੱਲ ਉਹ ਪੁੱਛਦੇ ਨੇ, ਠੀਕ ਹੈ ਜੀ, ਵੀ ਉਹ ਅੱਗੇ ਕੀ ਹੋਊ, ਅੱਗੇ ਕੀ ਹੋਊ। ਸੋ ਗੁਰਮੁਖ ਪਿਆਰਿਓ, ਦੇਖੋ ਆਪਾਂ ਮਾਲਕ ਨੂੰ ਹਾਜ਼ਰ ਨਾਜ਼ਰ ਸਮਝਣਾ ਹੈ। ਮਾਲਕ ਤੇ ਭਰੋਸਾ ਰੱਖ ਕੇ ਸਾਡਾ ਕੰਮ ਹੈ ਦਰ ਤੇ ਬੈਠਣਾ। ਮਾਲਕ ਨੂੰ ਪ੍ਰੇਮ ਦੇ ਨਾਲ, ਪਿਆਰ ਦੇ ਨਾਲ ਆਵਾਜ਼ ਮਾਰਨੀ ਤਾਂ ਜੋ ਇੱਕ ਦਿਨ ਸਾਡੇ ਅੰਦਰ ਮਾਲਕ ਦੇ ਲਈ ਦ੍ਰਿੜ ਭਰੋਸਾ ਪੈਦਾ ਹੋ ਜਾਵੇ, ਪਿਆਰ ਪੈਦਾ ਹੋ ਜਾਵੇ ਔਰ ਸਾਡਾ ਮਨ ਮੰਨ ਜਾਵੇ। ਨਾਲ ਨਾਲ ਅਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਨੂੰ ਵੀ ਖੋਜਣਾ ਹੈ, ਪੁੱਛਣਾ ਹੈ ਔਰ ਪ੍ਰੈਕਟੀਕਲੀ ਜੀਵਨ ਨੂੰ ਅਪਣਾਉਂਦਿਆਂ ਹੋਇਆਂ ਹੀ ਕਮਾ ਸਕਦੇ ਹਾਂ ਗੁਰਮੁਖ ਪਿਆਰਿਓ। ਸੋ ਅਸੀਂ ਇਸ ਗੱਲ ਦਾ ਭਰੋਸਾ ਰੱਖਣਾ ਹੈ ਕਿਉਂਕਿ ਜਦੋਂ ਅਸੀਂ ਗੁਰਬਾਣੀ ਗੁਰੂ ਤੋਂ ਪੁੱਛਦੇ ਹਾਂ, ਸਤਿਗੁਰੂ ਸਾਨੂੰ ਉਪਦੇਸ਼ ਕਰਦੇ ਨੇ ਕਿ ਸਹਿਜ ਸੁਭਾਏ ਹੀ ਮਾਲਕ ਨੇ ਸਾਡੇ ਨਾਲ ਮਿਲਾਪ ਕਰਨਾ ਹੈ, ਆਪ ਹੀ ਮਿਲਾਪ ਕਰਨਾ ਹੈ। ਕਿਸ ਕਿਸ ਅਵਸਥਾ ਤੇ ਕਿੰਨੀ ਕਿੰਨੀ ਸਾਨੂੰ ਸੋਝੀ ਦੇਣੀ ਹੈ, ਕਿਵੇਂ ਕਿਵੇਂ ਜਨਾਉਣਾ ਹੈ, ਇਹ ਸਾਰਾ ਸਤਿਗੁਰਾਂ ਨੂੰ ਆਪ ਹੀ ਪਤਾ ਹੈ, ਮਾਲਕ ਨੂੰ ਆਪ ਹੀ ਪਤਾ ਹੈ। ਸੋ ਅਸੀਂ ਕਾਹਲੇ ਨਹੀਂ ਪੈਣਾ, ਕਿਉਂਕਿ ਜੇ ਅਸੀਂ ਕਾਹਲੇ ਪੈ ਕੇ ਉੱਚੀ ਛਾਲ ਮਾਰਦੇ ਹਾਂ ਆਪ ਦੀ ਮੱਤ ਦੇ ਦੁਆਰਾ ਤੇ ਗੁਰਮੁਖ ਪਿਆਰਿਓ, ਕਈ ਵਾਰ ਆਪਣੀ ਇਮੈਜੀਨੇਸ਼ਨਸ ਹੋਰ ਵਿਚਾਰ ਵੱਧ ਜਾਂਦੇ ਨੇ, ਅਸੀਂ ਕਲਪਨਾ 'ਚ ਚਲੇ ਜਾਂਦੇ ਹਾਂ, ਠੀਕ ਹੈ ਜੀ। ਤੇ ਇਸ ਕਰਕੇ ਉਹ ਫਿਰ ਅਸੀਂ ਤਾਂ ਵਿਚਾਰਾਂ ਤੋਂ ਡੈਡ ਹੋਣਾ ਹੈ, ਰਹਿਤ ਹੋਣਾ ਹੈ। ਸੋ ਹੋਰ ਵਿਚਾਰ ਇਕੱਠੇ ਨਹੀਂ ਕਰਨੇ। ਸੋ ਅਸੀਂ ਜਿੱਥੇ ਜਿੱਥੇ ਵੀ ਬੈਠੇ ਹਾਂ, ਜੋ ਜੋ ਵੀ ਮਾਲਕ ਦੀ ਸੋਝੀ ਸਾਨੂੰ ਮਾਲਕ ਦੇ ਰਹੇ ਨੇ, ਉਹਨੂੰ ਦ੍ਰਿੜ ਕਰਦੇ ਜਾਣਾ ਹੈ ਤਾਂ ਜੋ ਸਾਡਾ ਮਨ ਮੰਨ ਜਾਵੇ। ਸੋ ਅਸੀਂ ਸਾਰੀ ਹੀ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗੁਰਮੁਖ ਪਿਆਰਿਓ। ਆਪ ਜੀ ਬਹੁਤ ਹੀ ਵਧੀਆ ਪ੍ਰੈਕਟੀਕਲ ਕਰ ਰਹੇ ਹੋ। ਮਾਲਕ ਆਪਣੇ ਸਾਰਿਆਂ ਤੇ ਕਿਰਪਾ ਕਰਨ ਤਾਂ ਜੋ ਸਾਨੂੰ ਸੋਝੀ ਆ ਜਾਵੇ ਕਿਵੇਂ ਅਸੀਂ ਆਪ ਦੇ ਦੁੱਖਾਂ ਦਾ ਇਲਾਜ ਕਰਦੇ ਹੋਏ ਮਾਲਕ ਦੇ ਨਾਲ ਪਿਆਰ ਕਰੀਏ, ਆਪ ਸਾਡੀ ਪ੍ਰੀਤ ਬਣ ਜਾਵੇ ਅੰਦਰੋਂ ਔਰ ਨਾਮ ਦੇ ਨਾਲ ਸਾਡੀ ਪਿਆਰ ਬਣ ਜਾਵੇ, ਸਾਡੀ ਪ੍ਰੀਤ ਬਣ ਜਾਵੇ ਤਾਂ ਜੋ ਅਸੀਂ ਮਾਲਕ ਦੇ ਸਨਮੁਖ ਹੋ ਪਾਈਏ, ਸਾਡਾ ਵੀ ਜਨਮ ਮਰਨ ਖੰਡਨ ਹੋ ਜਾਵੇ। ਸੋ ਗੁਰਮੁਖ ਪਿਆਰਿਓ, ਇੰਨੀ ਕੁ ਹੀ ਵਿਚਾਰ ਕਰਦਿਆਂ ਹੋਇਆਂ ਸਾਡੇ ਤੋਂ ਕੋਈ ਅੱਖਰ ਵੱਧ ਘੱਟ ਬੋਲਿਆ ਗਿਆ ਹੋਵੇ, ਆਪ ਸੰਗਤ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਸਾਹਿਬਾਨ ਬਖਸ਼ਣ ਜੋਗੋ ਬਖਸ਼ ਲੈਣਾ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।